ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀਆਂ ਨੂੰ। ਤੇ ਅੱਜ ਤੁਹਾਡੇ ਨਾਲ ਅਸੀਂ ਇਸ ਪ੍ਰੋਗਰਾਮ ਵਿੱਚ ਉਹਨਾਂ ਵਿਸ਼ਿਆਂ ਨੂੰ ਲਵਾਂਗੇ, ਉਹਨਾਂ ਮੁੱਦਿਆਂ ਨੂੰ ਲਵਾਂਗੇ ਜਿਹੜੇ ਸਾਰੇ ਸੰਸਾਰ ਵਿੱਚ ਨੇ ਵਾਪਰੇ ਤੇ ਕੁਝ ਰਹਿੰਦੇ ਜਿਹੜੇ ਹਨ ਪੰਜਾਬ ਵਿੱਚ। ਅਸੀਂ ਇਸ ਗੱਲ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਇਹ ਮਸਲੇ ਜਿਹੜੇ ਆ ਨਿਪਟੇ ਆ ਜਾਂ ਅਜੇ ਤੱਕ ਨਹੀਂ ਹੱਲ ਹੋਏ। ਤੇ ਮੇਰੇ ਨਾਲ ਖੰਨਾ ਜੀ ਨੇ ਤੇ ਇਹ ਦੱਸਣਗੇ ਕਿ ਕਿਹੜਾ ਵਿਸ਼ਾ ਜਿਹੜਾ ਅੱਜ ਅਸੀਂ ਤੁਹਾਡੀ ਨਜ਼ਰ ਕਰਨਾ। ਅੱਜ ਜੀ ਕੁਝ ਸੰਜੀਦਾ ਵਿਸ਼ਾ ਹੈ। ਸਭ ਤੋਂ ਪਹਿਲਾਂ ਹੀ ਆਪਾਂ ਲੈਣ ਲੱਗੇ ਹਾਂ ਭਾਰਤ ਤੇ ਪਾਕਿਸਤਾਨ। ਜੀ ਜ਼ਰੂਰ, ਕਿਉਂਕਿ ਆਲਰੇਡੀ 3 ਯੁੱਧ ਹੋ ਚੁੱਕੇ ਨੇ ਔਰ ਕੁਝ ਨਾ ਕੁਝ ਗੱਲ ਲੈ ਕੇ ਗਰਮਾ ਗਰਮੀ ਚੱਲਦੀ ਰਹਿੰਦੀ ਹੈ। ਖਾਸ ਕਰਕੇ ਜੋ ਉਧਰੋਂ ਟੈਰਰਿਸਟ ਦੀ ਐਕਟੀਵਿਟੀਜ਼ ਰਹਿੰਦੀ ਹੈ ਉਸ ਨੂੰ ਲੈ ਕੇ ਵੀ, ਔਰ ਕਈ ਵਾਰ ਚਾਹੁੰਦਾ ਕਿ ਫੌਜ ਉਹਨਾਂ ਦੀ ਪਾਕਿਸਤਾਨ ਦੀ ਟੈਰਰਿਸਟ ਨੂੰ ਸਪੋਰਟ ਕਰਦੀ ਹੈ ਔਰ ਇਹ ਸਭ ਉਹਨਾਂ ਦੀ ਸ਼ਹਿ 'ਤੇ ਹੁੰਦਾ ਹੈ, ਉਹਨਾਂ ਦੀ ਪ੍ਰੋਟੈਕਸ਼ਨ ਹੈ। ਇਹ ਸਭ ਗੱਲਾਂ ਤਮਾਮ ਚੱਲਦੀਆਂ ਰਹਿੰਦੀਆਂ, ਇੰਟਰਨੈਸ਼ਨਲ ਬਾਰਡਰ 'ਤੇ ਵੀ ਚੱਲਦੀਆਂ ਰਹਿੰਦੀਆਂ ਨੇ। ਸੋ ਕਈ ਇਸ਼ੂ ਐਸੇ ਨੇ ਜਿਹੜੇ ਪੰਜਾਬ ਦੇ, ਕਿਉਂਕਿ ਪੰਜਾਬ ਦੀ ਵੰਡ ਹੋਈ ਸੀ 1947 ਦੇ ਵਿੱਚ। ਸੋ ਉਹ ਮਸਲਾ ਉਹ ਹੁਣ ਇੰਟਰਨੈਸ਼ਨਲ ਮਸਲਾ ਹੈ ਕਿ ਜੋ LOC ਹੈ, ਲਾਈਨ ਆਫ ਕੰਟਰੋਲ ਦਾ ਮਸਲਾ ਚੱਲਦਾ ਹੈ, ਕਸ਼ਮੀਰ ਦਾ ਮਸਲਾ ਚੱਲਦਾ ਹੈ। ਯਾਨੀ ਕਿ ਪਾਕਿਸਤਾਨ ਦੇ ਨਾਲ ਖਹਿਬਾਜ਼ੀ ਚੱਲਦੀ ਰਹਿੰਦੀ ਹੈ, ਚੀਨ ਦੀ ਸਪੋਰਟ ਹੈ। ਹੁਣ ਅਮਰੀਕਾ ਦੇ ਜਿਹੜਾ ਤੁਸੀਂ ਕਹਿ ਸਕਦੇ ਹੋ ਵਿਭਾਗ ਨੇ, ਵੱਖ-ਵੱਖ ਮਿਨਿਸਟਰੀਜ਼ ਨੇ, ਅਮਰੀਕਾ ਦੀ ਗਵਰਨਮੈਂਟ ਹੈ, ਉਹਨਾਂ ਦੇ ਪ੍ਰਤੀਨਿਧੀ ਹੁੰਦੇ ਨੇ ਜਿਹੜੇ ਵੱਖ-ਵੱਖ ਮੰਤਰੀ ਹੁੰਦੇ ਨੇ। ਵਿਦੇਸ਼ ਮੰਤਰੀ ਨੇ, ਸਾਬਕਾ ਵਿਦੇਸ਼ ਮੰਤਰੀ ਨੇ ਮਾਈਕ ਪੋਂਪੀਓ। ਉਹਨਾਂ ਨੇ ਕਿਹਾ ਹੈ ਕਿ ਸ਼ਾਇਦ ਭਾਰਤ ਤੇ ਪਾਕਿਸਤਾਨ ਹੁਣ ਪਰਮਾਣੂ ਯੁੱਧ ਦੇ ਪੁਆਇੰਟ ਦੇ ਉੱਤੇ ਆ ਚੁੱਕੇ ਨੇ, ਜਿਹਨੂੰ ਆਪਾਂ ਕਹਿੰਦੇ ਲਿਵਿੰਗ ਔਨ ਦਾ ਐਜ। ਸੋ ਇਸ ਤੋਂ ਅੱਗੇ ਹੋਰ ਕੋਈ ਰਾਹ ਨਹੀਂ ਹੈਗਾ, ਸ਼ਾਇਦ ਪਰਮਾਣੂ ਯੁੱਧ ਹੋਣ ਦੀ ਸੰਭਾਵਨਾ। ਹਾਂ, ਇਹ ਵੈਸੇ ਬੜੇ ਪੁਰਾਣੇ ਸਮਿਆਂ ਤੋਂ ਹੀ ਇਹਨਾਂ ਨਾਲ ਖਹਿਬਾਜ਼ੀ ਚੱਲਦੀ ਰਹੀ ਆ ਇੰਡੀਆ ਦੀ। ਪਰ ਇਹਦੇ ਵਿੱਚ ਵਿਚੋਲਾ ਬਣ ਕੇ ਜਾਂ ਉਹਦੇ ਵਿੱਚ ਉਹਨਾਂ ਮਨਾਉਣ 'ਤੇ ਅਮਰੀਕਾ ਦਾ ਰੋਲ ਜਿਹੜਾ ਬਿਲਕੁਲ ਪ੍ਰਮੁੱਖ ਰਿਹਾ। ਅੱਜ ਤੋਂ ਨਹੀਂ, ਜਦੋਂ ਜਨਰਲ ਜ਼ਹੀਆ ਖਾਨ ਸੀ ਔਰ ਭੁੱਟੋ ਜੀ ਸੀ ਔਰ ਉਸ ਤੋਂ ਬਾਅਦ ਬੇਨਜ਼ੀਰ ਭੁੱਟੋ ਵੀ ਆਈ ਆ ਔਰ ਇਹ ਬੜੀ ਦੇਰ ਤੋਂ ਇਹ ਖਹਿਮਖਾ ਚੱਲਦਾ ਰਿਹਾ। ਔਰ ਇਹਦੇ ਪਿੱਛੇ ਜਿਹੜੇ ਹੈਗੀ ਹੈ ਆਰਮੀ ਜ਼ਿਆਦਾ ਰਹੀ ਆ। ਜਨਰਲ ਜਾਵੇਦ ਜਿਹੜੇ ਸੀਗੇ, ਜਿਹੜੇ ਹੁਣੇ ਰਿਟਾਇਰ ਹੋਏ ਆ, ਉਹਨਾਂ ਦੀ ਜਗ੍ਹਾ ਦੂਸਰੇ ਜਨਰਲ ਆ ਗਏ। ਹਾਂ, ਇਹ ਜਾਵੇਦ ਬਾਜਵਾ ਜੀ ਰਿਟਾਇਰ ਹੋ ਚੁੱਕੇ ਹਾਂਜੀ, ਅਤੇ ਹੁਣ ਉਹਨਾਂ ਦੀ ਜਗ੍ਹਾ ਨਵੇਂ ਬੈਠ ਗਏ ਆ। ਪਰ ਜਨਰਲ ਜਿਹੜੇ ਜਾਵੇਦ ਸੀਗੇ ਪਹਿਲੋਂ ਚੀਫ ਆਫ ਦੀ ਆਰਮੀ ਸਟਾਫ, ਉਹਨਾਂ ਦਾ ਪਾਕਿਸਤਾਨ ਦਾ ਸਾਰਾ ਰਵੱਈਆ ਅਮਰੀਕਾ ਨਾਲ ਬਹੁਤ ਠੀਕ ਸੀਗਾ। ਔਰ ਉਹਨਾਂ ਦਾ ਜੇ ਰਹੀ ਗੱਲ ਅਣਬਣ ਰਹੀ ਆ ਅਤੇ ਜਿਹੜੀ ਹੈ ਉਹ ਸਾਰੇ ਪਹਿਲੋਂ ਜਨਰਲ ਰਹੇ, ਉਹਨਾਂ ਨਾਲ ਵੀ ਰਹੀ ਹੈ ਅਤੇ ਬੇਨਜ਼ੀਰ ਭੁੱਟੋ ਨਾਲ ਵੀ ਥੋੜ੍ਹੀ ਜਿਹੀ ਇਹਨਾਂ ਦੀ ਅਣਬਣ ਰਹੀ ਆ। ਔਰ ਜ਼ਿਆਦਾ ਸਾਰਾ ਕੁਛ ਜਿਹੜਾ ਹੁੰਦਾ ਇਹਦੇ ਵਿੱਚ ਹੀ ਰਹਿੰਦਾ ਕਿ ਸਿਆਸਤ ਕੀ ਕਰਦੀ ਹੈ ਪਾਕਿਸਤਾਨ ਦੀ। ਇਮਰਾਨ ਖਾਨ ਨਾਲ ਇਹਨਾਂ ਦੀ ਨਹੀਂ ਬਣੀ, ਉਹਨਾਂ ਨੂੰ ਚੱਕ ਕੇ ਇਹਨਾਂ ਨੇ ਸਾਈਡ 'ਤੇ ਲਾ ਦਿੱਤਾ। ਤਰੀਕੇ ਇਨਸਾਫ ਜਿਹੜੀ ਸੀ ਉਹਨਾਂ ਦੀ ਪਾਰਟੀ, ਉਹਦੇ 'ਚ ਉਹਨਾਂ 'ਤੇ ਗੋਲੀ ਵੀ ਚੱਲੀ ਔਰ ਹੁਣ ਉਹ ਨੁਕਰੇ ਲੱਗੇ ਪਏ। ਪਹਿਲਾਂ ਜਿਹੜੇ ਸੀਗੇ ਨਵਾਜ਼ ਸ਼ਰੀਫ ਜੀ, ਉਹਨਾਂ ਨਾਲ ਇਹਨਾਂ ਦਾ ਬਹੁਤ ਰੁਤਬਾ ਚੰਗਾ ਨਹੀਂ ਰਿਹਾ ਇਹਨਾਂ ਨਾਲ। ਉਹ ਫਿਰ ਇੰਗਲੈਂਡ ਚਲੇ ਗਏ। ਫਿਰ ਉਹਨਾਂ ਦੇ ਭਰਾ ਹੁਣ ਅੱਜ ਕੱਲ੍ਹ ਉੱਥੋਂ ਦੇ ਪ੍ਰਧਾਨ ਮੰਤਰੀ ਆ ਸ਼ਹਿਬਾਜ਼ ਸ਼ਰੀਫ, ਉਹ ਬੈਠੇ ਉੱਥੇ। ਇਹ ਦੋ ਪੰਜਾਬ ਦੀ ਆਪਸੀ ਜਿਹੜੀ ਲੜਾਈ ਚੱਲਦੀ ਰਹੀ ਹੈ, ਸ਼ੁਰੂ ਤੋਂ ਚੱਲਦੀ ਰਹੀ ਹੈ। ਔਰ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਅਮਰੀਕਾ ਦੇ ਵਿਦੇਸ਼ ਮੰਤਰੀ ਰਹੇ ਆ, ਉਹਨਾਂ ਨੇ ਕਿਹਾ, ਉਹਨਾਂ ਦੀ ਕਿਤਾਬ ਵੀ ਹੈਗੀ ਹੈ, ਕਿਤਾਬ ਦਾ ਜੋ ਰਿਲੀਜ਼ ਵੀ ਹੋਈ ਆ, ਉਹਨਾਂ ਨੇ ਕਿਹਾ ਕਿ ਮੇਰੇ ਹਮ ਰੁਤਬਾ ਜਿਹੜੇ ਸੀਗੇ ਵਿਦੇਸ਼ ਮੰਤਰੀ, ਉਹਨਾਂ ਨੇ ਕਿਹਾ ਸੀ ਕਿ ਸਾਡੀ ਅਣਬਣ ਇੰਨੀ ਹੈ, ਸਾਡੇ ਐਟਮ ਬੰਬ ਚੱਲ ਸਕਦੇ ਆ ਔਰ ਸਾਡੇ 2 ਗਰੁੱਪ ਬਣ ਗਏ ਆ ਔਰ ਉਹਨਾਂ 2 ਗਰੁੱਪ ਦੇ ਵਿੱਚ ਇਸ ਵੇਲੇ ਹਾਲਾਤ ਮਾੜੇ ਆ। ਕਿਉਂਕਿ ਵਿਦੇਸ਼ ਮੰਤਰੀ ਨੂੰ ਪਤਾ ਹੁੰਦਾ ਕਿ ਤਾਲੁਕਾਤ ਕਿਸ ਤਰ੍ਹਾਂ ਦੇ ਹੈ, ਕਿਸ ਤਰ੍ਹਾਂ ਦੇ ਨਹੀਂ, ਕਿਸ ਤਰ੍ਹਾਂ ਦੀ ਨਿਭਣੀ ਹੈ। ਫਿਰ ਉਹਨਾਂ ਨੇ ਕਿਹਾ, ਮੈਂ ਉਸ ਵੇਲੇ ਸੁੱਤਾ ਪਿਆ ਸੀਗਾ ਜਦੋਂ ਮੈਨੂੰ ਫੋਨ ਆਇਆ ਸੁਸ਼ਮਾ ਸਵਰਾਜ ਜੀ ਦਾ, ਉਸ 2019 ਦੀ ਗੱਲ ਹੈ। ਕਹਿੰਦਾ ਫਿਰ ਮੈਂ ਉਹਨਾਂ ਨਾਲ ਕਿਹਾ ਕਿ ਮੈਂ ਉਹਨਾਂ ਨਾਲ ਗੱਲ ਕਰਦਾ। ਕਹਿੰਦਾ ਮੈਂ ਕਮਰ ਜਵੇਦ ਜੀ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ, ਪਰ ਸਾਡੇ ਪਿੱਛੇ ਅਫਗਾਨਿਸਤਾਨ ਦਾ ਜਿਹੜਾ ਗੱਠਜੋੜ ਉਹਦੇ ਨਾਲ ਹੈ ਔਰ ਉਹਦੇ ਵਿੱਚ ਜਿਹੜੇ ਤਾਲਿਬਾਨ ਨੇ, ਉਹਨਾਂ ਦੀ ਇੱਕ ਤਰੀਕੇ ਇਨਸਾਫ ਤਾਲਿਬਾਨ ਪਾਰਟੀ ਆ, ਉਹਦਾ ਰੁਖ ਸਾਰਾ ਜਿਹੜਾ ਉਹਨਾਂ ਨੂੰ ਸਹਾਇਤਾ ਦੇ ਰਿਹਾ, ਮਦਦ ਦੇ ਰਿਹਾ, ਉਹ ਅਫਗਾਨਿਸਤਾਨ ਦੇ ਰਿਹਾ। ਫਿਰ ਰਹੀ ਗੱਲ ਅਫਗਾਨਿਸਤਾਨ ਦੇ ਵਿੱਚ ਬੈਠਾ ਸੀਗਾ ਅਮਰੀਕਾ ਦੇ ਫੌਜੀ ਸਾਰੇ ਉੱਥੇ ਬੈਠੇ ਸੀ। ਇਸ ਤੋਂ ਪਹਿਲਾਂ ਰਸ਼ੀਆ ਬੈਠਾ ਸੀਗਾ ਔਰ ਇਹਨਾਂ ਦੇ ਗਰੁੱਪ ਜਿਹੜੇ ਆਪਸੀ ਬਣੇ ਹੁੰਦੇ ਆ ਉਹ ਸਾਰੇ ਮੁਸਲਿਮ ਕੰਟਰੀਆਂ ਨਾਲ ਵੀ ਵਿਛੋੜ ਹੈਗਾ। ਇਰਾਨ ਤੋਂ ਇਰਾਕ ਤੱਕ ਹੈਗਾ ਇਹਦਾ ਅਮਰੀਕਾ ਦਾ। ਅਮਰੀਕਾ ਵੀ ਚਾਹੁੰਦਾ ਜੇ ਐਟਮ ਬੰਬ ਬਣਨੇ ਤੇ ਚੱਲਣੇ ਕਿਤੇ ਸੀ, ਪਾਕਿਸਤਾਨ ਕੋਲ ਤਾਂ ਐਟਮ ਬੰਬ ਬਣਿਆ ਹੀ ਨਹੀਂ, ਪਰ ਉਹ ਕਿੱਥੋਂ ਆਉਣਾ ਸੀਗਾ? ਅਮਰੀਕਾ ਤੋਂ। ਇਹ ਸਾਰਾ ਕੁਛ ਖਰੀਦੋ ਫਰੋਖਤ ਜਿਹੜੀ ਹੁੰਦੀ ਹੈ ਉੱਥੋਂ ਹੁੰਦੀ ਹੈ। ਇਸ ਵੇਲੇ ਜੇ ਖੰਨਾ ਜੀ ਗੱਲ ਕਰੀਏ, ਜਿੰਨਾ ਬਜਟ ਡਿਫੈਂਸ ਦਾ ਹੈਗਾ ਅਮਰੀਕਾ ਦੇ ਰਿਹਾ, ਕਿਉਂਕਿ ਜਿਹੜਾ ਪਾਕਿਸਤਾਨ ਉੱਥੇ ਤਾਂ ਇੰਨੀ ਮਹਿੰਗਾਈ ਇੰਨਾ ਕੁਛ ਹੋ ਰਿਹਾ, ਤੁਹਾਨੂੰ ਪਤਾ ਨਹੀਂ। ਉੱਥੇ 214 ਰੁਪਏ
ਪਰ ਲੀਟਰ ਤਾਂ ਤੇਲ ਹੀ ਹੈ, ਪੈਟਰੋਲ, ਤੇ 226 ਰੁਪਏ ਦੇ ਕਰੀਬ ਜਿਹੜਾ ਹੈਗਾ ਉਹ ਡੀਜ਼ਲ ਹੈ, ਔਰ ਆਟਾ ਜਿਹੜਾ ਉਹ 250 ਤੋਂ ਉੱਪਰ ਹੈਗਾ। ਔਰ ਤੁਸੀਂ ਜਾ ਕੇ ਕਿਤੇ ਲਿਸਟ ਪੜ੍ਹ ਕੇ ਦੇਖੋ, ਉਹਨਾਂ ਐਟਮ ਬੰਬ ਕੀ ਚਲਾਉਣਾ ਹੈਗਾ। ਉੱਥੇ ਤੇ ਗਰੀਬੀ ਨੇ ਨਾ ਉਹਨਾਂ ਨੂੰ ਗੁੱਥਮ ਗੁੱਥਾ ਕੀਤਾ, ਮਾੜੀ ਹਾਲਤ ਹੈ। ਟਮਾਟਰ ਲੈਣ ਲੱਗੇ ਜਾਂ ਸਬਜ਼ੀ ਤੁਸੀਂ ਖਰੀਦਣੀ, ਉਹ ਬਹੁਤ ਮਹਿੰਗੀ ਹੈਗੀ ਹੈ। ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਖਰੀਦਣੀਆਂ, ਉਹ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਨਹੀਂ ਕਰ ਸਕਦੇ। ਲੜਾਈ ਉਹਨਾਂ ਨੇ ਕੀ ਕਰਨਾ, ਫਿਜ਼ੀਕਲ ਤੌਰ 'ਤੇ ਭਾਵੇਂ ਤਕੜੇ ਗਏ। ਬਲੋਚਿਸਤਾਨ ਦਾ ਵੀ ਰੌਲਾ ਪੈ ਗਿਆ, ਉਹ ਵੀ ਅੱਡ ਹੋਣਾ ਚਾਹ ਰਿਹਾ। ਉਹਦੇ ਬਾਅਦ ਸਿੰਧ ਦਾ ਇਲਾਕਾ, ਉਹ ਵੀ ਇਸੇ ਤਰ੍ਹਾਂ ਦਾ ਕਰ ਰਿਹਾ। ਪਰ ਇਹਦੇ ਵਿੱਚ ਹੈਗਾ ਕਿ ਇਹਨਾਂ ਦੇ ਪਿੱਛੇ ਜ਼ਿਆਦਾਤਰ ਜਿਹੜੀ ਹੈਗੀ ਫੌਜੀ ਤਾਕਤ ਰਹੀ ਹੈ। ਜਿੰਨੇ ਵੀ ਜਨਰਲ ਰਹੇ ਅੱਜ ਤੱਕ, ਹੁਣ ਤੱਕ, ਉਹ ਸਾਰਿਆਂ ਨੇ ਐਜ ਏ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਰਮੀ ਦਾ ਪਿੱਛਾ ਪੂਰਿਆ। ਆਰਮੀ ਨੇ ਜਦੋਂ ਉੱਥੇ ਤਾਨਾਸ਼ਾਹੀ ਤਾਂ ਬਹੁਤ ਰਹੀ ਹੈ, ਜਿੰਨੀ ਡਿਕਟੇਟਰਸ਼ਿਪ ਪਾਕਿਸਤਾਨ 'ਚ ਰਹੀ ਹੈ ਜਾਂ ਹੋਰ ਮੁਸਲਿਮ ਕੰਟਰੀਆਂ 'ਚ ਰਹੀ ਹੈ, ਹਿਸਟਰੀ ਪੜ੍ਹ ਕੇ ਦੇਖੋ, ਇਹਨਾਂ ਕੰਟਰੀਆਂ 'ਚ ਆਰਮੀ ਜਿਹੜੀ ਆ ਉਸ ਵੇਲੇ ਮਾਰ ਧਾੜ ਕਰਕੇ ਪ੍ਰੈਜ਼ੀਡੈਂਟਸ਼ਿਪ ਕਰ ਲੈਂਦੀ ਆ। ਬਿਲਕੁਲ ਸਰ। ਮੁਸ਼ਰਫ ਨੇ ਵੀ ਇਹੀ ਕੰਮ ਕੀਤਾ ਸੀ। ਮੁਸ਼ਰਫ ਫੌਜੀ ਜਰਨੈਲ ਸੀਗਾ, ਉਹਨਾਂ ਨੇ ਤੋੜ ਫੋੜ ਖਾਣ ਕੇ ਤੇ ਪ੍ਰੈਜ਼ੀਡੈਂਟ ਬਣ ਗਿਆ। ਔਰ ਇਹ ਆਪ ਵੀ ਸ਼ਾਂਤੀ ਨਾਲ ਨਹੀਂ ਰਹਿੰਦੇ ਤੇ ਦੂਜੇ ਨੂੰ ਵੀ ਸ਼ਾਂਤੀ ਨਾਲ ਨਹੀਂ ਰਹਿਣ ਦੇਣਾ। ਹੁਣੇ ਇੱਕ ਐਲਾਨ ਹੋਇਆ ਸੀ ਇਹਨਾਂ ਦਾ, ਸ਼ਹਿਬਾਜ਼ ਸ਼ਰੀਫ ਨੇ ਕਿਹਾ ਸੀ ਮੋਦੀ ਸਾਹਿਬ ਨੂੰ ਕਿ ਜੇ ਤੁਸੀਂ ਮੇਰੇ ਨਾਲ ਗੱਲ ਕਰੋਗੇ, ਆਪਾਂ ਦੋਨੇ ਹਮ ਰੁਤਬਾ ਹੈਗੇ ਹਾਂ, ਔਰ ਤੁਸੀਂ ਵੀ ਹਿੰਦੁਸਤਾਨ ਦੇ ਚੀਫ ਜੇ ਔਰ ਮੈਂ ਵੀ ਹੈਡ ਹਾਂ, ਕਿਉਂ ਨਾ ਆਪਾਂ ਗੱਲ ਕਰ ਲਈ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਮੁੱਦਾ ਭੁੱਲੋਗੇ JNK ਦਾ, ਜਿਹੜਾ ਇਹ ਮੁੱਦਾ ਅੱਗੇ ਨਹੀਂ ਲਿਆਓਗੇ, ਬਾਕੀ ਆਪਾਂ ਸ਼ਾਂਤੀ ਬਹਾਲ ਕਰੀਏ। ਜਿਹੜੇ ਥੋੜ੍ਹੇ ਬਹੁਤ ਹਮਲੇ ਹੋ ਰਹੇ ਆ, ਮਰਦੇ ਆ ਲੋਕ, ਉਹਨਾਂ ਵਿੱਚ ਆਪਾਂ ਇਹਨਾਂ ਨੂੰ ਰੋਕੀਏ। ਪਰ ਅਜੇ ਤੱਕ ਨਹੀਂ। ਜਿੱਥੇ ਵੀ ਹੋਏ, ਇੱਕ ਵਾਰੀ ਆਪਣੇ 46 ਮੁੰਡੇ ਤਾਂ ਮਾਰ ਹੀ ਦਿੱਤੇ ਨੇ ਬਾਲਟਿਕ ਦੇ ਏਰੀਏ 'ਚ, ਜਦੋਂ ਚਲਦੀ ਕਾਨਵਾਈ ਮਾਰ ਦਿੱਤੀ ਸੀ। ਇਸ ਤਰ੍ਹਾਂ ਦਾ ਗੁਫੀਆ ਲੁੱਕ ਕੇ ਵਾਰ ਕਰਦੇ ਆ, ਔਰ ਉਸੇ ਵਾਰ ਦੇ ਪਿੱਛੇ ਇੰਨੇ ਹਿੰਦੁਸਤਾਨ ਦੇ ਲੋਕ ਮਾਰੇ ਜਾਂਦੇ, ਇੰਨਾ ਕੁਛ ਹੁੰਦਾ। ਚਾਹੇ ਜਿੱਦਾਂ ਤੁਸੀਂ ਜ਼ਿਕਰ ਕੀਤਾ 65 ਦੀ ਜੰਗ ਸੀ, ਉਹ ਗਈ ਆ, 71 ਦੀ ਜੰਗ ਲੜੀ ਆ, ਪਰ ਉਹਦੇ ਵਿੱਚ ਵੀ ਇਹਨਾਂ ਨੂੰ ਮੂੰਹ ਦਿਖਾਉਣੀ ਪਈ, ਉਹਦੇ ਵਿੱਚ ਵੀ ਇਹਨਾਂ ਨੇ ਹਾਰ ਦਾ ਮੂੰਹ ਵੇਖਣਾ ਪਿਆ। 71 'ਚ ਬੰਗਲਾਦੇਸ਼ ਇਹਨਾਂ ਦਾ ਵੱਖਰਾ ਹੋ ਗਿਆ। ਇਹ ਸਿਆਸਤ ਜਿਹੜੀ ਹੈ ਅਜੇ ਤੱਕ ਇਹਨਾਂ ਕੋਲ ਨਹੀਂ ਸੰਭਾਲੀ ਜਾ ਰਹੀ, ਬਿਕਾਜ਼ ਆਫ ਦਿਸ ਕਿ ਇਹਨਾਂ ਦੀ ਆਰਮੀ ਓਵਰ ਪਾਵਰ ਹੈ। ਆਰਮੀ ਦੇ ਜਨਰਲ ਇਹਨਾਂ 'ਤੇ ਰਾਜ ਕਰਦੇ ਆ। ਐਕਚੁਅਲੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠੇ ਆਜ਼ਾਦ ਹੋਏ ਨੇ, ਇੰਡੀਆ ਨੇ ਤਾਂ 1949 ਦੇ ਵਿੱਚ ਆਪਣਾ ਸੰਵਿਧਾਨ ਪਹਿਲਾਂ ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀ, 50 ਦੇ ਵਿੱਚ ਤੇ ਲਾਗੂ ਵੀ ਕਰ ਲਿਆ। ਆਪਾਂ 2-3 ਦਿਨ ਪਹਿਲਾਂ ਹੀ ਮਨਾਇਆ 26 ਜਨਵਰੀ ਨੂੰ। ਇਹਨਾਂ ਦਾ ਸੰਵਿਧਾਨ 10 ਸਾਲ ਤੱਕ ਨਹੀਂ ਬਣਿਆ ਤਕਰੀਬਨ। ਤਾਂ ਫਿਰ ਉਹ ਆਰਮੀ ਨੂੰ ਪੂਰੀ ਖੁੱਲ੍ਹ ਮਿਲ ਗਈ ਆਪਣੀ ਮਰਜ਼ੀ ਕਰਨ ਦੀ। ਤਾਂ ਫਿਰ ਆਰਮੀ ਬਾਰ-ਬਾਰ ਕੈਪਚਰ ਕਰਦੀ ਰਹੀ ਹੈ, ਤਾਨਾਸ਼ਾਹ ਚੱਲਦੇ ਰਹੇ, ਔਰ ਉਹਨਾਂ ਨੇ ਪ੍ਰੋਕਸੀ ਵਾਰ ਲੜਨੀ ਸ਼ੁਰੂ ਕਰ ਦਿੱਤੀ ਕਿ ਅੱਤਵਾਦੀਆਂ ਦੇ ਜ਼ਰੀਏ ਭਾਰਤ ਦੇ ਨਾਲ ਪੰਗੇਬਾਜ਼ੀ ਰੱਖੋ। ਹੁਣ ਮੁੱਦਾ ਇਹ ਹੈ ਕਿ ਮੁੱਦਾ ਹੈ ਕੀ? ਮੁੱਦਾ ਕਸ਼ਮੀਰ ਦਾ। ਉਹ ਕਹਿੰਦੇ ਨੇ ਕਸ਼ਮੀਰ ਸਾਨੂੰ ਚਾਹੀਦਾ, ਠੀਕ ਹੈ ਨਾ, ਜਦਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ। ਬਲਕਿ ਇਹ ਵੀ ਮਤਲਬ ਕੋਈ ਸਿਆਸਤ ਦਾ ਕੋਈ ਲੈਵਲ ਨਹੀਂ ਸੀਗਾ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਹੈ, ਪੰਜਾਬ ਵੰਡਿਆ ਗਿਆ ਦੋ ਹਿੱਸਿਆਂ ਦੇ ਵਿੱਚ, ਕੋਈ ਲੈਵਲ ਨਹੀਂ ਸੀਗਾ। ਇਹ ਵੀ ਕੁਝ ਆਪਣੇ ਪਰਸਨਲ ਇੰਟਰਸਟ ਸੀਗੇ। ਹਮੇਸ਼ਾ ਪਰਸਨਲ ਇੰਟਰਸਟ ਹੁੰਦੇ ਨੇ, ਲੋਕ ਤਾਂ ਕਦੀ ਵੀ ਇਸ ਹੱਕ 'ਚੋਂ ਨਹੀਂ ਹੁੰਦੇ, ਇਹ ਸਿਆਸਤ ਦੇ ਪਰਸਨਲ ਇੰਟਰਸਟ ਹੁੰਦੇ ਆ ਜੋ ਇਹ ਸਭ ਹੋਇਆ। ਔਰ ਹੁਣ ਤੱਕ ਇਹ ਖਹਿਬਾਜ਼ੀ ਚੱਲਦੀ ਪਈ ਹੈ। ਸੋ ਇਹ ਪਰਮਾਣੂ ਬੰਬ ਵਾਲੀ ਤਾਂ ਕੋਈ ਗੱਲ ਲੱਗਦੀ ਨਹੀਂ, ਪਰ ਫਿਰ ਵੀ ਉਹਨਾਂ ਦੀ ਖੈਰ ਕੋਈ ਰਿਪੋਰਟ ਹੋਏਗੀ, ਪਰ ਜੋ ਵੀ ਹੈ ਸ਼ਾਂਤੀ ਸਥਾਪਨਾ ਹੋਣੀ ਚਾਹੀਦੀ ਹੈ। ਵੈਸੇ ਇਹ ਗੱਲ ਜਿਹੜੀ ਪਰਮਾਣੂ ਬੰਬ ਦੀ ਹੈ 2019 ਦੀ ਹੈ ਜੀ। 19 ਦੇ ਵਿੱਚ ਇਹਨਾਂ ਨੇ ਕਿਤਾਬ ਵੀ ਲਿਖੀ, ਮਾਈਕ ਨੇ ਆਪਣੀ ਕਿਤਾਬ ਵੀ ਲਿਖੀ ਹੈ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ 1 ਇੰਚ ਵੀ ਨਹੀਂ ਦੇਵਾਂਗੇ ਜ਼ਮੀਨ ਕਿਸੇ ਨੂੰ ਜਿਹੜੀ ਦੇਣੀ ਆ। ਪਰ ਪ੍ਰੋਬਲਮ ਕਿੱਥੇ ਰਹੀ ਹੈ? 370 ਆਰਟੀਕਲ ਜਿਹੜਾ ਉੱਥੇ ਲਾ ਕਸ਼ਮੀਰ ਦੇ ਵਿੱਚ, ਕਸ਼ਮੀਰ ਦਾ, ਉਹ ਹੁਣ ਮੋਦੀ ਸਰਕਾਰ ਨੇ ਤੁਹਾਨੂੰ ਖਤਮ ਕਰ ਦਿੱਤਾ। ਉਦੋਂ ਉਹ ਜਿਹੜਾ ਫਾਇਦਾ ਲੈ ਰਹੇ ਸੀ ਕਿ ਪਾਕਿਸਤਾਨ ਦੇ ਤੇ ਜਾਂ ਜਿਹੜੇ ਮਕਬੂਜ਼ਾ ਕਸ਼ਮੀਰ ਆ ਜਾਂ ਜਿਹੜੇ ਉੱਥੇ ਮੁਸਲਿਮ ਜਿਹੜੇ ਬੈਠੇ ਨੇ ਉਹ ਕਮਿਊਨਿਟੀ ਦੇ ਇਹ ਫਾਇਦਾ ਲੈ ਰਹੇ ਸੀਗੇ। ਪਰ ਜਦੋਂ ਇਹਨਾਂ ਨੇ ਖਤਮ ਕਰਤਾ, ਖਤਮ ਕਰਨ ਨਾਲ ਮਤਲਬ ਉਹਨਾਂ ਨੂੰ ਯੂਟੀ ਬਣਾਉਣ ਨਾਲ ਇਹਨਾਂ ਨੇ ਕਹਿਤਾ ਕਿ ਐਂਟਰੀ ਹੈ ਬਾਕੀ ਲੋਕਾਂ ਦੀ ਵੀ, ਉਹ ਇੱਥੇ ਆ ਜਾ ਸਕਦੇ। ਐਕਚੁਅਲੀ ਪਹਿਲਾਂ ਉੱਥੇ ਸੀਗਾ ਸਾਰਾ ਸੈਪਰੇਟ ਕੰਟਰੀ, ਉਹਦੇ 'ਚ ਪਹਿਲਾਂ ਕਿਹਾ ਸੀ ਪਲੈਬੀਸਾਈਡ ਕਰਾ ਲਈਏ। ਪਲੈਬੀਸਾਈਡ ਜੇ ਕਰਾਉਂਦੇ, ਜਨਮਤ ਸੰਗ੍ਰਹਿ ਹੁੰਦਾ, ਉਹਦੇ ਜੇ ਕਰਾਉਂਦੇ ਤਾਂ ਸਾਰੇ ਲੋਕ ਪਾਕਿਸਤਾਨ ਨਾਲ ਜਾ ਜੁੜਨੇ ਸੀ। ਇਹਨਾਂ ਨੇ ਕਿਹਾ ਦੋ ਦੇਸ਼ਾਂ 'ਚ ਵੇਹਨੇ ਆ ਪਲੈਬੀਸਾਈਡ ਕਰਾਉਣ ਨਾਲ ਕੌਣ ਕਿੱਧਰ ਰਹਿੰਦਾ ਅਤੇ ਕੌਣ ਕਿਸ ਪਾਸੇ ਹੈਗਾ। ਫਿਰ ਰੋਕਿਆ ਇਹਨਾਂ ਨੇ। ਰੋਕਣ ਤੋਂ ਬਾਅਦ ਇਸ ਵੇਲੇ ਪ੍ਰੋਬਲਮ ਇਹਨਾਂ ਨੂੰ ਹੈਗੀ ਮੋਦੀ ਸਾਹਿਬ ਨਾਲ, ਅਤੇ ਇਹਨਾਂ ਦੇ ਜੋ ਰਵੱਈਆ ਹੈਗਾ, ਜਿਹੜੇ ਇਸ ਵੇਲੇ ਇਹਦੇ ਚੀਫ ਏਅਰ ਮਾਰਸ਼ਲ ਨੇ ਜਿਹੜੇ ਏਅਰ ਫੋਰਸ ਦੇ ਆ, ਉਹਨਾਂ ਨੇ ਕਿਹਾ ਕਿ ਸਾਡੇ ਲਈ ਸਭ ਤੋਂ, ਜਦੋਂ ਅਸੀਂ ਉਹ ਸਾਬਕਾ ਹੈਗੇ, ਉਹਨਾਂ ਨੇ ਕਿਹਾ ਸਭ ਤੋਂ ਵੱਡਾ ਰਵੱਈਆ ਸਾਡਾ ਮਨਮੋਹਨ ਜੀ ਦੇ ਟਾਈਮ 'ਤੇ ਰਿਹਾ, ਜਦੋਂ ਇਹ ਪੰਜਾਬ ਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸੀ। ਉਹਨਾਂ ਦੀ ਉਹਨਾਂ ਨੇ ਬੜੀ ਤਾਰੀਫ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਉਹ ਤੋਂ ਬਾਅਦ ਸਾਡੇ ਹਾਲਾਤ ਵਿਗੜਦੇ ਗਏ। 370 ਆਰਟੀਕਲ ਨੂੰ ਅਬੋਲਿਸ਼ ਕਰਨ ਵਾਲੇ ਇਹਨਾਂ ਨੇ ਕਹਿਤਾ ਕਿ ਸਾਡੇ ਜਿਹੜੀ ਉਹ ਗੜਬੜ ਹੋ ਗਈ, ਇਹਦੇ ਵਿੱਚ ਉਹਨਾਂ ਦੇ ਹੱਕ ਹਕੂਕ ਖੋਹ ਲੈ ਗਏ ਆ, ਖੋਹਣ ਨਾਲ ਉਹ ਹੁਣ ਵੱਖਰੇ ਹੋ ਗਏ। ਬੇਸਿਕਲੀ ਉੱਥੇ ਮੁਸਲਿਮ ਜਿਹੜੀ ਕਮਿਊਨਿਟੀ ਉਹ ਡੋਮੀਨੇਟਿੰਗ ਹੈਗੀ ਆ।
1990 ਤੋਂ ਜਿੰਨੇ ਉੱਥੇ ਸ਼ਿਫਟ ਹੋ ਗਏ, ਜਿੰਨੇ ਹਿੰਦੂ ਕਮਿਊਨਿਟੀ ਦੇ ਵਿਚਾਰੇ ਇੱਧਰ ਆ ਗਏ ਇੰਡੀਆ ਤੇ ਦੂਸਰੇ ਪਾਸੇ ਆ ਗਏ, ਉਹਨਾਂ ਨੂੰ ਇਹਨਾਂ ਨੇ ਜੌਬ ਦਿੱਤੀ, ਉਹਨਾਂ ਨੂੰ ਘਰ-ਬਾਰ ਦਿੱਤੇ, ਬੜਾ ਕੁਝ ਦਿੱਤਾ। ਕਈ ਵਾਰੀ ਲੁੱਟ-ਪਾਟ ਹੋਈ ਆ। ਐਕਚੁਅਲੀ ਮਕਬੂਜ਼ਾ ਕਸ਼ਮੀਰ ਜਿਹੜਾ ਬੜੀ ਦੇਰ ਤੋਂ ਇਹਨਾਂ ਨੇ ਕਬਜ਼ਾ ਦੇ ਆਪਣੇ ਵਿੱਚ ਕੀਤਾ, ਜਿਹਦੇ ਵਿੱਚ ਬਲੋਚ ਹੈ, ਸਿੰਧੀ ਆ, ਪਠਾਨ ਆ, ਉਹਦੇ ਸਾਰੀਆਂ ਲੋਕ ਇਕੱਠੇ ਹੋ ਕੇ ਬੈਠੇ ਹੁੰਦੇ। ਔਰ ਇਹਦੇ ਵਿੱਚ ਇਹ ਹਾਲਾਤ ਈਵਨ ਇੰਨਾ ਹੈਗਾ ਕਿ ਵਾਰੀ 15 ਅਗਸਤ 26 ਜਨਵਰੀ ਨਹੀਂ ਮਨਾਉਂਦੇ ਉੱਥੇ, ਝੰਡਾ ਨਹੀਂ ਸੀ ਚੜ੍ਹਦਾ ਉਦੋਂ ਤੱਕ। ਇਹਦਾ ਮਤਲਬ ਇਹ ਸੈਪਰੇਟ ਕੰਟਰੀ ਸੀ, ਇਹਨਾਂ ਨੂੰ ਆਪਣੀ ਸੌਵਰਨਟੀ ਲਈ ਸੀ, ਇਹਨਾਂ ਨੇ ਪ੍ਰਭੂਸੱਤਾ ਲਈ ਸੀ, ਸੰਵਿਧਾਨ ਵੱਖਰਾ ਸੀ ਬਸ ਬਿਲਕੁਲ, ਜਿਹੜਾ ਤੁਸੀਂ ਹੁਣ ਵੀ ਜ਼ਿਕਰ ਕੀਤਾ ਇਸੇ ਕਰਕੇ ਰਿਹਾ। ਇਹਨਾਂ ਸੰਵਿਧਾਨ ਨੂੰ ਤਾਂ ਇਹਨਾਂ ਪੱਲੇ ਬੰਨੇ ਨਹੀਂ। ਇਹਨਾਂ ਨੇ ਉਸੇ ਗੱਲ ਕਿਹਾ ਕਿ ਸਾਡੇ ਜਿਹੜੇ ਕਾਇਦੇ ਆਜ਼ਮ ਜੀ ਨੇ ਜੋ ਕਹਿਤਾ, ਜੋ ਮਹਾਤਮਾ ਗਾਂਧੀ ਦੇ ਟਾਈਮ 'ਤੇ ਹੋਇਆ, ਅਸੀਂ ਇਹਨਾਂ ਦੇ ਨਾਲ ਹੈਗੇ ਹਾਂ। ਔਰ ਪਤਾ ਸਹੂਲਤਾਂ ਇੱਥੋਂ ਲੈਂਦੇ ਸੀ। ਇੱਕ ਤੁਹਾਨੂੰ ਪਤਾ ਹੋਣਾ ਚਾਹੀਦਾ, ਨੌਕਰੀਆਂ ਉੱਥੇ ਬਹੁਤ ਜ਼ਿਆਦਾ ਹੈਗੀਆਂ। ਦੂਜਾ ਨੰਬਰ ਹੈਗਾ ਕਿ ਉੱਥੇ ਮਹਿੰਗਾਈ ਇੰਨੀ ਨਹੀਂ ਹੈਗੀ ਜਿੰਨਾ ਇੰਡੀਆ 'ਚ ਹੈਗੀ। ਤੁਹਾਨੂੰ ਆਟਾ ਉੱਥੇ ਸਸਤਾ, ਤੁਹਾਨੂੰ ਉੱਥੇ ਖੰਡ ਸਸਤੀ ਆ, ਗੁੜ ਸਸਤਾ, ਉੱਥੇ ਜੋ ਰੋਜ਼ ਚੀਜ਼ਾਂ, ਤੇਲ ਬਹੁਤ ਸਸਤਾ ਨਿਸਬਤ ਇਸ ਪੰਜਾਬ ਦੇ ਜਾਂ ਹਿੰਦੁਸਤਾਨ ਦੇ। ਇਹਨਾਂ ਨੇ ਸਰਕਾਰ ਨੇ ਕਿਹਾ ਕਿ ਕਿਤੇ ਸਾਡੇ ਹੱਥੋਂ ਨਾ ਖੁੱਸ ਜੇ। ਇਹ ਮਾਮਲਾ ਬੜੀ ਦੇਰ ਲਟਕਦਾ ਰਿਹਾ, ਪਰ ਮੋਦੀ ਸਰਕਾਰ ਨੇ ਆਹ ਕੰਮ ਵਧੀਆ ਕੀਤਾ। 370 ਆਰਟੀਕਲ ਜਿਹੜਾ ਅਬੋਲਿਸ਼ ਕਰ ਦਿੱਤਾ। ਇਹਦੇ ਨਾਲ ਬਹੁਤ ਕੁਝ ਖੁੱਲ੍ਹ ਹੋ ਗਈ ਲੋਕਾਂ ਦੇ ਆਉਣ ਜਾਣ ਦੀ। ਹਾਲਾਂਕਿ ਤੁਹਾਨੂੰ ਤਾਂ ਦੇਸ਼ ਦਾ ਸਵਿਟਜ਼ਰਲੈਂਡ ਆਉਂਦੇ, ਇੰਨਾ ਖੂਬਸੂਰਤ ਧਰਤੀ ਹੈ, ਇੰਨੇ ਫੁੱਲ ਨੇ। ਸਾਡੀ ਜਿਹੜੀ ਉਹ ਨੀਲਮ ਘਾਟੀ ਹੈ ਨਾ, ਜੋ ਇਸ ਵਕਤ ਪਾਕਿਸਤਾਨ ਦੇ ਕਬਜ਼ੇ 'ਚ ਹੈ, ਉਹ ਬੜਾ ਖੂਬਸੂਰਤ ਇਲਾਕਾ ਹੈ, ਬਹੁਤ ਹਿਮਾਲਿਆਜ਼ ਦਾ ਬਹੁਤ ਦੇਖਣ ਵਾਲਾ ਹੈ। ਬਿਲਕੁਲ ਲੱਗਦਾ ਕਿ ਪਰ ਅਸੀਂ ਉੱਥੇ ਸਵਰਗ ਜਾ ਨਹੀਂ ਸਕਦੇ, ਕਿਉਂਕਿ ਉਹ ਵੀਡੀਓਜ਼ ਹੀ ਆਉਂਦੀਆਂ ਨੇ ਜਿਹੜੀਆਂ YouTube ਤੇ ਅਸੀਂ ਦੇਖਦੇ ਹਾਂ। ਨੀਲਮ ਘਾਟੀ ਬੜੀ ਜ਼ਬਰਦਸਤ, ਔਰ ਉਹ ਇਸ ਵਕਤ ਪਾਕਿਸਤਾਨ ਦੇ ਵਿੱਚ ਹੈ, ਭਾਰਤ ਦੇ ਵਿੱਚ ਨਹੀਂ ਹੈਗੀ। ਉਹਦਾ ਵੀ ਝਗੜਾ ਚੱਲਦਾ। श्रीनगर ਦਾ ਏਰੀਆ ਦੇਖ ਲਓ, ਬੜਾ ਖੂਬਸੂਰਤ ਏਰੀਆ ਸਾਰਾ ਜੀ, ਬਿਊਟੀ ਹੈ ਬਿਲਕੁਲ। ਸਵਰਗ ਕਿਤੇ ਹੈ ਤੇ ਕਸ਼ਮੀਰ ਲੱਗਦਾ ਨਹੀਂ ਕਿ ਇੰਡੀਆ, ਲੱਗਦਾ ਕਿਸੇ ਹੋਰ ਕੰਟਰੀ 'ਚ ਆ ਗਿਆ। ਬਿਲਕੁਲ ਸਹੀ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਅਮਰੀਕਾ ਤੋਂ ਇਹ ਹੈ ਕਿ ਲਾਅ ਡਿਪਾਰਟਮੈਂਟ ਵੱਲੋਂ ਗੂਗਲ ਤੇ ਵਿਗਿਆਪਨ ਇਸ਼ਤਿਹਾਰ ਦੇਣ ਖਿਲਾਫ 140 ਪੇਜ ਦੀ ਸ਼ਿਕਾਇਤ ਦਰਜ ਕਰਕੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਗਿਆ। ਇਹ ਕੀ ਮਾਮਲਾ ਹੈ? ਇਹ ਮਾਮਲਾ ਇਹ ਹੈਗਾ ਕਿ ਇਹਨਾਂ ਨੇ ਕਿਹਾ ਕਿ ਜਿਹੜੀਆਂ ਡਿਜੀਟਲ ਦੇ ਤੌਰ 'ਤੇ ਜਿਹੜੀਆਂ ਆਨਲਾਈਨ ਦੇ ਰਹੇ ਨੇ, ਉਹਦੇ ਵਿੱਚ ਇਹ ਕੰਪਨੀਆਂ ਪ੍ਰਾਈਵੇਟ ਆ ਕੇ ਉਹ ਜਿਹੜੀਆਂ ਇਸ਼ਤਿਹਾਰ ਦੇ ਰਿਹਾ, ਇਸ਼ਤਿਹਾਰ ਦੇ ਕੇ ਤੇ ਇਹ 8 ਸੂਬਿਆਂ 'ਚ ਉਹਨਾਂ ਨੇ ਦੇਖਿਆ, ਜਿਹੜੇ ਅਮਰੀਕਾ ਦੇ ਸਟੇਟ ਆ, ਉੱਥੇ ਪ੍ਰਚਾਰਨ ਸ਼ੁਰੂ ਹੋ ਗਿਆ। ਇਹਨਾਂ ਨੇ ਹੁਣ ਰੋਕ ਲਾਤੀ। ਉੱਥੇ ਕੁਝ ਪੇਜ ਦੀ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰਾਤੀ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੰਪਨੀਆਂ ਫਾਇਦਾ ਇਹ ਲੈ ਰਹੀਆਂ, ਉਹਦੇ ਵਿੱਚ ਸਾਰਿਆਂ ਤੋਂ ਕੋਈ ਇਹਦੇ 'ਚ ਆਇਆ ਨਹੀਂ, ਇਹਦੇ 'ਚ ਕੋਈ ਬੈਨੀਫਿਟ। ਔਰ ਉਸ ਬੈਨੀਫਿਟ ਨੂੰ ਇਹਨਾਂ ਨੇ ਕਰਾਉਣ ਲਈ ਇਮੀਡੀਏਟ ਇਹਨਾਂ ਨੇ ਇੱਕ ਸ਼ਿਕਾਇਤ ਦਰਜ ਕਰਾ ਦਿੱਤੀ ਆ ਗੂਗਲਸ ਦੇ ਅਗੇਂਸਟ। ਉਹਨਾਂ ਨੂੰ ਕਹਿਤਾ ਕਿ ਇਹ ਇਕੱਲਾ ਮਨਮਾਨੀਆਂ ਕਰ ਰਿਹਾ। ਇਹ ਮਨਮਾਨੀ ਇਸ ਕਰਕੇ ਕਰ ਰਿਹਾ ਕਿ ਆਪਣੇ ਤਰੀਕੇ ਨਾਲ ਵਰਤ ਰਿਹਾ। ਇਹਦੇ 'ਚ ਕੰਪਨੀਆਂ ਜਿਹੜੀਆਂ ਐਕਸਪਲਾਇਟ ਹੋ ਰਹੀਆਂ, ਉਹਦੇ 'ਚ ਪੈਸਾ ਇਹ ਖਾ ਰਹੇ ਆ ਅਤੇ ਸਾਰਾ ਕੁਛ ਹੈਗਾ, ਜਿਹਦੇ ਵਿੱਚ ਸਟੇਟ ਦਾ ਕੋਈ ਇਹਦੇ 'ਚ ਲੈਣਾ ਦੇਣਾ ਨਹੀਂਗਾ। ਉਹਨਾਂ ਨੇ ਕਿਹਾ ਕਿ ਬਾਕੀ 8 ਸਟੇਟ ਜਿਹੜੀਆਂ ਹੈਗੀਆਂ, ਇਹ ਕੰਪਨੀਆਂ ਉਹ ਪ੍ਰਾਈਵੇਟ ਤੌਰ 'ਤੇ ਉਹਨਾਂ ਦੀ ਐਡਵਰਟਾਈਜ਼ਮੈਂਟ ਕਰ ਰਹੀਆਂ, ਉਹਦੇ 'ਚ ਕਿਸੇ ਦਾ ਹਿੱਸਾ ਨਹੀਂ, ਕੁਛ ਨਹੀਂ ਹੈ, ਇਕੱਲੇ ਖਾ ਰਹੇ ਆ, ਸਾਰਾ ਕੁਛ ਹੋ ਰਿਹਾ। ਅਮਰੀਕਾ ਦੇ ਬਾਕੀ ਜਿਹੜੇ ਇਹ ਲਾਅ ਡਿਪਾਰਟਮੈਂਟ ਨੇ ਕੀਤਾ, ਲਾਅ ਡਿਪਾਰਟਮੈਂਟ ਨੇ ਉਹਨਾਂ ਦੇ ਅਗੇਂਸਟ ਸਾਰਾ ਕੁਛ ਸ਼ਿਕਾਇਤ ਦਰਜ ਕਰਾਤੀ ਹੈ। ਹੁਣ ਇਹ ਦੇਖੋ ਕਿ ਅਗਲੀ ਕੰਪਨੀਆਂ ਕੀ ਕਰਦੀਆਂ ਔਰ ਗੂਗਲਸ ਦੇ ਜਿਹੜੇ ਇੰਚਾਰਜ ਨੇ ਜਾਂ ਜਿਹੜੇ ਉਹਦੇ ਇੰਪਲਾਈ ਉਹ ਕੀ ਕਰਦੇ ਆ। ਬੇਸਿਕਲੀ ਉਹਨਾਂ ਵੀ ਬੜੇ ਇੰਪਲਾਈ ਵਿੱਚੋਂ ਡਿਸਕਾਰਡ ਕਰਦੇ, ਬਹੁਤ ਕੱਢ ਦਿੱਤੇ ਆ। ਉਹ ਇਸ ਕਰਕੇ ਕੰਮ ਘੱਟ ਗਿਆ। ਕੰਮ ਘਟਣ ਨਾਲ ਉਹਨਾਂ ਨੇ ਕਹਿਤਾ ਵੀ ਅਨਪਲਾਇਡ ਹੋ ਗਿਆ, ਇਹਨਾਂ ਨੂੰ ਤਨਖਾਹ ਨਾ ਦੇਣੀ ਪਵੇ ਜਿਹੜੇ ਕੰਮ ਕਰ ਰਹੇ ਉੱਥੇ। ਔਰ ਉਹਨਾਂ ਨੂੰ ਬਾਹਰੋਂ ਕੰਪਨੀ ਤੋਂ ਪੈਸਾ ਤਾਂ ਆ ਰਿਹਾ ਸੀ, ਉਸ ਪੈਸੇ ਨੂੰ ਅਜਾਈਂ ਤੌਰ 'ਤੇ ਜਿਹੜਾ ਸੀ ਉਹ ਵਰਤ ਰਿਹਾ ਸੀ ਅਤੇ ਦੂਜੀਆਂ ਜਿਹੜੀਆਂ ਸਟੇਟ ਸੀ ਉਹਨਾਂ ਦਾ ਕੋਈ ਇਨਵੋਲਵਮੈਂਟ ਨਹੀਂ ਸੀ। ਇਹਨਾਂ ਨੇ ਕਹਿਤਾ ਹੁਣ ਸ਼ਿਕਾਇਤ ਦਰਜ ਕਰ ਦਿੱਤੀ ਹੈ। ਹੁਣ ਵੇਖੋ ਕਿਸ ਭਾਤੁਲ ਦੀ ਕੀ ਕਰਦੇ ਹੈਗੇ, ਪਰ ਇਹ ਉਹਨਾਂ ਦੇ ਨੌਲੇਜ 'ਚ ਆ ਗਈ ਗੱਲ। ਓਕੇ, ਚਲੋ ਜੋ ਵੀ ਹੈ ਕਮਰਸ਼ੀਅਲ ਵਰਡ ਹੈ ਜੀ, ਔਰ ਪੈਸੇ ਦੀ ਸਾਰੀ ਖੇਡ ਹੈ। ਔਰ ਵਿਗਿਆਪਨ ਤੇ ਇਸ਼ਤਿਹਾਰ ਉਹੀ ਗੱਲ, ਵਿਗਿਆਪਨ ਪੈਸੇ ਦਾ ਕੀ ਬਣਦਾ ਕਮਰਸ਼ੀਅਲ ਹੈ ਬਸ। ਸੋ ਅੱਗੇ ਆਪਾਂ ਚੱਲਦੇ ਹਾਂ ਜੀ। BBC ਦਸਤਾਵੇਜ਼ੀ ਫਿਲਮ ਵਿਖਾਏ ਜਾਣ ਤੇ ਪਾਬੰਦੀਆਂ ਤਾਂ ਲੱਗੀਆਂ ਨੇ, ਪਰ 2 ਯੂਨੀਵਰਸਿਟੀਆਂ ਨੇ ਭਾਰਤ ਦੇ ਵਿੱਚ, ਜਾਮੀਆ ਮਿਲੀਆ ਇਸਲਾਮੀਆ ਤੇ ਇੱਕ ਹੋਰ ਯੂਨੀਵਰਸਿਟੀ ਹੈ ਜਿੱਥੇ ਜਵਾਹਰ ਲਾਲ JNU ਦੇ ਵਿੱਚ ਵੀ ਕਾਫੀ ਰਹਿੰਦਾ ਹੈ, ਕਿਉਂਕਿ ਉਹ ਸਾਰੇ ਖੱਬੇ ਪੱਖੀ ਉੱਥੇ ਜ਼ਿਆਦਾ ਵਿਚਾਰਧਾਰਾ ਹੈ। ਸੋਸ਼ਲਿਸਟ, ਕਮਿਊਨਿਸਟ, ਮਾਰਕਸਿਸਟ, ਇਹ ਜ਼ਿਆਦਾ ਵਿਚਾਰਧਾਰਾ ਹੈ। ਸੋ ਜਾਮੀਆ ਮਿਲੀਆ ਇਸਲਾਮੀਆ ਔਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੋਵਾਂ ਥਾਂ ਦੇ ਉੱਤੇ ਇਹ ਡਾਕੂਮੈਂਟਰੀ ਦਿਖਾਈ ਗਈ ਹੈ ਤੇ ਉੱਥੇ ਕੁਝ ਅਰੈਸਟ ਵੀ ਹੋਈਆਂ ਨੇ, ਕਿਉਂਕਿ ਇੰਡੀਆ ਦੇ ਵਿੱਚ ਬੈਨ ਹੈ ਇਹ ਡਾਕੂਮੈਂਟਰੀ। ਹਾਂ, ਅਸਲ 'ਚ ਜਿਹੜਾ ਪ੍ਰੋਵੋਕੇਸ਼ਨ ਕਰ ਲਈ ਜਾਂ ਬੱਚਿਆਂ ਨੂੰ ਭੜਕਾਉਣ ਲਈ ਜਾਂ ਉਹਨਾਂ ਨੂੰ ਅੱਗੇ ਲਾਉਣ ਲਈ ਯੂਨੀਵਰਸਿਟੀਆਂ 'ਚ ਖਾਸ ਤੌਰ 'ਤੇ ਇਹਦੀ ਸਕਰੀਨਿੰਗ ਹੋ ਗਈ ਹੈ। ਔਰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਇਹ ਖਾਸ ਤੌਰ 'ਤੇ ਚੱਲ ਰਿਹਾ। ਉੱਥੋਂ ਅਰੈਸਟ ਵੀ ਕਰ ਲਏ ਮੁੰਡੇ ਬਹੁਤ, ਜਿਹੜੇ ਸਕਰੀਨਿੰਗ ਕਰ ਰਹੇ ਸੀਗੇ। ਇਹ ਵੈਸੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਆ ਗਈ ਗੱਲ ਹੁਣ, ਕਿਉਂਕਿ ਉਹਨਾਂ ਨੇ ਬਹੁਤ ਪ੍ਰਦਰਸ਼ਨੀ ਕੀਤੀਆਂ, ਬਹੁਤ ਹੜਤਾਲ ਕੀਤੀਆਂ। ਔਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿਹੜੀ ਹੈ ਦਿੱਲੀ, ਉਹਦੇ ਵਿੱਚ ਵੀ ਇਹ ਰੌਲਾ ਪਿਆ, ਕਿਉਂਕਿ ਉੱਥੇ ਸਕਰੀਨਿੰਗ ਹੋਈ ਆ। ਜਦੋਂ ਸਕਰੀਨਿੰਗ ਹੁੰਦੀ ਹੈ ਤਾਂ ਮੁੰਡੇ ਦੇਖ ਕੇ ਰੌਲਾ ਪਾਉਂਦੇ ਆ, ਬੜਾ ਕੁਛ ਹੁੰਦੇ ਆ। ਐਕਚੁਅਲੀ ਜਿਹੜੀ ਇਹ 2002 ਦੇ ਵਿੱਚ ਗੋਧਰਾ
ਤੇ ਗੁਜਰਾਤ ਦੇ ਵਿੱਚ ਜੋ ਵਾਪਰਿਆ ਉਹਨੂੰ ਇਹਨਾਂ ਨੇ ਇਨ ਬਿਨ ਫਿਲਮਾਇਆ। ਜਦੋਂ ਗੱਡੀ ਦੇ ਵਿੱਚ ਉਹਨਾਂ ਨੇ ਸਾੜੇ ਦੇ ਘੱਟ ਗਿਣਤੀ ਦੇ ਜਿਹੜੇ ਲੋਕ ਨੇ ਉਹ ਸਾੜ ਕੇ ਮਾਰ ਦਿੱਤੇ, ਬੜਾ ਕੁਝ ਹੋਇਆ। ਉਸ ਸਾਰੇ ਏਰੀਏ ਨੂੰ ਔਰ ਸਾਰੇ ਇਹਨਾਂ ਦੀ ਜਿਹੜੀ ਉਹਦੇ ਪਿੱਛੇ ਕੀ ਸਾਜ਼ਿਸ਼ ਸੀ, ਕੀ ਕੁਛ ਹੋਇਆ, ਉਹਨੂੰ ਇਨ ਬਿਨ ਹੂ-ਬਹੂ ਉਹਨਾਂ ਨੇ ਫਿਲਮਾਇਆ, ਬੜਾ ਕੁਝ ਕੀਤਾ। ਹਾਲਾਂਕਿ ਕ੍ਰੀਏਟ ਕੀਤਾ ਸਾਰਾ ਕੁਛ ਹੈਗਾ, ਐਕਚੁਅਲੀ ਤਾਂ ਉਹ ਸ਼ਾਟ ਕੋਈ ਹੈ ਨਹੀਂ ਉਹ 'ਚ, ਕੋਈ ਇਸ ਤਰ੍ਹਾਂ ਦੀ ਬਸ ਸਕਰੀਨਿੰਗ ਜਦੋਂ ਹੁੰਦੀ ਇਹਦੀ ਵੇਂਦੇ ਇਹਨਾਂ ਨੇ ਬੈਨ ਕਰਤੀ। ਵੈਸੇ ਇਹਨਾਂ ਨੇ ਕਹਿਤਾ ਕਿ ਸਾਰਾ ਇੱਕ ਕੂੜ ਪ੍ਰਚਾਰ ਹੈ, ਪ੍ਰਾਪੇਕੰਡਾ ਸਾਡੇ ਅਗੇਂਸਟ। ਅਸੀਂ ਨਹੀਂ ਚਾਹੁੰਦੇ ਕਿ ਇਹਨੂੰ ਦੁਬਾਰਾ ਇੰਡੀਆ 'ਚ ਚਲਾ ਕੇ ਤੇ ਫਿਰ ਸ਼ੁਰੇਬਾਜ਼ੀ ਹੋਵੇ, ਫਿਰ ਲੋਕ ਮਰਨ। ਗੱਲ ਤਾਂ ਬੜੀ ਸਿਆਣੀ ਹੈ, ਅੱਛੀ ਗੱਲ ਆ। ਜੋ ਪਾਸਟ ਆ ਉਹ ਹੈਜ਼ ਗੋਨ ਵਿਦ ਵਿੰਡ, ਚਲੇ ਗਿਆ ਸਾਰਾ ਕੁਝ, ਪਰ ਜਿਹੜਾ ਫਿਊਚਰ ਆ ਉਹਨੂੰ ਤਾਂ ਬਚਾਉਣਾ ਚਾਹੀਦਾ ਨਾ। ਜਦੋਂ ਬੱਚਿਆਂ ਦੇ ਹੱਥ 'ਚ ਗੱਲ ਆ ਜਾਂਦੀ ਹੈ, ਨੌਜਵਾਨਾਂ ਦੇ ਹੱਥ 'ਚ ਗੱਲ ਆ ਜਾਂਦੀ ਹੈ, ਫਿਰ ਉਹਦਾ ਸਿੱਟਾ ਜਿਹੜਾ ਭਿਆਨਕ ਸਿੱਟਾ ਨਿਕਲਦਾ। ਇਹਨੂੰ ਹੁਣ ਰੋਕਣ ਲਈ ਮੋਦੀ ਸਰਕਾਰ ਨੇ ਬੈਨ ਕਰਤੀ ਹੈ। ਉਹਦੇ ਬੈਨ ਕਰਨ ਨਾਲ ਉਹ ਸਾਰਾ ਕੁਝ ਰੋਕ ਲਿਆ। ਇਹਦੇ ਨਾਲ ਉਹ ਇਹ ਤਾਂ ਡਾਕੂਮੈਂਟਰੀ ਹੈਗੀ ਆ ਪਠਾਨ ਫਿਲਮ ਜਿਹੜੀ ਆ ਸ਼ਾਹਰੁਖ ਖਾਨ ਦੀ, ਉਹਦੇ 'ਚ ਵੀ ਪ੍ਰਦਰਸ਼ਨੀਆਂ ਹੋ ਰਹੀਆਂ। ਹਾਲਾਂਕਿ ਉਹਨੂੰ ਹੰਗਾਰਾ ਦਿੱਤਾ ਲੋਕਾਂ ਨੇ, ਬੜਾ ਕੁਝ ਹੋਇਆ, ਪਰ ਉਹਦੇ 'ਚ ਅੰਦੌਰ, ਉਹਦੇ ਵਿੱਚ ਲਖਨਊ, ਉਹਦੇ ਵਿੱਚ ਹੋਰ ਏਰੀਆ ਜਿੱਥੇ ਉਹਦੇ ਪ੍ਰਦਰਸ਼ਨੀਆਂ ਹੋਈਆਂ ਔਰ ਮਾਰ ਧਾੜ ਹੋਈ ਆ, ਕੁੱਟ ਕਟਾਪਾ ਹੋਇਆ, ਬੜਾ ਕੁਝ ਹੋਇਆ। ਹਾਲਾਂਕਿ ਇਹਦੇ 'ਚ ਜਿਹੜਾ ਇਹਦਾ ਡਾਇਰੈਕਟਰ ਹੈ ਤੇ ਉਹਨਾਂ ਨੇ ਸਿਦਾਰਥ ਆਨੰਦ ਆ, ਉਹਨਾਂ ਨੇ ਡਾਇਰੈਕਟ ਕੀਤੀ ਫਿਲਮ। ਉਹਦੀਆਂ 5500 ਤੇ ਸਕਰੀਨਿੰਗ ਆਪਣੇ ਥੀਏਟਰ, ਉਹਨਾਂ ਨੇ 600 ਜਿਹੜੀ ਇਹਦੀਆਂ ਸਕਰੀਨਿੰਗ ਹੋਰ ਅੱਗੇ ਲੈ ਲਈਆਂ ਵੱਖਰੀਆਂ, ਫਿਰ ਹੋਰ ਇਹਨੂੰ ਕਰਾਂਗੇ ਕਿਉਂਕਿ ਲੋਕਾਂ ਦਾ ਜਿਹੜਾ ਰਿਐਕਸ਼ਨ ਬਹੁਤ ਅੱਛਾ ਹੋ ਗਿਆ। ਕਿਉਂਕਿ 2018 'ਚ ਇਹਨੇ ਜ਼ੀਰੋ ਫਿਲਮ ਜਿਹੜੀ ਕੀਤੀ ਰਿਲੀਜ਼ ਸੀ ਨਾ, ਉਦੋਂ ਬਾਅਦ ਇਹ ਫਿਰ 4-5 ਸਾਲ ਬਾਅਦ ਦੁਬਾਰਾ ਇਹਨਾਂ ਗੈਪ ਤੋਂ ਬਾਅਦ ਸ਼ਾਹਰੁਖ ਖਾਨ ਸਕਰੀਨ 'ਤੇ ਆਇਆ। ਔਰ ਇਹ 'ਚ ਪਾਦੂਕੋਣ ਵੀ ਆ, ਜੌਹਨ ਇਬਰਾਹਿਮੀ ਆ, ਹੋਰ ਵੀ ਅੱਛੇ ਹੈਗੇ ਆ। ਪਰ ਇਹਦੇ ਵਿੱਚ ਵੀ ਦੇਖ ਲਓ ਜੋ ਇੰਟਰਟੇਨਮੈਂਟ ਲਈ ਬਣੀ ਆ, ਜਿਹਦੇ ਵਿੱਚ ਪਿੱਛੇ ਲੋਕਾਂ ਦਾ ਕੋਈ ਇਸ ਵਿੱਚ ਮਨਸ਼ਾ ਨਹੀਂ ਗਾ ਕਿ ਇਹਦੇ ਵਿੱਚ ਲੋਕਾਂ ਨੂੰ ਮਾਰਨ ਧਾੜਨ ਦੀ ਕੋਈ ਗੱਲ ਹੈਗੀ ਆ, ਉਹਦੇ 'ਤੇ ਵੀ ਰੌਲਾ ਪੈ ਗਿਆ। ਗੱਲ ਇਹ ਹੈ ਨਾ ਕਿ ਪਠਾਨ ਫਿਲਮ ਦਾ ਤੇ ਉਹਦੀ ਸਟ੍ਰੈਟਜੀ ਡਿਫਰੈਂਟ ਰਹੀ ਹੈ ਕਿ ਜੇ ਇੰਡੀਆ 'ਚ ਨਾ ਚਲੀ ਤਾਂ ਵਿਦੇਸ਼ਾਂ 'ਚ, ਕਿਉਂਕਿ 2500 ਦੇ ਕਰੀਬ ਨੇ ਵਿਦੇਸ਼ਾਂ 'ਚ ਸਕਰੀਨਸ ਬੁੱਕ ਕੀਤੀਆਂ ਨੇ। ਟੋਟਲ ਕੁੱਲ ਮਿਲਾ ਕੇ 5-5.5 ਸਕਰੀਨ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ। ਤੇਲਗੂ 'ਚ ਵੀ ਹੈ ਨਾ, ਮਰਾਠੀ 'ਚ ਵੀ ਹੈ, ਕਈ ਭਾਸ਼ਾ ਦੂਜਿਆਂ 'ਚ ਵੀ ਟ੍ਰਾਂਸਲੇਟ ਹੋ ਗਈ। ਕਾਫੀ ਡਬਿੰਗ ਹੋਈ ਹੈ ਉਹਦੀ, ਕਾਫੀ ਚਰਚਾ 'ਚ ਵੀ ਰਹੀ ਹੈ। ਖੈਰ ਉਹ ਤੇ ਹੋਈ ਪਠਾਨ ਫਿਲਮ ਦੀ ਗੱਲ। ਹੁਣ ਜਿਹੜੀ BBC ਦੀ ਗੱਲ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਇਸ ਤਰ੍ਹਾਂ ਦੇ ਇਨਸੀਡੈਂਟਸ ਹੁੰਦੇ ਰਹੇ ਨੇ। 84 ਦੇ ਵਿੱਚ ਦਿੱਲੀ ਦੇ ਵਿੱਚ ਵੀ ਹੋਇਆ, ਜੈਨੋਸਾਈਡ ਹੋਇਆ ਜੋ ਸਿੱਖਸ ਦੇ ਖਿਲਾਫ ਹੋਇਆ। ਔਰ ਇੱਦਾਂ ਇਹ ਗੋਧਰਾ ਕਾਂਡ ਜਿਹੜਾ ਆਪਾਂ BBC ਦੇ ਵਿੱਚ ਬਾਰ-ਬਾਰ ਕਿਹਾ ਜਾਂਦਾ, ਗੁਜਰਾਤ ਦੇ ਦੰਗੇ। ਸੋ ਇਹ ਸਾਡਾ ਇਤਿਹਾਸ। ਔਰ 1947 ਦੀ ਆਪਾਂ ਪਹਿਲਾਂ ਗੱਲ ਕੀਤੀ, ਉਦੋਂ ਵੀ ਇਹੋ ਜਿਹੇ ਦੰਗੇ ਹੋਏ ਸੀ ਹਿੰਦੂ ਮੁਸਲਿਮ। ਸੋ ਇਹ ਸਾਰਾ ਜੋ, ਕਿਉਂਕਿ ਸਾਡਾ ਜਿਹੜਾ ਭਾਰਤ ਹੈ ਨਾ ਉਹ ਭਾਵਨਾਤਮਕ ਬਹੁਤ ਜ਼ਿਆਦਾ ਹੈ। ਔਰ ਅਸੀਂ ਭਾਵਨਾ 'ਚ ਬਹਿ ਕੇ ਕਈ ਵਾਰ ਆਪਣੇ ਇਤਿਹਾਸ ਤੋਂ ਵੀ ਨਹੀਂ ਸਿੱਖਦੇ, ਕਈ ਵਾਰ ਸੰਵਿਧਾਨ ਦੇ ਵੱਲ ਵੀ ਨਹੀਂ ਦੇਖਦੇ, ਸੰਵਿਧਾਨ ਦੀ ਪਾਲਣਾ ਵੀ ਨਹੀਂ ਕਰਦੇ, ਆਪਣੇ ਭਾਵਨਾਵਾਂ 'ਚ ਬਹਿ ਜਾਂਦੇ ਹਾਂ। ਕੋਈ ਸਾਨੂੰ ਜ਼ਰਾ ਜਿਹਾ ਪ੍ਰਵੋਕ ਕਰ ਦੇਵੇ ਧਰਮ ਦੇ ਨਾਂ ਦੇ ਉੱਤੇ, ਅਸੀਂ ਸ਼ੁਰੂ ਹੋ ਜਾਂਦੇ ਹਾਂ। ਸੋ ਧਰਮ ਇੱਕ ਬਹੁਤ ਹੀ ਸੈਂਸਿਟਿਵ ਮੁੱਦਾ ਹੈ ਔਰ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਲੋਕ ਜਦੋਂ ਭੜਕਦੇ ਨੇ ਤਾਂ ਇਦਾਂ ਦੀ ਕਤਲੋਗਾਰਤ ਹੁੰਦੀ ਹੈ। ਸੋ BBC ਨੂੰ ਚਾਹੀਦਾ ਇਹ ਹੈਗਾ ਕਿ ਜਿਹੜੀ BBC ਡਾਕੂਮੈਂਟਰੀ ਬਣਾਇਆ ਹੈ, ਪਰ ਉਹਦੇ ਵਿੱਚ ਇਹਨਾਂ ਨੂੰ ਕਹਿੰਦਾ ਇੰਡੀਆ 'ਚ ਵੈਸੇ ਸਕਰੀਨਿੰਗ ਹੋਣਾ ਤਾਂ ਕੋਈ ਜ਼ਰੂਰੀ ਨਹੀਂ, ਕਿਉਂਕਿ ਜੇ ਹਿਸਟੋਰੀਕਲ ਕੋਈ ਇਸ ਤਰ੍ਹਾਂ ਦਾ ਫੈਕਟਰ ਹੈਗੇ ਆ ਉਹਨਾਂ ਦੀਆਂ, ਜਾਂ ਇੰਡੀਆ ਦੀ ਹਿੰਦੁਸਤਾਨ ਦੀ ਹਿਸਟਰੀ ਨਾਲ ਰਿਲੇਟਡ ਠੀਕ ਹੈਗੀ। ਜਿਹੜੇ ਦੰਗੇ ਫਸਾਦ ਹੋਏ ਜੇ ਉਹਨਾਂ ਨੂੰ ਫਿਲਮਾਇਆ ਜਾਵੇ, ਦੁਬਾਰਾ ਕੀਤਾ ਜਾਵੇ, ਉਹਦੇ 'ਤੇ ਤਾਂ ਲੋਕ ਫਿਰ ਭੜਕਣਗੇ, ਬਹੁਤ ਲੋਕ ਮਰਨਗੇ, ਇਹਦਾ ਕੋਈ ਰਿਜ਼ਲਟ ਅੱਛਾ ਨਹੀਂ ਨਿਕਲੂਗਾ। ਇਹ ਐਕਚੁਅਲੀ ਸਾਡੀ ਪ੍ਰੋਡਕਸ਼ਨ ਨਹੀਂ ਨਾ ਹੈਗੀ, BBC ਦੀ ਪ੍ਰੋਡਕਸ਼ਨ। BBC ਦੀ ਔਰ ਇੰਡੀਆ 'ਚ ਤਾਂ ਬੈਨ ਜਦੋਂ ਆ ਗਈ ਆ, ਓਵਰਆਲ ਤੇ ਜਿੱਥੇ ਮਰਜ਼ੀ ਚੱਲ ਜੇ, ਆਪਣਾ ਕੰਟਰੀ ਤੈਨੂੰ ਬੈਨ ਕਰ ਸਕਦਾ ਨਾ। ਹਾਂ, ਉਹਨਾਂ ਦੀ ਆਪਣੀ ਜੋ ਪਾਲਿਸੀ ਹੈ ਗਵਰਨਮੈਂਟ ਆਫ ਇੰਡੀਆ ਦੀ, ਉਹਦੇ ਮੁਤਾਬਿਕ ਉਹਨਾਂ ਨੇ ਬੈਨ ਕੀਤੀ ਹੈ। ਬੈਨ ਕੀਤੀ, ਫਿਰ ਚੱਲ ਰਹੀ ਹੈ ਨਾ। BBC ਦਾ ਕੀ ਹੈ ਕਿ ਹਰ ਥਾਂ ਦੇ ਉੱਤੇ ਉਹਨਾਂ ਦੇ ਹਰ ਸਬਜੈਕਟ ਦੇ ਉੱਤੇ ਉਹਨਾਂ ਦੀਆਂ ਡਾਕੂਮੈਂਟਰੀਜ਼ ਮਿਲਣਗੀਆਂ ਸਾਨੂੰ, ਕਿਉਂਕਿ ਬਹੁਤ ਪੁਰਾਣਾ ਪ੍ਰੋਡਕਸ਼ਨ ਹਾਊਸ ਹੈ BBC ਲੰਡਨ। ਸੋ ਰੇਡੀਓ, TV ਔਰ ਬਹੁਤ ਜ਼ਬਰਦਸਤ ਪ੍ਰੋਡਕਸ਼ਨ ਹਾਊਸ ਹੈ। ਔਰ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਜਦੋਂ ਕਿਸੇ ਚੀਜ਼ ਨੂੰ ਬੈਨ ਕੀਤਾ ਜਾਂਦਾ ਤਾਂ ਕਿਤੋਂ ਨਾ ਕਿਤੋਂ ਉਹ ਲੀਕ ਜ਼ਰੂਰ ਹੁੰਦਾ ਹੈ, ਕਿਤੋਂ ਨਾ ਕਿਤੋਂ ਮੂਵੀ ਜ਼ਰੂਰ ਮਿਲ ਜਾਂਦੀ ਹੈ। ਠੀਕ ਹੈ ਨਾ, ਇਸ ਕਰਕੇ ਜਦੋਂ ਆਂਦੇ ਨੇ ਕਿ ਯਾਰ ਆਹ ਮਾੜਾ ਹੈਗਾ, ਇਧਰ ਟੋਏ ਟਿੱਬੇ ਆ, ਇਹਦੇ 'ਚ ਖੂਹ ਆ, ਤਾਂ ਡਿੱਗੋਗੇ ਮਰ ਜਾਓਗੇ, ਨਾ ਜਾਓ, ਤਾਂ ਉਧਰ ਜ਼ਰੂਰ ਜਾਣਗੇ ਲੋਕ। ਪੱਧਰੇ ਰਾਹ ਵਾਲੇ ਪਾਸੇ ਨਹੀਂ ਜਾਣਗੇ, ਉਧਰ ਜ਼ਰੂਰ ਡਿੱਗਣਗੇ ਜਾ ਕੇ, ਕਿਉਂਕਿ ਨੈਗੇਟਿਵਿਟੀ ਜਦੋਂ ਆਉਂਦੀ ਬੰਦੇ 'ਚ। ਮੈਂ ਵੀ ਜਾ ਕੇ ਦੇਖ ਤਾਂ ਲਓ, ਪਤਾ ਨਹੀਂ ਕੀ ਹੈਗਾ, ਭਾਵੇਂ ਠੱਠੇ ਖੂਹ ਜਾ ਡਿੱਗੇ, ਉਹਨੇ ਇੱਕ ਵਾਰੀ ਉਧਰ ਜਾਣਾ ਹੀ ਜਾਣਾ, ਇਹ ਹੈ ਜ਼ਰੂਰੀ। ਵੈਸੇ ਵੀ ਇਕਨੋਮੀ ਦਾ ਇੱਕ ਲਾਅ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬੈਨ ਕਰਦੇ ਹੋ ਤਾਂ ਤੁਸੀਂ ਉਹਦੀ ਗ੍ਰੇ ਮਾਰਕੀਟ ਕ੍ਰੀਏਟ ਕਰ ਦਿੰਦੇ ਹੋ, ਇੱਕ ਬਲੈਕ ਮਾਰਕੀਟ ਉਹਦੀ ਕ੍ਰੀਏਟ ਹੋ ਜਾਂਦੀ ਹੈ। ਸੋ ਇਹ ਵੀ ਇੱਕ ਬਲੈਕ ਮਾਰਕੀਟ, ਇੱਕ ਗ੍ਰੇ ਮਾਰਕੀਟ ਹੈ, ਜਿੱਥੋਂ ਫਿਰ ਕੋਈ CD ਦੇ ਰੂਪ ਦੇ ਵਿੱਚ ਕੋਈ ਲਿੰਕ ਜਾਂ ਕਿਤੋਂ ਨਾ ਕਿਤੋਂ ਰਿਲੀਜ਼ ਹੋ ਕੇ ਫਿਰ ਪਹੁੰਚਦੀ ਹੈ, ਲੋਕ ਦੇਖਦੇ ਨੇ। ਖੈਰ
ਗਵਰਨਮੈਂਟ ਆਫ ਇੰਡੀਆ ਆਪਣੇ ਡਿਸੀਜਨਸ ਲੈ ਰਹੀ ਹੈ। ਜੀ ਜੀ ਸੋ ਉਸ ਦੇ ਤਹਿਤ ਹੀ ਇਹਨਾਂ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਕਿ ਜੋ BBC ਦੇ ਵੱਲੋਂ ਬਣਾਈ ਗਈ ਦਸਤਾਵੇਜ਼ੀ ਉਹ ਬੈਂਡ ਹੈ ਤੇ ਤੁਸੀਂ ਉਹ ਕਿਉਂ ਦੇਖ ਰਹੇ ਹੋ। ਸੋ ਗੁਜਰਾਤ ਦੇ ਵਿੱਚ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ 22 ਦੋਸ਼ੀ ਬਰੀ ਕਰ ਦਿੱਤੇ ਗਏ ਨੇ। ਇਹ ਅਗਲਾ ਖਬਰ ਹੈ। ਇਹ ਵੀ ਸ਼ਾਇਦ BBC ਦੀ ਉਸ ਡਾਕੂਮੈਂਟਰੀ ਨਾਲ ਜੁੜੀ ਹੋਈ ਖਬਰ ਹੋ ਸਕਦੀ ਹੈ। ਹਾਂ, ਜਿਹੜੇ ਦੰਗੇ ਉਹਦੇ ਨਾਲ ਹੋਏ ਆ ਨਾ, ਉਹਦੇ ਵਿੱਚ ਜਿੰਨੇ ਵੈਸੇ ਸੁਪਰੀਮ ਕੋਰਟ ਨੇ ਕਰ ਦਿੱਤਾ, ਉਹ ਜਿਹੜੇ 22 ਬੰਦੇ ਸੀਗੇ ਨਾ ਜਿਹੜੇ ਇਨਵੋਲਵਡ ਸੀਗੇ, ਉਹਨਾਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਇਹਨਾਂ ਦੀ ਸਜ਼ਾ ਤਾਂ ਨਹੀਂ ਪੂਰੀ ਹੋਈ, ਪਰ ਇਹਨਾਂ ਦੇ ਜਿਹੜੇ ਆਏ ਨੇ ਗਵਾਹੀ ਨਹੀਂ ਹੈਗੀ। ਨੰਬਰ 2, ਜਿਹੜੇ ਆਂਦੇ ਦੇ ਦਾ ਮਤਲਬ ਜਿਹੜੇ ਉਦੋਂ ਮਰਡਰ ਹੋ ਗਏ ਸੀਗੇ, ਉਹਨਾਂ ਨੇ ਜੱਜਸ ਨੇ ਤਾਂ ਔਰ ਵਕੀਲਾਂ ਨੇ ਇਹ ਗੱਲ ਕੀਤੀ ਆ ਕਿ ਧਾਰਾ ਉੱਥੇ ਇਹ ਲੱਗਦੀ ਨਹੀਂ, ਜਿੱਥੇ ਬੰਦਾ ਮਾਰਿਆ ਉਹਦੀ ਲਾਸ਼ ਨਹੀਂ ਲੱਭੀ, ਉਹ ਨਹੀਂ ਲੱਭੀ। ਜਿਹੜੇ ਬੰਦੇ ਮਾਰੇ ਆ ਉਹਨਾਂ ਦੇ ਵਿੱਚ ਇਹ ਇੱਕ ਪਿੰਡ ਸੀਗਾ ਉਸ ਏਰੀਏ 'ਚ ਗੁਜਰਾਤ 'ਚ, ਉਹਦੇ 'ਚ ਪਿੰਡ ਦੇ ਵਿੱਚ ਉਹਨਾਂ ਨੇ ਜਾ ਕੇ ਹਮਲਾ ਕੀਤਾ, ਉਹਨੂੰ ਪਿੰਡ ਦੇ ਲੋਕਾਂ ਨੂੰ ਮਾਰਿਆ ਅਤੇ ਉਹਦੇ ਵਿੱਚ ਕਈ ਕਤਲ ਗਾਰਤ ਕੀਤੀ ਔਰ ਕਈ ਮਰ ਗਏ। ਔਰ ਉਹਦੇ ਵਿੱਚ ਫਿਰ ਇਹਦਾ FIR ਲੌਜ ਹੋ ਗਿਆ। FIR ਲੌਜ ਧਾਰਾ ਲੱਗੀਆਂ। ਧਾਰਾ ਲੱਗਣ ਤੋਂ ਬਾਅਦ ਉਹ ਬੰਦਿਆਂ ਨੂੰ ਸਜ਼ਾ ਦਿੱਤੀ ਗਈ। ਸਜ਼ਾ ਦੇਣ ਤੋਂ ਬਾਅਦ ਫਿਰ ਇਹ ਹੁਣ ਕਰਦੇ ਹੁਣ ਤੱਕ ਇਹ ਕਨਕਲੂਡ ਕੀਤਾ ਇਹਨਾਂ ਨੇ ਕਿ ਇਸ ਵੇਲੇ ਇਹਨਾਂ ਨੂੰ ਬਿਲਕੁਲ ਬਰੀ ਕਰ ਦਿੱਤਾ ਜਾਊਗਾ, ਕਿਉਂਕਿ ਇਸ ਕਰਕੇ ਕਿ ਇਹਨਾਂ ਦੇ ਵਿੱਚ ਨਾ ਤਾਂ ਕੋਈ ਗਵਾਹੀ ਮਿਲੀ ਹੈ, ਨਾ ਕੋਈ ਕੇਸ ਹੋਇਆ, ਨਾ ਕੁਛ ਹੋਇਆ। ਹੁਣ ਉਹਦੇ 'ਚ ਕੋਈ ਗਵਾਹ ਮੁੱਕਰ ਵੀ ਗਏ ਆ, ਉਹਦੇ ਪਿੱਛੇ ਪਤਾ ਨਹੀਂ ਪੈਸਾ ਗਿਆ ਜਾਂ ਕੀ ਗਿਆ ਗਾ। ਜਦੋਂ ਡੇ ਲਾਈਟ 'ਚ ਮਰਡਰ ਹੋਇਆ, ਦਿਨ ਦਿਹਾੜੇ ਮਾਰ ਦਿੱਤੇ ਗਏ ਲੋਕ, ਹੈ ਨਾ, ਉਹਦੇ ਵਿੱਚ ਸਾਰਾ ਕੁਝ ਪਾ ਲਾ ਕੇ ਮੁੜ ਕੇ ਗਵਾਹ ਨਹੀਂ ਲੱਭ ਰਹੇ। ਉਹਦੇ ਵਿੱਚ ਉਹਦੇ 'ਚ ਕੋਈ ਧਾਰਾ ਨਹੀਂ ਲੱਗ ਰਹੀਆਂ ਇਸ ਬਾਤ ਨਾਲ ਕਿ ਉਹਦੇ ਵਿੱਚ ਕੋਈ ਜਿਹੜੀਆਂ ਡੈੱਡ ਬੋਡੀ ਨਹੀਂ ਮਿਲੀਆਂ। ਜਿਸ ਤਰ੍ਹਾਂ ਉਹ ਬਾਨੋ ਵਾਲਾ ਕੇਸ ਸੀਗਾ, ਉਹ ਵੀ ਤਾਂ ਸੇਮ ਇਸੇ ਤਰ੍ਹਾਂ ਦਾ ਹਾਂ, ਬਿਲਕਿਸ ਬਾਨੋ ਦਾ ਵੀ ਕੇਸ ਇਹੋ ਸੀ, ਉਹਦੇ 'ਚ ਵੀ ਹੈਗੇ। ਉਹ 11 ਬੰਦੇ ਆ ਕੇ ਬਹਿ ਗਏ ਆਰਾਮ ਨਾਲ। ਉਹਦੇ ਵਿੱਚ ਇਸ ਕੇਸ ਦੇ ਲਈ ਜਿੱਦਾਂ ਜਿਹੜੇ ਹੈਗੇ ਨੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇਹਦਾ ਬੜਾ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਇਹ ਤਾਂ ਹੋ ਗਏ ਜਿਹੜੇ ਇੱਕ ਪਾਸੇ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ ਸੀ ਜਾਂ ਲੋਕਾਂ ਨੂੰ ਮਾਰਿਆ ਸੀ ਜਾਂ ਉਹਨਾਂ 'ਤੇ ਇਹ ਸਾਰੇ ਆਰੋਪ ਲੱਗੇ। ਕਹਿੰਦਾ ਉਹ ਲੋਕ ਨੇ ਜਿਹੜੇ ਪੰਜਾਬ ਦੇ ਜਿਹੜੇ ਗਏ ਨੇ ਇੱਥੋਂ, ਜਿਹੜੇ ਇਸ ਵੇਲੇ ਅਰੈਸਟ ਨੇ, ਉਹਨਾਂ ਨੇ ਸਜ਼ਾ ਹੀ ਪੂਰੀ ਕਰ ਲਈ ਹੈ। ਜੋ ਦੋਸ਼ ਉਹਨਾਂ 'ਤੇ ਮੜੇ ਗਏ ਉਹ ਕਰ ਲਿਆ ਸਾਰਾ ਕੁਝ, ਉਹਨਾਂ ਨੂੰ ਤਾਂ ਅਜੇ ਤੱਕ ਛੱਡਿਆ ਨਹੀਂ ਗਾ। ਇਹ ਕਿਸੇ ਤਰ੍ਹਾਂ ਕਿਉਂ ਛੱਡੇਗੇ? ਉਹਨਾਂ ਨੇ ਕਿਹਾ ਸੁਖਦੇਵ ਸਿੰਘ ਢੀਂਡਸਾ ਨੇ ਕਿ ਇੱਕ ਦੇਸ਼ 'ਚ 2 ਕਾਨੂੰਨ ਕਿੱਦਾਂ ਹੋ ਗਏ। ਉਹ ਉਹਨਾਂ ਨੂੰ ਪੁੱਛਿਆ ਕਿ ਪੱਤਰਕਾਰ ਪੁੱਛ ਰਹੇ ਕਿ 2 ਕਾਨੂੰਨ ਦਾ ਮਤਲਬ ਦੱਸੋ। ਤਾਂ 2 ਮਤਲਬ ਇਹ ਹੈਗਾ, ਇੱਕ ਤਾਂ ਉੱਥੇ ਡੱਕੇ ਪਏ ਜੇਲ੍ਹਾਂ 'ਚ, ਇੱਕ ਉਹੀ ਦੋਸ਼ ਕਰਕੇ ਉਹੀ ਸਾਰਾ ਕੁਝ ਕਰਕੇ ਕਤਲੋਗਾਰਤ ਕਰਕੇ ਬਲੱਡ ਸ਼ੈਡ ਕਰਕੇ ਉਹ ਆ ਕੇ ਬਹਿ ਗਏ ਘਰਾਂ 'ਚ। ਜਿਹੜੇ ਬੰਦੇ ਸਾਰਾ ਅਜੇ ਸਮੂਥਲੀ ਨਾਲ ਸਾਰਾ ਕੁਝ ਕਰ ਦਿੱਤਾ ਉਹ ਵਾਪਸ ਅਜੇ ਤੱਕ ਆਏ ਨਹੀਂ ਗੇ। ਜਦੋਂ ਕਿ ਜਿਹੜਾ ਆਰਾਮ ਨਾਲ ਜੇਲ੍ਹ 'ਚ ਰਹਿੰਦਾ, ਜਿਹਦੇ 'ਚ ਕੋਈ ਸ਼ਿਕਾਇਤ ਨਹੀਂ ਹੁੰਦੀ, ਉਹਦੀ ਸਜ਼ਾ ਘਟਾਈ ਵੀ ਜਾ ਸਕਦੀ ਹੈ। ਹੁਣੇ 15 ਅਗਸਤ ਜਾਂ 26 ਜਨਵਰੀ 'ਤੇ ਇਹਨਾਂ ਨੇ ਇੱਕ ਲਿਸਟ ਬਣਾਉਣੀ ਸੀ ਜਿਹਦੇ ਵਿੱਚ ਨਵਜੋਤ ਸਿੱਧੂ ਨੇ ਬਾਹਰ ਆਉਣਾ ਸੀਗਾ। ਉਹ ਤਾਂ ਵਿਧਾਨ ਸਭਾ 'ਚ ਅਜੇ ਉਹਦਾ ਕੋਈ ਹੋਇਆ ਨਹੀਂ, ਇਸ ਕਰਕੇ ਨਹੀਂ ਹੋਇਆ ਕਿ ਉਹਦੀ ਬੈਠਕ ਨਹੀਂ ਹੋਈ। ਜਿੰਨੀ ਦੇਰ ਤੱਕ ਵਿਧਾਨ ਸਭਾ 'ਚ ਸਾਈਨ ਨਹੀਂ ਕਰਨਗੇ ਸਾਰੇ ਵਿਧਾਨ ਸਭਾ 'ਚ ਬੈਠੇ ਜਿਹੜੇ MLA ਹੈ ਅਤੇ ਮੁੱਦਾ ਨਹੀਂ ਪਾਸ ਹੋਊਗਾ, ਫਿਰ ਉਨੀ ਦੇਰ ਤੱਕ ਤਾਂ ਨਹੀਂ ਬਾਹਰ ਆਉਣਗੇ। ਪਰ ਉਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੇ ਆਪਣੇ ਕੋਲ ਰਾਜਪਾਲ ਸਾਹਿਬ ਕੋਲ ਗਿਆ ਹੈਗਾ, ਇਹਨਾਂ ਨੇ ਪੁੱਟ ਅਪ ਕੀਤਾ ਹੈਗਾ, ਪ੍ਰਪੋਜ਼ਲ ਭੇਜਿਆ ਉੱਥੇ, ਉਹ ਵਾਪਸ ਆ ਗਿਆ। ਉਹਨਾਂ ਨੇ ਉਹ ਸਾਈਨ ਨਹੀਂ ਕੀਤੇ। ਉਹਨਾਂ ਨੇ ਕਿਹਾ ਇਹਨਾਂ ਨੂੰ ਪਹਿਲਾਂ ਵਿਧਾਨ ਸਭਾ ਨੂੰ ਦਿਓ। ਕਈ ਮੁੱਦੇ ਇੱਦਾਂ ਦੇ ਹੁੰਦੇ ਆ ਕਿ ਜਿਹਨਾਂ ਨੂੰ ਛਡਾਉਣਾ ਉਹ ਇੱਕਦਮ ਹੀ ਹੋ ਜਾਂਦੇ, ਛੱਡ ਜਾਂਦੇ। ਉਹ ਤਾਂ ਪਤਾ ਨਹੀਂ ਕੌਣ ਵਿਧਾਨ ਸਭਾ ਕਹਿੰਦੀ, ਪਾਰਲੀਮੈਂਟ ਕਹਿੰਦੀ ਆ, ਉਹ ਬੰਦੇ ਆ ਕੇ ਸੜਕਾਂ 'ਤੇ ਬਹਿ ਜਾਂਦੇ ਆ। ਜਿਹੜੇ ਬੰਦੇ ਵਿਚਾਰੇ ਉੱਥੇ ਡੱਕੇ ਪਏ ਸਾਰਾ ਕੁਛ ਹੈਗਾ, ਜਾਂ ਜਿਹੜੇ ਸਾਰਾ ਸਜ਼ਾ ਭੁਗਤ ਚੁੱਕੇ, ਉਹਨਾਂ ਨੂੰ ਕੋਈ ਪੁੱਛਦਾ ਹੀ ਕੋਈ ਨਹੀਂ। ਇਹ ਢੀਂਡਸਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ 2 ਕਾਨੂੰਨ ਆ। 2 ਕਾਨੂੰਨ ਦਾ ਉਹਨਾਂ ਦੱਸਤਾ ਕਲੀਅਰ ਕਰਕੇ ਵੀ ਆ ਜੇ ਬੈਠਾ। ਜਦੋਂ ਕਹਿੰਦਾ ਸੀ ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖਿਆ, ਹੋਮ ਮਿਨਿਸਟਰ ਨੂੰ ਲੈਟਰ ਲਿਖਿਆ, ਕਹਿੰਦਾ ਉੱਧਰੋਂ ਕੋਈ ਜਵਾਬ ਤਲਬੀ ਨਹੀਂ ਹੋਈ, ਕੁਛ ਨਹੀਂ ਹੋਇਆ। ਔਰ ਉਹਦੇ ਵਿੱਚ ਇੱਕ ਹੋਰ ਮੁਹਿੰਮ ਚੱਲੀ ਹੈ ਜਿਸ 'ਚ ਸਿਗਨੇਚਰ ਆਫ ਐਵਰੀਵਨ ਜੋ ਫੇਵਰ 'ਚ ਹੈਗਾ, ਉਹ ਇੱਕ ਸਿਗਨੇਚਰ ਮੁਹਿੰਮ ਚਲਾਈ ਆ, ਉਹ ਵੀ ਚੱਲੀ ਆ। ਉਹਦਾ ਕੋਈ ਇੰਨਾ ਰਿਸਪੌਂਸ ਨਹੀਂ ਆਇਆ। ਉਹ ਗਈ ਹੈ ਸੈਂਟਰ ਨੂੰ, ਔਰ ਉਹਦੇ ਵਿੱਚ ਹੁਣ ਸੈਂਟਰ ਦੇ ਵਿੱਚ ਜਿਹੜੀਆਂ ਗਈਆਂ ਨੇ ਉਹ 'ਚ ਧਾਮੀ ਸਾਹਿਬ ਦੇ ਵੀ ਲੈਟਰ ਗਏ ਆ, SGPC ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨਾਲ ਵੀ ਗੱਲ ਹੋਈ ਆ। ਔਰ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਦੇ 'ਚ ਉਹ ਵੀ ਕਰ ਰਹੀਆਂ ਸਾਰੀਆਂ। ਇਹਦੇ 'ਚ ਕਿਸੇ ਧਰਮ ਦਾ ਮਾਮਲਾ ਨਹੀਂ, ਇਹਦੇ 'ਚ ਪੰਜਾਬ ਦੇ ਸਾਰੇ ਲੋਕਾਂ ਨੇ, ਵਸਨੀਕਾਂ ਨੇ ਇਸ ਗੱਲ 'ਤੇ ਜਿਹੜਾ ਉਹ ਅਜਮਾਇਸ਼ ਕੀਤੀ ਹੈ ਕਿ ਸਾਨੂੰ ਇਹ ਚਾਹੀਦਾ ਕਿ ਇਹਨਾਂ ਸਾਰਿਆਂ ਨੂੰ ਰਿਹਾਈ ਦੇ ਕੇ ਵਾਪਸ ਪੰਜਾਬ 'ਚ ਭੇਜ ਦਿਓ। ਇਹ ਗੱਲ ਹੈਗੀ। ਦੇਖੋ ਨਾ, ਹੁਣੇ ਕਈ ਇਹਦੇ ਉੱਤੇ ਸਵਾਲ ਵੀ ਉਠਾਉਂਦੇ ਨੇ, ਆਬਜੈਕਸ਼ਨਸ ਵੀ ਕਰਦੇ ਨੇ ਕਿ ਲਾਅ ਵੱਖੋ-ਵੱਖ ਕਿਵੇਂ ਹੋ ਸਕਦਾ ਹੈ। ਕਿਤੇ ਵਾਸਤੇ ਕੋਈ ਲਾਅ, ਕਿਤੇ ਵਾਸਤੇ ਕੋਈ ਲਾਅ ਤਾਂ ਇੱਕੋ ਹੀ ਹੈ, ਸੰਵਿਧਾਨ ਤਾਂ ਇੱਕੋ ਹੀ ਹੈ, ਪਰ ਇਹ ਫਿਰ ਵੱਖੋ-ਵੱਖ ਤਰੀਕੇ ਨਾਲ ਕਿਉਂ ਵੇਖਿਆ ਜਾਂਦਾ ਹੈ? ਕਿਉਂਕਿ ਆਪਾਂ ਅਗਲੇ ਜਦੋਂ ਮਸਲੇ 'ਤੇ ਆਉਂਦੇ ਹਾਂ, ਲਖੀਮਪੁਰ ਹੱਤਿਆਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲੀ ਹੈ। ਦੇਖ ਲਓ, ਇਹ ਵੀ ਮਿਲਦਾ ਜੁਲਦਾ। ਕਿਸਾਨ ਮੋਰਚੇ 'ਚ ਨਿਰਾਸ਼ਾ ਹੈ। ਹਾਂ, ਇਹ ਦੇਖ ਲਓ, ਆਸ਼ੀਸ਼ ਮਿਸ਼ਰਾ ਜੀ ਜਿਹੜੇ ਹੈਗੇ ਆ, ਅਜੇ ਮਿਸ਼ਰਾ ਦੇ ਬੇਟੇ ਆ, ਜਦੋਂ ਲਖੀਮਪੁਰ ਖੀਰੀ ਦੇ ਵਿੱਚ ਗੱਡੀ ਚੜਾਈ ਸੀ, ਗੱਡੀ ਦੇ ਵਿੱਚ ਮਾਰ ਦਿੱਤੇ ਗਏ ਕਿਸਾਨ ਅੰਦੋਲਨ ਦੇ ਵਿੱਚ,
ਔਰ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਆ ਕੇ ਹੁਣ ਉਹਨਾਂ ਨੇ ਜ਼ਮਾਨਤ ਦੇ ਦਿੱਤੀ ਹੈ। ਔਰ ਦੇਖ ਲਓ ਇਹ ਇੱਕ ਇਹਨੂੰ ਜ਼ਮਾਨਤ ਹੋ ਗਈ ਹੈ, ਇੱਕ ਬਾਬਾ ਰਾਮ ਰਹੀਮ ਉਹ ਵੀ ਇੱਥੇ ਰਹਿੰਦੇ ਪੈਰੋਲ ਤੇ। ਫਿਰ ਉੱਥੇ ਆ ਗਏ ਨਾ, ਕਾਨੂੰਨ ਦੇ 2 ਮੁੱਦੇ ਆ ਜਾਂਦੇ ਆ ਵੀ ਕਾਨੂੰਨ 2 ਪਾਸੇ ਇੱਕੋ ਜਿਹਾ ਹੋ ਜਾਂਦਾ। ਹੁਣ ਉਹ ਵੀ ਉੱਥੇ 40 ਦਿਨ ਬਾਅਦ ਆ ਜਾਂਦੇ ਆ। ਅਤੇ ਇਹ ਜਿਹੜਾ ਮੁੱਦਾ ਇਹ ਹੁਣ ਉਸੇ ਤਰ੍ਹਾਂ ਉੱਥੇ ਆ ਕੇ ਖੜ ਗਿਆ ਕਿ ਜਿਸ ਪਾਸੇ ਪੈਰੋਲ ਲੈ ਕੇ ਉਹ ਆ ਜਾਂਦੇ 40 ਦਿਨ ਦੀ, ਅਤੇ ਇਸ ਵੇਲੇ ਮੇਰੇ ਖਿਆਲ ਨਾਲ 5 ਵਾਰੀ ਤਾਂ ਆ ਚੁੱਕੇ ਆ, ਅਤੇ ਦੂਜਾ ਇਹਨਾਂ ਨੂੰ ਜ਼ਮਾਨਤ ਮਿਲ ਗਈ ਮਿਸ਼ਰਾ ਨੂੰ, ਆਸ਼ੀਸ਼ ਮਿਸ਼ਰਾ ਨੂੰ। ਜੀ ਜੀ। ਪਰ ਉਹਦੇ ਵਿੱਚ ਜਦੋਂ ਕਾਨੂੰਨ ਤਾਂ ਨਿਆਂਪਾਲਿਕਾ ਕੀ ਕਰਦੀ ਆ ਕਿ ਇਹਦੇ 'ਚ ਇੰਨਾ ਸੰਗੀਨ ਦੋਸ਼ ਮੜਿਆ ਗਿਆ। ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਬੈਠੇ ਕਿਸਾਨ ਜਿਹੜੇ ਦਰੜ ਦਿੱਤੇ ਆ, ਉਹਦੇ ਵਿੱਚ ਡਰਾਈਵਰ ਵੀ ਮਾਰੇ ਗਏ, ਕਈ ਵਿਚਾਰੇ ਉਹ ਮਿੱਟੀ ਘੱਟੇ 'ਚ ਰੁੜ ਕੇ ਮਾਰ ਦਿੱਤੇ ਗਏ ਆ। ਉਸ ਤੋਂ ਬਾਅਦ ਇਹ ਬੜੇ ਤੇ ਧਾਰਾ ਲੱਗਣ ਤੋਂ ਬਾਅਦ ਚਲੋ ਜੇਲ੍ਹ ਚਲੇ ਗਏ। ਤੀਜੇ ਪਾਸੇ ਇੱਕ ਇਹਨਾਂ ਨੇ ਕਿਹਾ ਕਿ ਜਿਹੜਾ ਅਜੇ ਮਿਸ਼ਰਾ ਵਾ ਉਹ ਪਾਰਲੀਮੈਂਟ 'ਚ ਬੈਠੇ ਆ ਮਿਨਿਸਟਰ ਬਣ ਕੇ, ਪਰ ਉਹਨਾਂ ਨੂੰ ਤੁਸੀਂ ਉੱਥੋਂ ਤਿਆਗ ਪੱਤਰ ਕਿਉਂ ਨਹੀਂ ਲੈਂਦੇ ਜਦੋਂ ਕੋਈ ਇੰਨਾ ਕੁਝ ਹੋ ਗਿਆ। ਉਹਦੇ 'ਤੇ ਵੀ ਕਿਸੇ ਵੀ ਪਾਰਟੀ ਨੇ ਜਾਂ ਰੂਲਿੰਗ ਪਾਰਟੀ ਨੇ ਕੋਈ ਵੀ ਉਹਦੇ 'ਤੇ ਰਿਸਪੌਂਸ ਨਹੀਂ ਦਿੱਤਾ। ਇਸੇ ਤਰ੍ਹਾਂ ਦੀਆਂ ਗੱਲਾਂ ਹੋਣ ਦੇ ਬਾਵਜੂਦ ਹੁਣ ਇਹਨੂੰ ਕਿਸਾਨ ਯੂਨੀਅਨ ਨੇ ਪੂਰੇ ਨੈਸ਼ਨਲ ਲੈਵਲ 'ਤੇ ਇਹਦੀ ਆਲੋਚਨਾ ਕੀਤੀ ਹੈ ਕਿ ਜਾਂ ਤਾਂ ਉਹਨਾਂ ਦੀ ਉਹ ਰੱਦ ਕੀਤੀ ਜਾਵੇ ਜ਼ਮਾਨਤ, ਜਾਂ ਉਹਦੇ ਫਾਦਰ ਨੂੰ ਜਿਹੜਾ ਉੱਥੋਂ ਕੱਢਿਆ ਜਾਵੇ ਪਾਰਲੀਮੈਂਟ 'ਚੋਂ ਐਜ ਏ ਮਿਨਿਸਟਰ। ਅਤੇ ਉਹ ਹੁਣ ਇਹ ਰੌਲਾ ਪੂਰੇ ਹਿੰਦੁਸਤਾਨ 'ਚ ਪਿਆ ਗਿਆ ਕਿਉਂਕਿ ਉਹਨੂੰ ਕੱਲ੍ਹ ਪਰਸੋਂ ਉਹਨੂੰ ਜ਼ਮਾਨਤ ਹੋ ਗਈ ਹੈ, ਉਹ ਰਿਹਾ ਹੋ ਕੇ ਆ ਗਿਆ। ਜਦੋਂ ਕਿਸੇ ਦੀ ਜ਼ਮਾਨਤ ਹੋ ਜਾਂਦੀ ਇਹਦਾ ਮਤਲਬ ਕੇਸ ਤੁਹਾਡਾ ਉਹ ਇੰਨਾ ਜ਼ਿਆਦਾ ਸੰਗੀਨ ਨਹੀਂ, ਕਮਜ਼ੋਰ ਆ। ਹੁਣ ਉਹ ਘਰੋਂ ਬੈਠਾ ਲੜੂਗਾ, ਉਹ 'ਚ ਕਿਹਨੇ ਲੜਨਾ ਹੈਗਾ? ਵਕੀਲਾਂ ਨੇ, ਪੈਸੇ ਨੇ, ਜੁਡੀਸ਼ਰੀ ਨਾਲ ਉੱਥੇ ਸਵਾਲ ਜਵਾਬ ਹੋਣੇ ਆ, ਸਾਰਾ ਕੁਛ ਆ। ਆਫਟਰ ਆਲ ਐਂਡ 'ਤੇ ਆ ਕੇ ਉਹ ਰਿਹਾ ਹੋ ਜਾਊਗਾ। ਇਸ ਕਾਨੂੰਨ ਦੇ ਪਿੱਛੇ ਸਾਡੀਆਂ ਇਹ ਧਾਰਾ ਚੱਲਦੀਆਂ। ਸਾਹਮਣੇ ਗੱਲ ਹੈ, ਇੱਕ ਬੰਦਾ ਹੈ, ਠੀਕ ਹੈ ਨਾ, ਹੁਣ ਉਹ ਕਾਰ 'ਚ ਸੀਗਾ, ਕਾਰ 'ਚ ਕੌਣ ਸੀਗੇ, ਔਰ ਉਹ ਕਾਰ ਚੜੀ ਹੈ, ਬੰਦਿਆਂ ਦੇ ਉੱਤੇ ਗੱਡੀ ਚੜੀ ਹੈ, ਉਕਨੇ ਚੜਾਈ, ਉਸ ਗੱਡੀ 'ਚ ਕੌਣ ਹੈ, ਠੀਕ ਹੈ, ਔਰ ਬੰਦੇ ਮਰੇ ਪਏ ਨੇ, ਲਾਸ਼ਾਂ ਸਾਹਮਣੇ ਪਈਆਂ ਨੇ, ਪੱਤਰਕਾਰ ਵੀ ਨੇ, ਕਿਸਾਨ ਵੀ ਨੇ, ਕਿਸੇ ਨੇ ਤਾਂ ਮਾਰੇ ਨੇ। ਗੱਡੀ ਆਪਣੇ ਆਪ ਤਾਂ ਤੁਰ ਨਹੀਂ ਪਈ, ਆਪਣੇ ਆਪ ਚੜ੍ਹ ਨਹੀਂ ਗਈ ਬੰਦਿਆਂ 'ਤੇ, ਉਹ ਚੜਾਉਣ ਵਾਲੇ ਵੀ ਕੁਝ ਸੀਗੇ, ਠੀਕ ਹੈ। ਹੁਣ ਮਤਲਬ ਇਹੀ ਹੈ ਕਿ ਲਾਸ਼ਾਂ ਸਾਹਮਣੇ ਪਈਆਂ ਨੇ, ਬੰਦੇ ਮਰ ਗਏ ਨੇ, ਗੱਡੀ ਉੱਤੇ ਚੜੀ ਹੈ, ਪਰਿਵਾਰ ਰੁਲ ਗਏ ਨੇ, ਫਿਰ ਵੀ ਇਹ ਚੱਲਦਾ ਪਿਆ। ਹੁਣ ਇੱਥੇ ਵੀ ਗਵਾਹ ਨਹੀਂ ਹੈਗੇ, ਸਬੂਤ ਨਹੀਂ ਹੈਗੇ, ਉੱਥੇ ਵੀ ਗਵਾਹ ਨਹੀਂ ਹੈਗੇ, ਸਬੂਤ ਨਹੀਂ ਹੈਗੇ। ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਵੀ ਉਹ ਘਰ ਆ ਗਏ ਨੇ, ਠੀਕ ਹੈ। ਹੁਣ ਇਹ ਕਿਸਾਨ ਮੋਰਚੇ ਨਾਲ ਆਪਾਂ ਕਿਉਂ ਜੋੜਦੇ ਪਏ ਹਾਂ? ਕਿਉਂਕਿ ਉਹ ਬੈਠੇ ਨੇ ਬੰਦੀ ਸਿੰਘਾਂ ਨੂੰ ਲੈ ਕੇ, ਕਿ ਬੰਦੀ ਸਿੰਘ ਪਿਛਲੇ 25 ਸਾਲ, 27 ਸਾਲ, ਕੋਈ 30 ਸਾਲ, ਕੋਈ 17 ਸਾਲ, ਸਭ ਜੇਲ੍ਹਾਂ 'ਚ ਪਏ। ਉਹਨਾਂ ਵਾਸਤੇ ਬੈਠੇ ਨੇ ਕਿਸਾਨ ਮੋਰਚੇ ਵਾਲੇ ਕਿ ਇਹਨਾਂ ਦਾ ਦੱਸੋ ਹੱਲ ਕਰੋ। ਸੋ ਇਹ तमाम ਗੱਲਾਂ ਫਿਰ ਉਹ ਐਕਸਪਰਟਸ ਕਹਿੰਦੇ ਨੇ ਕਿ 2 ਤਰ੍ਹਾਂ ਦੇ ਕਾਨੂੰਨ ਚੱਲਦੇ ਨੇ, ਇੱਕ ਵਾਸਤੇ ਕਿਸ ਤਰ੍ਹਾਂ ਦਾ, ਇੱਕ ਵਾਸਤੇ ਕਿਸ ਤਰ੍ਹਾਂ ਦਾ। ਹੁਣ ਇਹ ਕਿਸਾਨ ਮੋਰਚਾ ਨਿਰਾਸ਼ ਹੈ ਇਸ ਚੀਜ਼ ਤੋਂ, ਸੋ ਉਹਨਾਂ ਦੀ ਕੀ ਮਨੋਸਥਿਤੀ ਹੋ ਸਕਦੀ ਹੈ? ਇਸੇ ਤਰ੍ਹਾਂ ਹੀ ਆ ਕਿ ਕਿਸਾਨ ਮੋਰਚੇ ਨੇ ਇੱਕ ਤਾਂ ਹੋ ਗਿਆ ਨਾ ਜਿਹੜਾ ਜਦੋਂ ਲਖੀਮਪੁਰੇ ਦੇ ਵਿੱਚ ਮਾਰ ਦਿੱਤੇ ਆ, ਉਦੋਂ ਅੰਦੋਲਨ ਚੱਲ ਰਿਹਾ ਸੀ। ਉਹਨਾਂ ਦੇ ਅੰਦੋਲਨ ਨੂੰ ਇਹਨਾਂ ਨੇ ਖਦੇੜਨ ਲਈ ਇਹ ਇੱਕ ਥੋੜ੍ਹੀ ਜਿਹੀ ਜਿਹੜੀ ਆ ਭੇਦ ਭਰੀ ਜਿਹੜੀ ਆ ਉਹ ਘਟਨਾ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਕਿਸਾਨ ਤਾਂ ਮਾਰੇ ਗਏ ਆ, ਬਾਕੀ ਲੋਕ ਵਿਚਾਰੇ ਜਿਹੜੇ ਆ ਬੜਾ ਕੁਛ ਹੋਇਆ। ਇੱਕ ਪਾਸੇ ਤਾਂ ਕਿਸਾਨ ਵਿਚਾਰੇ ਆਪਣੀਆਂ ਮੰਗਾਂ ਮੰਗ ਰਹੇ ਆ, ਇੱਕ ਪਾਸੇ ਉਹਨਾਂ ਦਾ ਆਪਣਾ ਹੱਕ ਹੈਗਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਉਹ ਲੋਕਾਂ ਦੀਆਂ ਲਾਸ਼ਾਂ ਉੱਥੇ ਪਈਆਂ, ਜਿਹਦੇ ਵਿੱਚ ਉਹ ਦਰੜੇ ਗਏ ਆ, ਗੱਡੀਆਂ ਉੱਥੇ ਚੱਲੀਆਂ, ਔਰ ਗੱਡੀ ਤਾਂ ਉੱਤੋਂ ਦੀ ਗਈ ਆ, ਉਹਦੇ ਨਾਲ ਹੀ ਮਰੇ ਹੈਗੇ ਆ। ਪਰ ਉੱਥੇ ਪੁਲਿਸ ਜਿਹੜੀ ਉਹ ਕੀ ਕਰਦੀ ਸੀ, ਸਾਰਿਆਂ ਨੂੰ ਪਤਾ ਹੈਗਾ ਕਿਹਦੀ ਗੱਡੀ ਹੈਗੀ, ਕੌਣ ਹੈਗਾ, ਦੋਸ਼ ਤਾਂ ਮੜਿਆ ਗਿਆ ਇਹਨਾਂ ਦੇ। ਬਿਲਕੁਲ ਉੱਥੇ ਗੱਲ ਹੋ ਗਈ ਆ, ਵੈਰੀਫਾਈ ਹੋ ਗਈ ਆ, ਇਹਦੇ 'ਤੇ ਜਿਹੜੀ ਤਬਦੀਸ਼ ਹੋਣੀ ਸੀ ਹੋ ਚੁੱਕੀ ਆ। ਉਹਦੇ ਵਿੱਚ ਇਹ ਇਹਨਾਂ 'ਤੇ ਦੋਸ਼ ਮੜਨ ਤੋਂ ਬਾਅਦ ਇਹਨਾਂ ਨੂੰ ਸਜ਼ਾ ਵੀ ਹੋ ਗਈ ਹੈ। ਸਜ਼ਾ ਹੋਣ ਤੋਂ ਬਾਅਦ ਇਹ ਫਿਰ ਜ਼ਮਾਨਤ 'ਤੇ ਆ ਗਿਆ। ਜ਼ਮਾਨਤ ਤੋਂ ਬਾਅਦ ਤੁਹਾਡੀ ਗੱਲ ਬਿਲਕੁਲ ਟੂ ਦਾ ਪੁਆਇੰਟ ਹੈਗੀ ਕਿ ਜਿਹਦੇ ਵਿੱਚ ਨਹੀਂ ਗਵਾਹ ਮਿਲਣਗੇ, ਆਉਣਗੇ ਨਹੀਂ ਗਵਾਹ। ਫਿਰ ਉਹਦੇ ਵਿੱਚ ਜਿਹੜੀ ਲੋਕੇਸ਼ਨ ਆ ਉਹ ਵੈਰੀਫਾਈ ਨਹੀਂ ਕਰਨੀ ਇਹਨਾਂ ਨੇ ਵੀ ਕੌਣ ਗੱਡੀ ਹੈ, ਗੱਡੀ ਨਹੀਂ ਲੱਭਣੀ। ਸਾਰਾ ਕੁਛ ਕਰਾ ਕੇ ਇਹਨਾਂ ਨੇ ਉਹ ਬੰਦੇ ਫਿਰ ਬਰੀ ਹੋ ਕੇ ਵਾਪਸ ਇੱਥੇ ਆਉਣਗੇ, ਕਿਉਂਕਿ ਉਹਨਾਂ ਕੋਲ ਪਾਵਰ ਆ, ਉਹਨਾਂ ਕੋਲ ਸਾਰਾ ਕੁਛ ਦੇਸ਼ ਦੀ ਵਾਗਡੋਰ ਉਹਨਾਂ ਦੇ ਹੱਥ 'ਚ ਹੈਗੀ ਆ। ਔਰ ਉਸੇ ਕਰਕੇ ਇਹ ਸਾਰਾ ਕਰਨ ਦੇ ਬਾਅਦ ਉਹਨਾਂ ਨੂੰ ਕੋਈ ਚਿੰਤਾ ਨਹੀਂ, ਉਹਨਾਂ ਦੇ ਕੋਈ ਵੀ ਚਿਹਰੇ 'ਤੇ ਕੋਈ ਸ਼ਿਕਨ ਨਹੀਂ। ਸ਼ਿਕਨ ਅਤੇ ਚਿੰਤਾ ਅਤੇ ਜਿਹੜਾ ਮਾਰ ਤਾੜਾ ਉਹ ਉਹਨਾਂ 'ਤੇ ਆ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਆ, ਜਿਨ੍ਹਾਂ ਦੇ ਬੱਚੇ ਨਹੀਂ ਰਹੇ, ਜਿਨ੍ਹਾਂ ਦਾ ਘਰ ਦੇ ਵਿੱਚ ਜੋ ਕਮਾਉਣ ਵਾਲੇ ਸੀਗੇ, ਰੋਜ਼ੀ ਰੋਟੀ ਕਮਾ ਕੇ ਦੇਣ ਵਾਲੇ ਸੀ, ਨਹੀਂ ਰਹੇ। ਹੁਣ ਉਹਨਾਂ ਦੀ ਜਿਹੜੀ ਚਿੰਤਾਜਨਕ ਸਥਿਤੀ ਆ ਉਹਦਾ ਅੰਦਾਜ਼ਾ ਲਾਉਣਾ ਤੁਹਾਡਾ ਸਾਡਾ ਤਾਂ ਕੀ ਕੰਮ ਹੈਗਾ। ਸਰਕਾਰਾਂ ਨੇ ਜੋ ਵੇਖਣਾ ਇਹ ਉਹਨਾਂ ਦੀ ਆਪਣੀ ਸੋਚ ਆ। ਹੁਣ ਉਹਨਾਂ ਦੇ ਘਰ ਤਬਾਹ ਹੋਣ ਤੋਂ ਬਾਅਦ ਵੀ ਉਹ ਬੰਦੇ ਬਾਹਰ ਆ ਕੇ ਬਹਿ ਗਏ ਆ। ਕਾਹਦੀ ਇਹ ਸਾਡੀ ਜਿਹੜੀ ਜੁਡੀਸ਼ਰੀ ਅਤੇ ਕੀ ਕੁਛ ਅਸੀਂ ਵੇਖ ਸਕਦੇ ਹਾਂ, ਇਹ ਦਾ ਜਵਾਬ ਤਾਂ ਲੋਕ ਹੀ ਦੇਣਗੇ। ਲੋਕਾਂ ਨੂੰ ਪਤਾ ਹੈਗਾ ਕੀ ਕੁਛ ਹੋ ਰਿਹਾ। ਬਿਲਕੁਲ ਲੋਕਾਂ ਨੂੰ ਪਤਾ ਕੀ ਕੁਛ ਹੋ ਰਿਹਾ।
ਕਿਉਂਕਿ ਕੋਰਟਸ ਵੀ ਕੀ ਕਰਨ, ਕੋਰਟਸ ਕੋਲ ਗਵਾਹ ਤੇ ਸਬੂਤ ਚਾਹੀਦੇ ਨੇ। ਹਾਂ ਗਵਾਹ ਸਬੂਤ ਨਹੀਂ ਹੈਗੀ ਤੇ ਜੱਜ ਸਾਹਿਬ ਕੀ ਕਰਨ, ਆ ਕੇਸ ਕਿੱਥੋਂ ਕੰਪਲੀਟ ਹੋਵੇ, ਇਹ ਤਾਂ ਹੈ ਵਾਕਿਆ। ਕੇਸ ਕਮਜ਼ੋਰ ਹੈ। ਆ ਜੱਜ ਕੀ ਕਰੂਗਾ, ਉਹ ਤੇ ਉਹਨਾਂ ਤੱਕ ਧਾਰਾ ਤਦ ਲਾਉਣੀ ਹੈ ਜੇ ਗਵਾਹ ਹੋਣਗੇ ਜਿਹਨਾਂ ਨੇ ਅੱਖੀਂ ਵੇਖਿਆ, ਉਹਨਾਂ ਨੇ ਸਾਰਾ ਕੁਝ ਵੇਖ ਕੇ ਤਬਦੀਸ਼ ਤਾਂ ਦੀ ਚੱਲਣੀ ਅੱਗੇ। ਜੋ ਪ੍ਰੂਵ ਕਰੇਗਾ ਆਪਣੇ ਪੁਆਇੰਟ ਨੂੰ ਆ ਤਾਂ ਹੀ ਉਸ ਦੇ ਉੱਤੇ ਡਿਸੀਜਨ ਹੋਏਗਾ। ਖੈਰ ਦੇਖੋ, ਰੱਬ ਦੀ ਅਦਾਲਤ ਸਭ ਤੋਂ ਉੱਤੇ, ਸਹੀ ਗੱਲ ਆ, ਉਹ ਤਾਂ ਰੱਬ ਦੀ ਅਦਾਲਤ ਤੇ ਫਿਰ ਹੈਗਾ, ਔਰ ਉਸ ਦਾ ਸਭ ਤੋਂ ਉੱਤੇ ਹੈ ਹੀ ਹੈ। ਆ ਬਿਲਕੁਲ। ਸੋ ਅੱਗੇ ਆਪਾਂ ਚੱਲਦੇ ਹਾਂ। ਅੱਗੇ ਇਹ ਹੈ ਕਿ ਜਿਹੜਾ ਆਨਲਾਈਨ ਖਬਰ ਸਮੱਗਰੀ ਹੈ ਆ ਉਹਦੀ ਜਿਹੜੀ ਵਰਤੋਂ ਕਰਨ ਲਈ ਟੈਕਨੋਲੋਜੀ ਕੰਪਨੀਆਂ ਨੂੰ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਹਿੱਸਾ ਆ ਉਹ ਲੈਣ ਲਈ ਆਦੇਸ਼ ਜਾਰੀ ਕੀਤੇ ਗਏ ਨੇ। ਹਾਂ, ਜੋ ਉਹਨਾਂ ਦਾ ਬਣਦਾ ਹਿੱਸਾ ਹੈ। ਇਹ ਮਸਲਾ ਬੜਾ ਗੰਭੀਰ ਆ, ਔਰ ਇਹਦੇ ਵਿੱਚ ਹੈਗਾ ਜਿਹੜੀ ਨਿਊਜ਼ ਹੈਗੀਆਂ ਨਾ ਆਨਲਾਈਨ ਜਿਹੜੀਆਂ ਕਲੈਕਟ ਹੋ ਰਹੀਆਂ ਪੋਰਟਲਸ ਨੇ, ਉਹਦੇ 'ਚ ਪਤਾ ਕਿ ਕਿਹਨੂੰ ਨੁਕਸਾਨ ਹੋ ਰਿਹਾ, ਨੁਕਸਾਨ ਉਹਨੂੰ ਹੋ ਰਿਹਾ ਜਿਹੜਾ ਪ੍ਰਿੰਟ ਮੀਡੀਆ ਦੀ ਜਿਹੜੀਆਂ ਅਖਬਾਰਾਂ ਲੋਕਾਂ ਨਹੀਂ ਪੜ੍ਹ ਰਹੇ, ਘਰਾਂ 'ਚ ਨਹੀਂ ਆ ਰਹੀਆਂ, ਉਹਨਾਂ ਦੇ EMPLOYE ਜਿਹੜੇ ਹੈਗੇ ਉਹ ਵਿਚਾਰੇ ਬੇਰੁਜ਼ਗਾਰ ਹੋ ਗਏ, ਸਾਰਾ ਕੁਝ ਹੋ ਗਿਆ। ਅਸਲ 'ਚ ਪਹਿਲਾਂ ਪਹਿਲ ਕਦਮੀ ਕੀਤੀ ਸੀ ਆਸਟ੍ਰੇਲੀਆ, ਫਿਰ ਫਰਾਂਸ, ਫਿਰ ਅਮਰੀਕਾ 'ਚ ਵੀ ਹਿਲਜੁਲ ਹੋ ਗਈ ਇਹਦੀ, ਔਰ ਉਹਦੇ ਵਿੱਚ ਜਾਪਾਨ, ਇਹ ਕੰਟਰੀਆਂ ਨੇ ਪਹਿਲਾਂ ਮੁੱਦਾ ਕਰ ਲਿਆ ਸੀਗਾ। ਉਹਦੇ ਵਿੱਚ ਇਹਨਾਂ ਨੇ ਸਾਰਾ ਉਹਨਾਂ ਨੂੰ ਮੈਸੇਜ ਭੇਜ ਦਿੱਤੇ ਸੀ ਕਿ ਜਿਹੜਾ ਡਿਜੀਟਲ ਦੇ ਤੌਰ 'ਤੇ ਲੈ ਰਹੇ ਆ ਆਨਲਾਈਨ ਸਾਰਾ ਕੁਝ, ਉਹਨੂੰ ਰੋਕਿਆ ਜਾਵੇ। ਹੁਣ ਹਿੰਦੁਸਤਾਨ ਸਰਕਾਰ ਨੇ ਕਹਿਤਾ ਕਿ ਰੋਕਣਾ ਤਾਂ ਚੱਲਣਾ ਜਿਹੜਾ ਉਹ ਵੱਖਰੀ ਗੱਲ ਹੈ, ਉਹ ਪ੍ਰਚਲਨ ਚੱਲਦਾ ਰਹੂਗਾ, ਜਿਹਦੇ 'ਚ ਸਾਡਾ ਹਿੱਸਾ ਬਣਦਾ ਉਹ ਦਿਓ ਸਰਕਾਰ ਦਾ। ਸਰਕਾਰ ਦੇ ਕੋਲੋਂ ਚਲਾ ਰਹੇ ਜੇ ਜੋ ਕੁਝ ਚੱਲ ਰਿਹਾ, ਸਰਕਾਰ ਦੀ ਜਿਹੜੀ ਸੂਚਨਾ ਪ੍ਰਸਾਰਣ ਮੰਤਰਾਲਾ ਉਹਦੇ ਅੰਡਰ ਚੱਲ ਰਿਹਾ ਸਾਰਾ ਕੁਝ, ਇਨਫੋਰਮੇਸ਼ਨ ਬ੍ਰੌਡਕਾਸਟ ਮੀਡੀਆ ਦੇ ਰਾਹੀਂ ਚੱਲ ਰਿਹਾ। ਜੇ ਅਸੀਂ ਚੈਨਲ ਚਲਾ ਰਹੇ ਹਾਂ ਤਾਂ ਵੀ ਉਹਨਾਂ ਦੇ ਅੰਡਰ ਚੱਲ ਰਿਹਾ, ਸਾਰਾ ਕੁਝ ਉਹਨਾਂ ਦੇ ਰਾਹੀਂ ਜਾ ਰਿਹਾ ਡਿਜੀਟਲ ਦੇ ਤੌਰ 'ਤੇ, ਅਤੇ ਉਹਦੇ 'ਚ ਜੋ ਸਪੇਸ ਦੇ ਰਾਹੀਂ ਜੋ ਚੱਲ ਰਿਹਾ ਉਹਦਾ ਜ਼ਿੰਮੇਵਾਰ ਤਾਂ ਗੌਰਮੈਂਟ ਆ। ਔਰ ਉਹਨਾਂ ਨੇ ਅੱਗੇ ਕੁਝ ਚੈਨਲ ਬੰਦ ਵੀ ਕੀਤੇ ਸੀ ਉਹਨਾਂ ਨੇ, ਗੌਰਮੈਂਟ ਨੇ, ਜਿਹੜੇ ਕੁਝ ਊਲ ਜਲੂਲ ਬੋਲਦੇ ਜਾਂ ਕੁਛ ਇੱਦਾਂ ਦੀ ਗੱਲ ਸੀ। 6 ਚੈਨਲ ਹੁਣ ਇਹਨਾਂ ਦੇ ਪਿੱਛੇ ਪੈ ਗਿਆ, ਔਰ ਉਹਨਾਂ ਨੇ ਕਿਹਾ ਤਾ ਕਿ ਜੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਜਾਊਗਾ ਤਾਂ ਫਿਰ ਉਹ ਤੋਂ ਬਾਅਦ ਅਸੀਂ ਬਿਲਕੁਲ ਇਹਨੂੰ ਬੰਦ ਕਰ ਦੇਵਾਂਗੇ। ਤਾਂ ਕਿ ਉਹਨਾਂ ਨੇ ਕਿਹਾ ਵੀ ਸਾਡਾ ਸਰਦਾ ਬਣਦਾ ਜਿਹੜਾ ਹਿੱਸਾ ਅਜੇ ਤੱਕ ਕੁਝ ਨਹੀਂ ਹੋਇਆ। ਅਤੇ ਜਿਹੜਾ ਆਸਟ੍ਰੇਲੀਆ ਨੇ ਕੀਤਾ ਸੀ ਉਹ ਹੈਗਾ 2021 ਐਕਟ ਕੋਡ, ਉਹਨਾਂ ਨੇ ਛਾਇਆ ਕਰ ਦਿੱਤਾ। ਆਸਟ੍ਰੇਲੀਆ ਨੇ ਜਿਹੜਾ ਇਨੀਸ਼ੀਏਟਿਵ ਲੈ ਲਿਆ, ਮੇਰਾ ਖਿਆਲ ਹੁਣ ਉਹਨਾਂ ਵੱਲ ਵੇਖ ਕੇ ਵੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਭਾਰਤ ਦੀ ਸਰਕਾਰ ਆ, ਇਹਨਾਂ ਨੇ ਵੀ ਅੱਜ ਅਨਾਉਂਸ ਕਰ ਦਿੱਤਾ ਕਿ ਇਹਨੂੰ ਰੋਕਣ ਲਈ ਜਾਂ ਇਹਨੂੰ ਚੱਲਣ ਲਈ ਜੋ ਕੁਛ ਹੋਊਗਾ ਸਾਰਾ ਕੁਛ ਅਸੀਂ ਮੁਫਤ ਦੇ ਵਿੱਚ ਨਹੀਂ ਚੱਲਣ ਦੇਵਾਂਗੇ। ਸਾਰਾ ਕੁਝ ਜੋ ਕੁਛ ਉਹਦੇ ਵਿੱਚ, ਜਿੱਦਾਂ ਹੁਣ ਆਪਾਂ ਵਿਗਿਆਪਨ ਦੀ ਗੱਲ ਕੀਤੀ, ਕਮਰਸ਼ੀਅਲ ਦੀ ਗੱਲ ਕੀਤੀ ਆ, ਉਹ ਅਮਰੀਕਾ 'ਚ ਵੀ ਇਹਦਾ ਗੱਲ ਹੋ ਗਿਆ, ਉਹ ਵੀ ਇਹਦਾ ਇੱਕ ਹਿੱਸਾ, ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਕਮਰਸ਼ੀਅਲ ਜਿਹੜੇ ਚੱਲਦੇ ਸਾਰਾ ਕੁਛ ਉਹਦਾ ਹੁੰਦਾ ਉਹ ਇਕੱਲੇ ਤੁਸੀਂ ਚਲਾ ਰਹੇ ਜੇ, ਕੰਪਨੀਆਂ ਨੂੰ ਜਿਹੜਾ ਤੁਸੀਂ ਐਡਵਰਟਾਈਜ਼ ਕਰ ਰਹੇ ਜੇ ਉਹਦੇ 'ਚ ਟੈਕਨੋਲੋਜੀ ਜਿਹੜੀ ਹੈ ਇਨਫੋਰਮੇਸ਼ਨ ਮੀਡੀਆ ਉਹ ਕਿੱਥੇ ਗਿਆ। ਲਾ ਡਿਪਾਰਟਮੈਂਟ ਜਿਹੜਾ ਉਹਨਾਂ ਨੇ ਉਹਨੂੰ ਪੁੱਛ ਦੱਸ ਕੀਤੀ ਹੈ। ਇਹ ਹੁਣ ਸਾਰੇ ਪਾਸੇ ਇਸੇ ਕਰਕੇ ਖੰਨਾ ਜੀ ਹੋਣਾ, ਕਿਉਂਕਿ ਇਹ ਇਸ ਵੇਲੇ ਬੜਾ ਸਿਖਰਾਂ 'ਤੇ ਪਹੁੰਚ ਗਿਆ ਜਿਹੜਾ ਸੋਸ਼ਲ ਮੀਡੀਆ, ਜਿਹਦੇ ਵਿੱਚ ਗੂਗਲਸ ਦੀ ਗੱਲ ਕੀਤੀ ਆਪਾਂ, ਹੈ ਨਾ, ਇੰਸਟਾਗ੍ਰਾਮ ਦੀ ਗੱਲ ਕੀਤੀ ਆ, ਫੇਸਬੁੱਕ ਦੀ ਗੱਲ ਕੀਤੀ ਆ, ਇਹ ਸਾਰੇ ਇਹਦੇ ਵਿੱਚ ਹੈਗਾ। ਕਈ ਤਾਂ ਜਿਹੜੀਆਂ ਫੇਕ ਪਾ ਰਹੇ ਆ ਬਹੁਤ ਪੋਸਟਾਂ, ਜਿਸ 'ਚ ਲੜਾਈ ਝਗੜੇ ਕਰਨ ਦੀ ਬਜਾਏ ਕੋਈ ਧਰਮ ਦੇ ਅਗੇਂਸਟ ਪਾ ਰਹੇ ਆ, ਕੋਈ ਕਿਸੇ ਦੇ ਤਸ਼ੱਦਦ ਦੀ ਕਰ ਰਹੇ ਆ, ਕੋਈ ਲੜਾਈਆਂ ਦੀ, ਕੋਈ ਇੰਡੀਵਿਜੂਅਲ ਵੀ ਹੈਗੀਆਂ ਜਿਹੜੀਆਂ ਘਰਾਂ 'ਚ ਨਵਾਂ ਸੱਸਾਂ ਦੀ ਲੜਾਈ ਵੀ ਕਰਾ ਰਹੇ। ਇੱਦਾਂ ਦਾ ਸੋਸ਼ਲ ਮੀਡੀਆ ਨੇ ਵੀ ਇਸ ਵੇਲੇ ਅੱਤ ਚੁੱਕ ਲਈ ਹੈ। ਜਿਸ ਤਰ੍ਹਾਂ ਆਪਾਂ ਅੱਗੇ ਜ਼ਿਕਰ ਕੀਤਾ ਸੀ, ਬਰਾਕ ਓਬਾਮਾ ਨੇ ਕਿਹਾ ਸੀਗਾ ਕਿ ਜੇ ਇੱਥੇ ਕੁਝ ਰੋਕ ਨਹੀਂ ਲਾਊਗਾ ਜਾਂ ਇੱਥੇ ਕੰਟਰੋਲ ਨਹੀਂ ਕੀਤਾ ਜਾਊਗਾ, ਜੇ ਇਹਨੂੰ ਆਪਣੇ ਨਿਯੰਤਰਣ ਵਿੱਚ ਨਹੀਂ ਰੱਖਿਆ ਜਾਊਗਾ ਤਾਂ ਇਹ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਹੋ ਜਾਊਗਾ ਕਿ ਸਾਰੀ ਦੁਨੀਆ ਖਫਾ ਆ ਜਾਊਗੀ, ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਨੈਗੇਟਿਵਿਟੀ ਸੋਚ ਆ ਜਾਊਗੀ। ਹੁਣ ਬੱਚੇ ਇਸ ਪਾਸੇ ਲੱਗ ਚੁੱਕੇ ਆ, ਕੁੜੀਆਂ ਇਸ ਪਾਸੇ ਲੱਗ ਚੁੱਕੀਆਂ, ਨਾ ਕੇਵਲ ਇੰਡੀਆ, ਸਾਰੇ ਦੇਸ਼ਾਂ ਵਿੱਚ ਚੱਲ ਰਿਹਾ ਕੰਮ। ਤੁਸੀਂ ਏਅਰਪੋਰਟ 'ਤੇ ਜਾਓ, ਸਾਰੇ ਮੋਬਾਈਲ 'ਤੇ ਲੱਗੇ ਹੁੰਦੇ, ਕੋਈ ਕਿਸੇ ਹੱਲ ਵੇਂਦਾ ਨਹੀਂ ਗਾ, ਸਾਰੇ ਆਪਣੇ ਆਪਣੇ ਇੱਧਰ ਲੱਗੇ ਹੁੰਦੇ। ਘਰਾਂ 'ਚ ਚੱਲ ਜਾਓ, ਜਨਾਨੀਆਂ ਰੋਟੀ ਨਹੀਂ ਬਣਾਉਂਦੀਆਂ, ਇੱਧਰ ਹੀ ਲੱਗੀਆਂ ਹੁੰਦੀਆਂ, ਸਾਰੇ ਇਸੇ ਕਰਕੇ। ਕੋਈ ਭਾਂਡੇ ਨਹੀਂ ਮਾਂਜ ਰਿਹਾ, ਕੋਈ ਵਾਰੀ ਸਬਜ਼ੀ ਥੱਲੇ ਕੌਲੀ ਪਈ ਹੁੰਦੀ ਹੈ ਅਤੇ ਕੌਲੀ ਕੋਈ ਚੁੱਕ ਲੈ ਤਾਂ ਭੁੰਜੇ ਰੋਟੀ ਲਾਈ ਜਾਂਦੇ, ਧਿਆਨ ਨਹੀਂ, ਫਿਰ ਰੋਟੀ ਖਾ ਰਹੇ ਨੇ, ਕੀ ਕਰ ਰਹੇ। ਕਿਸੇ ਨੇ ਬੜਾ ਵਧੀਆ ਮਜ਼ਾਕ ਕੀਤਾ ਕਿ ਇੱਕ ਬੰਦਾ ਨਾ ਮੋਬਾਈਲ ਦੇਖਦਾ ਦੇਖਦਾ ਤੁਰਿਆ ਜਾਂਦਾ ਹੈ ਤੇ ਕਿਸੇ ਹੋਰ ਦੇ ਘਰ ਚਲਾ ਜਾਂਦਾ ਹੈ, ਆਪਣੇ ਘਰ ਦੀ ਬਜਾਏ ਆਪਣਾ ਘਰ ਭੁੱਲ ਗਿਆ, ਤੇ ਜਾ ਕੇ ਉੱਥੇ ਸੋਫੇ ਤੇ ਬਹਿ ਜਾਂਦਾ, ਡਰਾਇੰਗ ਰੂਮ ਦੇ ਵਿੱਚ ਮੋਬਾਈਲ ਤੇ ਲੱਗਾ ਹੋਇਆ। ਤੇ ਜਿਹੜੀ ਅੰਦਰ ਲੇਡੀ ਹੈਗੀ ਹੈ ਉਹ ਆਂਦੀ, ਉਹ ਵੀ ਮੋਬਾਈਲ ਤੇ ਲੱਗੀ ਹੋਈ ਹੈ, ਉਹਦੇ ਕੋਲ ਕਾਫੀ ਰੱਖ ਜਾਂਦੀ ਹੈ, ਖਾਣ ਪੀਣ ਨੂੰ ਰੱਖ ਜਾਂਦੀ ਹੈ, ਉਹਨੂੰ ਪਤਾ ਹੀ ਨਹੀਂ ਕੌਣ ਹੈਗਾ, ਉਹਨੂੰ ਵੀ ਨਹੀਂ ਪਤਾ ਕੌਣ ਹੈਗਾ, ਉਹ ਆਪਣਾ ਖਾਈ ਪੀ ਜਾਂਦਾ, ਉਹ ਅੰਦਰ ਚਲੀ ਜਾਂਦੀ ਹੈ। ਇੰਨੇ ਨੂੰ ਜਿਹੜਾ ਉਹ ਘਰ ਦਾ ਅਸਲੀ ਮਾਲਕ ਹੈ ਉਹ ਆ ਜਾਂਦਾ, ਉਹ ਵੀ ਮੋਬਾਈਲ ਦੇ ਉੱਤੇ, ਉਹ ਦੇਖਦਾ ਕਿ ਕੋਈ ਹੋਰ ਬੈਠਾ ਹੋਇਆ, ਕਹਿੰਦਾ ਸੌਰੀ ਮੈਂ ਗਲਤੀ ਨਾਲ ਤੁਹਾਡੇ ਘਰ ਆ ਗਿਆ, ਮੈਂ ਆਪਣੇ ਘਰ ਚੱਲਿਆ। ਉਹਨੂੰ ਲੱਗਾ ਮੇਰਾ ਘਰ ਨਹੀਂਗਾ, ਕਿਉਂਕਿ ਹੋਸ਼ ਹਵਾਸ ਗਵਾਚ ਗਿਆ, ਦੁਨੀਆ ਨੂੰ ਇਹ ਨਹੀਂ ਪਤਾ ਕੀ ਹੈਗਾ। ਪਰ ਇਹਦੇ ਵਿੱਚ ਪਤਾ ਕਿ ਕਮਿੰਗ ਜਨਰੇਸ਼ਨ ਜਿਹੜੀ ਨਵੇਂ ਮੁੰਡੇ ਕੁੜੀਆਂ ਜ਼ਿਆਦਾ ਇਨਵੋਲਵ ਹੈ। ਤੁਸੀਂ ਪੁਰਾਣੇ ਲੋਕ ਦੇਖ ਲਓ, ਕੋਈ ਜਿਹੜੇ 70-75 ਦੇ ਨੇੜੇ, ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ, ਫੋਨ ਸੁਣਦੇ ਆ ਤਾਂ ਕਰਦੇ ਆ, ਇੰਨਾ ਕੁ ਪਤਾ ਹੋ ਗਿਆ ਵੀ ਡਾਲਿੰਗ ਕਿੱਦਾਂ ਹੋਣੀ ਹੈ, ਸਾਰਾ ਕੁਝ ਕੀ ਕਰਨਾ। ਪਰ ਜਦੋਂ ਸੋਸ਼ਲ ਮੀਡੀਆ ਆ ਗਿਆ, ਵਾਇਰਲ ਹੋ ਗਈਆਂ ਗੱਲਾਂ,
ਉਹਦੇ ਵਿੱਚ ਇਹ ਵੀ ਨਹੀਂ ਪਤਾ ਲੱਗਦਾ ਪੈਸੇ ਫੜਦੇ ਫੜਾਉਂਦੇ ਦਾ। ਕਈ ਤਾਂ ਸਸਪੈਂਡ ਹੋ ਗਏ, ਨੌਕਰੀਆਂ ਗਵਾ ਚੁੱਕੇ ਆ। ਭਗਵੰਤ ਮਾਨ ਸਰਕਾਰ ਨੇ ਕਹਿਤਾ ਵੀ ਵੀਡੀਓ ਬਣਾ ਕੇ ਭੇਜੋ, ਉਹ ਤਾਂ ਜੇ ਮਸਲਾ ਪੂਰਾ ਨਹੀਂ ਹੋਇਆ, ਪਰ ਲੋਕਾਂ ਨੂੰ ਪਤਾ ਲੱਗ ਗਿਆ। ਵੀਡੀਓ ਵੈਸੇ ਵੀ ਬਣਾ ਰਹੇ ਪਹਿਲੋਂ, ਉਹ 'ਚ ਕਈ SHO, ਕਈ ਇੰਸਪੈਕਟਰ, ਕਈ MLA ਹੈ ਨਾ, ਕਈ ਮੰਤਰੀ, ਕਈਆਂ ਦੀ ਵਾਇਸ ਓਵਰ ਹੋਈ ਹੈ, ਵਾਇਸ ਵੀ 'ਚ ਮਿਕਸ ਹੋਈ ਹੈ, ਕਈ ਸਰਪੰਚ ਹੈ ਨਾ, ਪੰਚਾਇਤਾਂ ਵੀ ਉਜੜ ਗਈਆਂ ਇਹ ਚੀਜ਼ਾਂ ਨਾਲ। ਕਿਉਂਕਿ ਲੋਕਾਂ ਨੂੰ ਚਾਹੀਦਾ ਕਿ ਹੁਣ ਤਰੀਕੇ ਨਾਲ ਕੰਮ ਕਰਨ, ਜਿੱਥੇ ਵੀ ਜਾਂਦੇ ਆ ਹਿਸਾਬ ਨਾਲ ਰਹਿਣ। ਕਈ ਬੰਦੇ ਤਾਂ ਵੈਸੇ ਕੌਨਸ਼ੀਅਸ ਨਹੀਂ ਇਸ ਚੀਜ਼ ਬਾਰੇ, ਉਹਨਾਂ ਨੂੰ ਪਤਾ ਨਹੀਂ ਕਿ ਕੈਮਰਾ ਕਿੱਥੇ ਲੱਗਾ, ਕੀ ਹੋ ਰਿਹਾ, ਉਹ ਆਪਣੀ ਮਨਮਾਨੀ ਕਰਦੇ ਆ। ਅਤੇ ਜਿਸ ਦਿਨ ਫੜੇ ਜਾਂਦੇ ਆ, ਪੁਲਿਸ ਆ ਜਾਂਦੀ ਹੈ, ਵੀਡੀਓ ਗਵਾਹੀ ਵੀਡੀਓ ਹੀ ਆ। ਹੁਣ ਆਪਾਂ ਗੱਲ ਕੀਤੀ ਸੀ ਨਾ ਲਖੀਮਪੁਰ ਖੀਰੀ ਦੀ, ਕਿ ਉੱਥੇ ਕੀ ਕੁਛ ਉੱਥੇ ਗਵਾਹ ਨਹੀਂ ਹੈਗਾ। ਜਦੋਂ ਵੀਡੀਓ ਸਾਰਾ ਕੁਛ ਵੀਡੀਓ ਬਣਦਾ, ਕੈਮਰੇ ਹੁੰਦੇ ਆ। ਕਈ ਵਾਰੀ ਜੁਡੀਸ਼ਰੀ ਜਿੱਥੇ ਉਹਨਾਂ ਨੇ ਫੇਵਰ ਕਰਨੀ ਹੈ, ਵੀਡੀਓ ਮੰਗਦੇ ਹੀ ਨਹੀਂ ਗੇ। ਵੀਡੀਓ ਦਾ ਯੁੱਗ ਆ, ਹਰ ਚੀਜ਼ ਅਵੇਲੇਬਲ ਆ। ਹਾਂ, ਸੋ ਇਹ ਚੀਜ਼ਾਂ ਨੇ। ਵੈਸੇ ਕੁੱਲ ਮਿਲਾ ਕੇ ਨਾ ਸੋਸ਼ਲ ਮੀਡੀਆ ਦਾ ਇੱਕ ਅਲੱਗ ਹੀ ਸੀਨ ਹੈ, ਤਮਾਸ਼ਾ ਹੈ। ਤਮਾਸ਼ਾ ਹੈ, ਬਿਲਕੁਲ ਤਮਾਸ਼ਾ ਹੈ। ਜਿੱਥੇ ਕੋਈ ਸੰਜੀਦਾ ਗੱਲ ਹੋਵੇ ਉੱਥੇ ਤਾਂ ਵਾਕਈ ਕੋਈ ਡਾਇਲੋਗ ਕ੍ਰੀਏਟ ਹੁੰਦਾ ਹੈ, ਅਦਰਵਾਈਜ਼ ਤੇ 90% ਤੇ ਖੱਪਖਾਨਾ ਹੀ ਹੈ। ਤੁਹਾਡੀ ਗੱਲ ਸਹੀ ਹੈ। ਸੰਜੀਦਾ ਦੀ ਮੈਂ ਗੱਲ ਕਰਦਾ, ਕਿਤੇ ਮੰਨ ਲਓ 2 ਕਾਰਾਂ ਦਾ 4 ਮੋਟਰਸਾਈਕਲ ਆਪੋ 'ਚ ਭਿੜ ਗਿਆ, ਬੰਦੇ ਤੜਫ ਰਹੇ ਆ ਪਾਣੀ ਤੋਂ, ਪੈਸੇ ਨੂੰ, ਤਾਂ ਸਾਨੂੰ ਕਿਸੇ ਜਾ ਕੇ ਫਸਟ ਏਡ ਦਿਓ, ਕੁਛ ਦਿਓ, ਅਤੇ ਸਾਰੇ ਕੈਮਰੇ 'ਤੇ ਲੱਗੇ ਆ ਹੈ ਨਾ, ਵੀਡੀਓ ਬਣਾ ਰਹੇ ਉਹਦੀ। ਕੋਈ ਜਿਹੜੀਆਂ ਸਨੈਪ ਲੈ ਰਿਹਾ, ਕੋਈ ਕੁਛ ਕਰ ਰਿਹਾ ਕਰਕੇ, ਅਤੇ ਫੇਸਬੁੱਕ 'ਤੇ ਪਾਈ ਜਾ ਰਹੇ ਆ। ਬੰਦੇ ਮਰ ਰਹੇ ਆ, ਜਾਨ ਉਹਨਾਂ ਦੀ ਖਤਮ ਹੋ ਰਹੀ ਆ, ਕੋਈ ਨਹੀਂ ਕਰ ਰਿਹਾ। ਅਤੇ ਕੋਈ ਲਟੇਰੇ ਆ, ਕਈ ਪੈਸੇ ਵਿੱਚੋਂ ਕੱਢ ਰਹੇ ਆ, ਕਈ ਉਹਨਾਂ ਦੇ ਬਟੂਏ ਫੋੜ ਰਹੇ ਆ ਹੈ ਨਾ, ਕਈ ਉਹਨਾਂ ਦੇ ਕੈਮਰੇ ਕੱਢ ਰਹੇ ਆ। ਇਹ ਹੈ ਸਾਡਾ ਪ੍ਰਚਲਨ, ਇਹ ਸਾਡਾ ਵਰਤਾਓ ਆ ਲੋਕਾਂ ਨਾਲ। ਉਹ ਜ਼ਮਾਨਾ ਪਹਿਲਾ ਜ਼ਮਾਨਾ ਸੀ ਜਦੋਂ ਕੋਈ ਮਾੜਾ ਫੱਟੜ ਹੁੰਦਾ, ਕੁਛ ਆਪਣੇ ਮੋਢਿਆਂ 'ਤੇ ਚੁੱਕ ਕੇ ਲੈ ਜਾਂਦੇ, ਗੱਡੀਆਂ ਵੀ ਨਹੀਂ ਸੀ ਹੁੰਦੀਆਂ, ਬੰਦੇ ਨੂੰ ਮਰਨ ਨਹੀਂ ਸੀ ਦਿੰਦੇ, ਪਾਣੀ ਤੋਂ ਧਿਆਨ ਨਹੀਂ ਸੀ ਹੋਣ ਦਿੰਦੇ, ਨਹਿਰਾਂ ਵੱਲ ਭੱਜ ਜਾਂਦੇ, ਪਾਣੀ ਪਗੜੀਆਂ ਨਾਲ ਭਿਉਂ ਕੇ ਪਾਣੀ ਲੈ ਆਉਂਦੇ, ਜੇ ਗਲਾਸ ਨਹੀਂ ਹੈਗਾ, ਬੰਦਾ ਨਹੀਂ ਸੀ ਮਰਨ ਦਿੰਦੇ। ਪਰ ਹੁਣ ਸਾਡੇ ਹੈਗਾ ਤਮਾਸ਼ਾ, ਜਿੱਦਾਂ ਆਪਾਂ ਕਹਿ ਰਹੇ ਹਾਂ, ਤਮਾਸ਼ਾ ਹੈ ਸੋਸ਼ਲ ਮੀਡੀਆ ਦਾ। ਮਰਦਾ ਤਾਂ ਮਰਨ ਦੋ, ਕੋਈ ਗੱਲ ਨਹੀਂ, ਵੀਡੀਓ ਬਣਾਓ ਯਾਰ, ਵੀਡੀਓ ਭੇਜੋ ਯਾਰ, ਲੋਕਾਂ ਨੂੰ ਪਤਾ ਲੱਗ ਜੇ, ਇਹ ਪਛਾਣ ਕੇ ਆ ਜਾਣਗੇ। ਜਿੰਨੀ ਦੇਰ ਤੱਕ ਘਰ ਦੇ ਆਉਂਦੇ, ਉਹ ਬੰਦਾ ਬਹੁਤ ਹੋ ਗਿਆ ਹੁੰਦਾ, ਬੰਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੁੰਦਾ। ਬਿਲਕੁਲ ਵੀਡੀਓ ਬਣਾਉਂਦੇ ਨੇ। ਹੁਣ ਇੱਕੋ ਬੰਦਾ ਬਾਜ਼ਾਰ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਉਹ ਚਾਈਨਾ ਡੋਰ ਦੇ ਵਿੱਚ ਉਲਝਿਆ ਹੋਇਆ, ਔਰ ਉਹ ਬਿਲਕੁਲ ਡੋਰ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਪਿਆ, ਉਲਝਿਆ ਪਿਆ, ਖੂਨੋ ਖੂਨ ਹੋਈ ਜਾਂਦਾ ਪਿਆ, ਔਰ ਉਹ ਤੜਪਦਾ ਪਿਆ, ਤੇ ਲੋਕ ਵੀਡੀਓ ਬਣਾ ਰਹੇ ਨੇ। ਬਜਾਏ ਇਸ ਦੇ ਕਿ ਉਹਨੂੰ ਕੰਟਰੋਲ ਕਰੋ, ਜਾ ਕੇ ਪਤਾ ਨਹੀਂ ਕਿਸ ਇਲਾਕੇ ਦੀ ਹੈ ਉਹ ਕਿਸੇ ਤਰ੍ਹਾਂ ਕੱਟੋ। ਇੱਕ ਚਾਈਨਾ ਡੋਰ ਪਤਾ ਨਹੀਂ ਕਿੱਥੋਂ ਆ ਗਈ ਹੈ, ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਉਹਦੇ ਕਰਕੇ। ਚਾਈਨਾ ਡੋਰ ਮੁੱਦਾ ਬੜਾ ਸੰਜੀਦਾ ਰਿਹਾ ਔਰ ਬੜਾ ਪ੍ਰਚਲਿਤ ਹੈ ਇਸ ਵੇਲੇ। ਇਹਦੇ ਵਿੱਚ ਪਤਾ ਕੀ ਹੈ ਕਿ ਜਿਹੜਾ ਹੁਣ ਬਸੰਤ ਗਈ ਹੈ, ਕੱਲ੍ਹ ਬਸੰਤ ਸੀਗੀ, ਉਹਦੇ 'ਚ ਜਦੋਂ ਪਤੰਗਾਂ ਉਡਾਈਆਂ ਬੜਾ ਕੁਛ ਹੋਇਆ, ਔਰ ਕਈਆਂ ਦੇ ਗਲੇ ਕੱਟੇ ਗਏ, ਕਈ ਕੁਛ। ਜਦੋਂ ਕਿ DC ਦੇ ਹੁਕਮ ਸੀਗੇ, ਔਰ ਉਹ ਗਵਰਨਰ ਤੋਂ ਵੀ ਆ ਗਿਆ ਸੀ ਆਰਡਰ ਕਿ ਕਿਸੇ ਵੀ ਜਿੱਥੇ ਉੱਡਣ ਗਿਆ ਤੇ ਚਾਈਨਾ ਡੋਰ ਨਹੀਂ ਵਰਤੀ ਜਾਊਗੀ। ਬੱਚੇ ਜਿਹੜੇ ਕਰਨਗੇ ਉਹਨਾਂ ਨੂੰ ਤੇ ਧਾਰਾ ਲਾਈਆਂ ਜਾਣਗੀਆਂ। ਉਹਨਾਂ ਨੇ ਇਹ ਵੀ ਕਹਿਤਾ ਕੈਮਰੇ ਉੱਤੇ ਆ, ਜੇ ਤੁਸੀਂ ਪਤੰਗ ਉਡਾ ਰਹੇ ਜੇ, ਤੁਹਾਨੂੰ ਪਤਾ ਹੈਗਾ ਉੱਥੋਂ ਜਦੋਂ ਉਡਾ ਰਹੇ ਜੇ, ਤੁਹਾਨੂੰ ਅਗਲੀ ਛੱਤ 'ਤੇ ਵੇਖ ਰਿਹਾ ਉਹ ਵਾਇਰਲ ਕਰ ਦੂਗਾ, ਫਿਰ ਤੁਹਾਨੂੰ ਪੁਲਿਸ ਆ ਕੇ ਫੜ ਲੂ। ਕਈ ਡਰਾਵੇ ਮਾਰੇ, ਪਰ ਬੱਚੇ ਨਹੀਂ ਟਲੇ। ਕਈ ਤਾਂ ਵਿਚਾਰੇ ਕੁੱਤੇ ਜਿਹੜੇ ਆ ਨਾ, ਉਹ ਛੱਤਾਂ 'ਤੇ ਸੀਗੇ, ਉਹਨਾਂ ਦੇ ਜਿਹੜੇ ਪੈਰਾਂ ਨੂੰ ਜਦੋਂ ਡੋਰ ਲੱਗ ਗਈ, ਉਹਨਾਂ ਦੇ ਲੱਤਾਂ ਹੀ ਖਿੱਚੀਆਂ ਗਈਆਂ। ਕੁੱਤੇ ਨੂੰ ਤਾਂ ਪਤਾ ਹੀ ਨਹੀਂਗਾ, ਉਹਨੇ ਵਿਚਾਰੇ ਨੇ ਕਦੇ ਐਨੂੰ ਲੱਤਾਂ ਮਾਰੀ, ਕਹਿੰਦੇ ਤੂੰ ਦੀਆਂ ਲੱਤਾਂ ਤੋਂ ਖਿੱਚ ਕੇ ਪਤੰਗਾਂ ਜਦੋਂ ਡਿੱਗਦੀਆਂ ਉੱਤੇ, ਜਦੋਂ ਪਤੰਗਾਂ ਡਿੱਗ ਕੇ ਜਾਂ ਜਦੋਂ ਉਹਨਾਂ ਦੇ ਲਾਉਂਦੇ ਆ ਨਾਲ ਪੇਚੇ ਲਾਉਂਦੇ ਆ, ਉਹ ਪਤੰਗਾਂ ਡਿੱਗ ਪੈਂਦੀਆਂ, ਪੇਚਾ ਲੱਗ ਕੇ ਕੱਟ ਹੀ ਨਹੀਂ ਜਾਂਦੀ ਇਹਦੇ ਨਾਲ, ਇਹ ਆਪੋ 'ਚ ਕੱਟ ਨਹੀਂ ਸਕਦੀ। ਇਹਨੂੰ ਤੁਸੀਂ ਕਰਦਨਾ ਕੱਟੋਗੇ ਤਦ ਹੋਗਾ। ਪਹਿਲਾਂ ਧਾਗਾ ਸੀ, ਜਦੋਂ ਤੁਸੀਂ ਰਗੜੋਗੇ ਇਹਨੂੰ ਤਾਂ ਇੱਕ ਪਤੰਗ ਕੱਟੀ ਜਾਂਦੀ ਸੀ। ਮਾਝੇ 'ਚ ਇਹਨੂੰ ਗੁੱਡੀ ਜਾਂਦੇ ਆ, ਔਰ ਦੁਆਬੇ ਤੇ ਮਾਲਵੇ 'ਚ ਇਹਨਾਂ ਨੂੰ ਪਤੰਗ ਕਹਿੰਦੇ, ਹਿੰਦੀ 'ਚ ਪਤੰਗ ਕਹਿੰਦੇ ਆ। ਪਰ ਬੱਚਿਆਂ ਨੇ ਬੜੀਆਂ ਉਡਾਈਆਂ ਹੈ ਨਾ, ਉਹਦੇ 'ਚ ਸਾਰੇ ਪਾਸੇ ਇਹ ਰਹੀ ਗੱਲ। ਪਰ ਆਹ ਤੁਹਾਡੀ ਗੱਲ ਸਹੀ ਆ ਕਿ ਜਿਹੜੀ ਚਾਈਨਾ ਡੋਰ ਆ ਕਿੱਥੋਂ ਗਈ, ਇਹਨੂੰ ਰੋਕਦਾ ਕਿਉਂ ਨਹੀਂ ਕੋਈ? ਇਹ ਤਾਂ ਸ਼ੀਸ਼ੇ ਨਾਲ ਬਣੀ ਹੁੰਦੀ ਹੈ। ਇੰਪੋਰਟ ਕਿਉਂ ਕਰਦੇ ਹੋ? ਹਾਂ, ਦੁਕਾਨਾਂ 'ਤੇ ਕਿਉਂ ਵਿਕਰੀ? ਬੱਚੇ ਤਾਂ ਲਿਆਉਣਗੇ। ਖਤਰਨਾਕ ਚੀਜ਼ ਹੈ, ਬਹੁਤ ਡੈਥਸ ਹੁੰਦੀਆਂ ਨੇ ਇਹਦੇ ਨਾਲ। ਇਹ ਤਾਂ ਐਕਸੀਡੈਂਟ ਤੋਂ ਜ਼ਿਆਦਾ ਖਤਰਨਾਕ ਹੈ। ਬਹੁਤ ਖਤਰਨਾਕ। ਤੁਹਾਡਾ ਗਲਾ ਕੱਟ ਦੂਗੀ, ਤੁਹਾਡੀ ਛਾਤੀ ਕੱਟ ਦੂਗੀ, ਜਿੱਥੇ ਲੱਗ ਗਈ ਕੱਪੜੇ ਪਾੜ ਦੂਗੀ, ਬਹੁਤ ਕੁਝ ਗਲਤ ਹੈਗਾ। ਇਹ ਗਲਤ ਹੈ, ਇਦਾਂ ਦੀਆਂ ਚੀਜ਼ਾਂ ਬਣਨੀਆਂ ਹੀ ਨਹੀਂ ਚਾਹੀਦੀਆਂ। ਸੁਪਰਫੀਸ਼ੀਅਲ ਚੀਜ਼ਾਂ ਨੇ। ਐਡੀਸ਼ਨ ਆ ਗਿਆ ਆਪਣੇ ਕੋਲ, ਨਾਲ ਜੁੜ ਗਿਆ ਜੀ, ਬਿਲਕੁਲ ਨਾਲ ਜੁੜ ਗਿਆ। ਕਿਉਂਕਿ ਗੱਲ ਕੀਤੀ ਇਹਦੀ ਪਤੰਗ ਦੀ ਤੇ ਇਹਦੀ ਗੱਲ ਉਹ ਵਾਇਰਲ ਹੋ ਗਈ ਨਾ ਵੀਡੀਓ, ਮੈਂ ਉਹਦੀ ਗੱਲ ਕਰ ਰਿਹਾ ਸੀ। ਜੀ। ਔਰ ਹੁਣ ਇੱਕ ਚੰਗੀ ਨਿਊਜ਼ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ 500 ਆਮ ਆਦਮੀ ਸਿਹਤ ਕਲੀਨਿਕ ਖੋਲ੍ਹਣ ਜਾ ਰਹੇ ਨੇ। ਉਹਦਾ ਉਦਘਾਟਨ ਹੋ ਰਿਹਾ। ਸ਼ਾਇਦ ਜਦੋਂ ਆਪਾਂ ਰਿਕਾਰਡਿੰਗ ਕਰਦੇ ਪਏ ਇਸ ਵਕਤ ਅਰਵਿੰਦ ਕੇਜਰੀਵਾਲ ਸਾਹਿਬ ਉਹਦੀ ਰਿਕਾਰਡਿੰਗ ਉੱਥੇ ਉਹਦਾ ਉਦਘਾਟਨ ਲਈ ਆ ਰਹੇ ਹੋ। ਹਾਂ ਜੀ। ਵੈਸੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ 27 ਜਨਵਰੀ ਨੂੰ ਅਸੀਂ ਉਦਘਾਟਨ ਕਰਾਂਗੇ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ। ਬਹੁਤ ਅੱਛੀ ਗੱਲ ਹੈ। ਉਹਦੇ ਵਿੱਚ ਇਹਨਾਂ ਨੇ ਕਹਿਤਾ ਸੀਗਾ ਕਿ ਇਹ ਜਿਹੜੇ ਸਾਰਿਆਂ ਨੂੰ ਸੁਵਿਧਾਵਾਂ ਮਿਲਣਗੀਆਂ। 6 ਲੱਖ ਲੋਕਾਂ ਨੂੰ 6 ਮਹੀਨਿਆਂ ਦੇ ਵਿੱਚ ਅਸੀਂ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰ ਦਾਂਗੇ। ਔਰ ਇਹਦੇ ਵਿੱਚ 3 ਲੱਖ ਲੋਕਾਂ ਨੂੰ ਟੈਸਟ ਜਿਹੜੇ ਉਹਨਾਂ ਦੇ ਹੋਣਗੇ, ਔਰ ਟੈਸਟ ਦੇ ਫ੍ਰੀ ਆਫ ਕਾਸਟ ਹੋ ਜਾਣਗੇ ਸਾਰਿਆਂ ਦੇ ਵਿੱਚ। ਪਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਡਾਕਟਰ ਦੀ ਜਿਹੜੀ ਅਜੇ
ਸਹੂਲਤ ਆ, ਡਾਕਟਰ ਅਜੇ ਬਹੁਤ ਮੰਨੇ ਨਹੀਂ ਪਿੰਡਾਂ 'ਚ ਖਾਸ ਤੌਰ 'ਤੇ ਜਾਣ ਲਈ। ਜਿੰਨੇ ਵੀ ਡਾਕਟਰ ਹਨ ਜਿਹੜੀਆਂ ਸਿਹਤ ਸਹੂਲਤਾਂ ਦੇਣ ਲਈ ਸ਼ਹਿਰਾਂ ਵਿੱਚ ਜ਼ਿਆਦਾ ਤਰਜੀਹ ਦਿੰਦੇ ਆ, ਕਿਉਂਕਿ ਇਹਨਾਂ ਦੇ ਕਲੀਨਿਕ ਵੀ ਸ਼ਹਿਰਾਂ 'ਚ ਬਣੇ ਪਏ ਆ ਸਾਰਾ ਕੁਝ। ਨਰਸਾਂ ਜਿਹੜੀਆਂ ਕੁੜੀਆਂ ਜਾਣਾ ਚਾਹੁੰਦੀਆਂ ਪਿੰਡਾਂ ਤੋਂ ਪਤਾ ਨਹੀਂ ਕਿਉਂ ਡਰ ਆਉਂਦਾ, ਨਹੀਂ ਜਾ ਰਹੇ, ਪਰ ਹੁਣ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਜਾਵਾਂਗੇ ਜ਼ਰੂਰ, ਪਰ ਸਾਡੇ ਸਕੇਲ ਥੋੜ੍ਹੇ ਜਿਹੇ ਵਧਾ ਦਿਓ, ਆਹ ਪੈਸੇ ਸਾਨੂੰ ਦੇ ਦਿਓ। ਇੱਕ ਹੁੰਦਾ ਰੂਰਲ ਏਰੀਆ ਦਾ ਕੋਈ ਰਿਮੋਟ ਏਰੀਆ 'ਚ ਫੰਡਿੰਗ ਹੁੰਦੀ ਆ, ਉਹ ਦੇ ਦੇਣੀ ਚਾਹੀਦੀ ਇਹਨਾਂ ਨੂੰ ਤਾਂ ਕਿ ਲੋਕਾਂ ਨੂੰ ਜਿਹੜੀ ਸਹੂਲਤਾਂ ਮਿਲ ਸਕਣ। ਦਵਾਈਆਂ ਦੀ ਜਿਹੜੀ ਆਮਦ ਆ, ਦਵਾਈਆਂ ਜਿਹੜੀਆਂ ਮਿਲਣੀਆਂ ਕਿੱਥੋਂ ਲੈਣੀਆਂ, ਕਿੱਧਰ ਦੀ ਲੈਣੀਆਂ। ਹੁਣ ਜੇ ਬੱਚੇ ਨੂੰ ਜਾਂ ਬੰਦੇ ਨੂੰ ਕੋਈ ਬੰਦਾ ਬਿਮਾਰ ਆ ਤਾਂ ਉਹਨੂੰ ਟ੍ਰੀਟਮੈਂਟ ਲਈ ਦਵਾਈ ਲਿਖ ਦਿੰਦੇ ਆ, ਤੇ ਦਵਾਈ ਲਿਖਣ ਲਈ ਜੇ ਤਾਂ ਫ੍ਰੀ ਹੋਣੀ ਚੰਗੀ ਆ, ਨਹੀਂ ਤਾਂ ਗਰੀਬ ਆਦਮੀ ਦਵਾਈਆਂ ਕਿੱਥੋਂ ਲਊਗਾ। ਇਹ ਵੀ ਥੋੜ੍ਹਾ ਜਿਹਾ ਔਖਾ ਕੰਮ ਹੈ, ਪਰ ਇਹਦੇ 'ਚ ਇੱਕ ਆਲੋਚਨਾ ਬਹੁਤ ਹੋਈ ਆ। ਸੁਖਬੀਰ ਬਾਦਲ ਨੇ ਕਹਿ ਦਿੱਤਾ ਕਿ ਇਹ ਜਿਹੜਾ ਹੈਗਾ ਲੋਕਾਂ ਨੂੰ ਭਰਮਾਉਣ ਲਈ ਕੰਮ ਕਰ ਦਿੱਤਾ ਇਹਨਾਂ ਨੇ, ਜੋ ਵੀ ਹੈਗਾ ਪ੍ਰੈਕਟੀਕਲ ਤੌਰ 'ਤੇ ਨਹੀਂ ਕਿਸੇ ਪਾਸੇ ਲੱਗਣਾ ਕੰਮ। ਵਿਰੋਧੀ ਤਾਕਤਾਂ ਕਰਦੀਆਂ ਗਾ, ਕਹਿੰਦੇ ਉਹ ਇਹਨਾਂ ਨੇ ਜਿਹੜੀ ਪੁਰਾਣੀਆਂ ਬਿਲਡਿੰਗਾਂ ਸੀ ਉਹਨਾਂ ਦੀ ਮੁਰੰਮਤ ਲਈ ਤੇ ਕਿੰਨਾ ਪੈਸਾ ਲਾਤਾ ਉੱਥੇ। ਜਦੋਂ ਕਹਿੰਦਾ ਇਹਨਾਂ ਕੋਲ ਪੈਸਾ ਇਹਦੇ ਕੁਛ ਨਹੀਂ ਹੈਗਾ, ਜਦੋਂ ਮੁਰੰਮਤ ਕਰਨੀ ਇਹਨਾਂ ਪੈਸਾ ਲਾਤਾ ਤੇ ਕਿਉਂ ਨਹੀਂ ਆਉਂਦਾ ਸਹੂਲਤਾਂ, ਤੇ ਫਿਰ ਕੀ ਲਾਉਣਗੇ? ਫੰਡਿੰਗ ਇਹਨਾਂ ਕੋਲ ਹੈ ਨਹੀਂ। ਉਹ ਕਹਿੰਦਾ 500 ਖੋਲ੍ਹ ਦਿੱਤਾ, ਇਹਦੇ ਨਾਲ ਥੋੜ੍ਹੇ ਖੋਲ੍ਹ ਦਿੰਦੇ ਤਾਂ ਉਹਦੇ ਨਾਲ ਸਾਰਾ ਕੁਛ ਹੁੰਦਾ। ਪਰ ਉਹਨਾਂ ਨੂੰ ਇਹ ਵੀ ਕੁਝ ਸਿਆਣੇ ਲੋਕਾਂ ਨੇ ਕਹਿਤਾ ਵੀ ਤੁਸੀਂ ਇਹਨਾਂ ਨੇ 500 ਖੋਲ੍ਹਿਆ, ਤੁਸੀਂ 2 ਖੋਲ੍ਹ ਦਿੰਦੇ ਉਹੀ ਚੰਗੇ ਸੀ। ਉਹ ਕਹਿੰਦਾ ਸਾਡੇ ਵਾਲਿਆਂ ਨੂੰ ਇਹਨਾਂ ਨੇ ਰੈਨੋਵੇਟ ਕਰ ਦਿੱਤਾ। ਗੱਲ ਇਹ ਹੈ ਨਾ, ਇਹ ਤਾਂ ਨਵੇਂ ਖੋਲੇ, ਚਲੋ ਖੋਲੇ, ਜਿਹੜੇ ਆਲਰੇਡੀ ਸਰਕਾਰੀ ਹਸਪਤਾਲ ਨੇ, ਡਿਸਪੈਂਸਰੀਆਂ ਨੇ, ਉਹਨਾਂ ਦਾ ਕੀ ਹਾਲ ਹੈ? ਉਹ ਵੀ ਤਾਂ ਨਾਲ ਕਰੋ ਨਾ ਕੁਝ। ਬਿਲਕੁਲ ਉਹ ਆਲਰੇਡੀ ਹੈਗੇ ਹੀ ਆ, ਉਹਨਾਂ ਨੂੰ ਤੁਸੀਂ ਹੋਰ ਵਧੀਆ ਬਣਾਓ। ਉਹਨੇ ਨਵੇਂ ਖੋਲ ਕੇ ਮਤਲਬ ਇਹ ਹੈ ਫਿਰ ਅਰਵਿੰਦ ਕੇਜਰੀਵਾਲ ਮਤਲਬ ਇਵੈਂਟ ਕ੍ਰੀਏਟ ਕਰਨਾ, ਖਿਲਾਰਾ, ਇਹ ਦਿਖਾਉਣਾ ਕਿ ਅਸੀਂ ਕੰਮ ਕਰਦੇ ਪਏ, ਖਿਲਾਰਾ ਹੀ ਹੈ, ਇਹਨੂੰ ਖਿਲਾਰਾ ਹੈ। ਹਾਂ ਮਤਲਬ ਤੁਸੀਂ ਸ਼ੁਰੂ ਕਰੋ। ਹੁਣ ਉਹ ਜੀ ਸੁਪਰੀਮੋ ਨੇ, ਹੁਣ ਤੁਸੀਂ ਇੱਕ ਬੇਸਿਕ ਗੱਲ ਸਮਝੋ, ਬੇਸਿਕ ਗੱਲ ਦਾ ਇੱਕ ਆਪਾਂ ਸਰਸਰੀ ਗੱਲ ਕਰਦੇ ਪਏ ਹਾਂ। ਤੁਸੀਂ ਕਲੀਨਿਕ ਖੋਲੇ, ਠੀਕ ਹੈ, ਹੁਣ ਅਰਵਿੰਦ ਕੇਜਰੀਵਾਲ ਉੱਥੋਂ ਆ ਕੇ ਇੱਥੇ ਉਦਘਾਟਨ ਕਰਨ, ਉਹਦੇ ਨਾਲ ਕੀ ਹੋ ਜਾਣਾ? ਅਜੇ ਰਾਘਵ ਚੱਡਾ ਜੀ ਨਹੀਂ ਆਏ, ਉਹਨਾਂ ਵੀ ਆਉਣਾ ਸੀ, ਉਹ ਤਾਂ ਰਾਜ ਸਭਾ ਦੇ ਨਾਲ ਕੀ ਹੋ ਜਾਣਾ? ਪਰ ਨਹੀਂ, ਇਹਦੇ 'ਚ ਜੋ ਪਾਵਰ ਹੈ ਇਹ ਗਵਰਨਰ ਨੂੰ ਕਹਿਣਾ ਚਾਹੀਦਾ, ਜਾਂ ਭਗਵੰਤ ਮਾਨ ਜੀ ਦੋ ਨੇ ਇੱਥੇ ਸੁਪਰ ਪਾਵਰ ਤਾਂ ਇਹ ਦੋ, ਇਹਨਾਂ ਦੋਵਾਂ ਨੂੰ ਆ ਕੇ ਇੱਥੇ ਕਰਨਾ ਚਾਹੀਦਾ, ਜਾਂ ਵਿਰੋਧੀ ਜਿਹੜੀ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਲੈਣੇ ਚਾਹੀਦੇ ਆ। ਉਹਦੇ ਨਾਲ ਆਉਣ ਨਾਲ ਪੰਜਾਬ ਦਾ ਕੋਈ ਉਹ ਨਹੀਂ, ਖੀੜਾ ਨਹੀਂ ਖਿੜੂਗਾ, ਕੁਝ ਨਹੀਂ ਹੋਊਗਾ। ਪੈਸਾ ਤਾਂ ਪੰਜਾਬ ਦਾ ਹੈਗਾ, ਜਾਂ ਤਾਂ ਕੇਜਰੀਵਾਲ ਸਾਹਿਬ ਉੱਥੋਂ ਪੈਸਾ ਭੇਜਣ ਦਿੱਲੀ ਤੋਂ ਤਾਂ ਕੁਝ ਗੱਲ ਬਣ ਜੇ। ਫੀਤਾ ਕੱਟਣਾ ਜਾਂ ਲੋਕਾਂ ਨੂੰ ਆਪਣੇ ਵਿੱਚ ਭਾਸ਼ਣ ਦੇਣੇ, ਜਾਂ ਲੋਕਾਂ ਨੂੰ ਕਹਿਣਾ ਅਸੀਂ ਸਹੂਲਤਾਂ ਪ੍ਰੋਵਾਈਡ ਕਰ ਰਹੇ, ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਕਰ ਰਹੇ ਆ। ਭਗਵੰਤ ਮਾਨ ਪੰਜਾਬ ਦੀ ਦੌਲਤ ਹੈ, ਪੰਜਾਬ ਦਾ ਪੁੱਤਰ ਹੈ, ਪੰਜਾਬ ਨੂੰ ਵੇਖਣ ਵਾਲਾ ਹੀ ਬੰਦਾ ਹੈਗਾ। ਇਹਨੂੰ ਤਾਂ ਪਤਾ ਕਿ ਲੋਕ ਦੁੱਖ ਸੁੱਖ ਕੀ ਕਰਨਗੇ, ਲੋਕਾਂ ਨੂੰ ਕੀ ਚਾਹੀਦਾ। ਇੱਕ ਪਿੰਡ ਦਾ ਜੰਮਪੜਾ ਨੂੰ ਪਤਾ ਕਿ ਕੀ ਕੁਛ ਕਰਨਾ ਚਾਹੀਦਾ, ਇੱਥੋਂ ਦੀ ਧਰਤੀ ਦਾ ਜੰਮਪੜਾ। ਹੁਣ ਜਿਹੜਾ ਬੰਦਾ ਆ ਰਿਹਾ 7ਵੇਂ ਅਸਮਾਨ ਤੋਂ ਉਸ ਪਾਸੋਂ ਦੀ ਆ ਰਿਹਾ, ਹੁਣ ਉਹਨੂੰ ਪੰਜਾਬ ਬਾਰੇ ਇੰਨਾ ਨਹੀਂ ਪਤਾ ਲੱਗੂਗਾ। ਹਾਲਾਂਕਿ ਇਹਨਾਂ ਦਾ ਸੀਨੀਅਰ ਹੈਗਾ, ਕਨਵੀਨਰ ਹੈਗਾ ਪਾਰਟੀ ਦਾ, ਪਰ ਪਾਰਟੀ ਦੇ ਸੁਪਰੀਮੋ ਹੋਣ ਨਾਲ ਇਹ ਨਹੀਂ ਗੱਲ ਬਣਦੀ ਕਿ ਦੂਜੇ ਬੰਦੇ ਮਾਈਨਸ ਹੋ ਜਾਣ। ਹੁਣ ਇੱਥੇ ਗਵਰਨਰ ਸਾਹਿਬ ਵੀ ਬੈਠੇ ਨੇ, ਆਪ ਵੀ ਬੈਠੇ ਆ, ਤਦੇ ਇਹਨਾਂ ਦੀ ਆਪਸੀ ਟਕਰਾਅ ਵਾ। ਕਿਹਦਾ ਭਲਾ? ਗਵਰਨਰ ਪ੍ਰੋਦ ਜੀ ਦਾ ਅਤੇ ਭਗਵੰਤ ਮਾਨ ਜੀ ਦਾ। ਇਹਨਾਂ ਦਾ ਆਪਸੀ ਕੋਈ ਸਲਾਹ ਮਸ਼ਵਰਾ ਨਹੀਂ ਬਹੁਤ ਹੁੰਦਾ, ਇੱਕਦਮ ਉੱਧਰ ਹੁੰਦਾ ਅਤੇ ਦੂਜੇ ਦਾ ਖੱਬੇ ਹੁੰਦਾ। ਇਹ ਗੱਲਾਂ ਸੱਚੀਆਂ ਵਾ, ਅਸੀਂ ਨਹੀਂ ਕਰ ਰਹੇ, ਲੋਕ ਕਰ ਰਹੇ ਆ, ਮੀਡੀਆ ਕਰ ਰਹੇ। ਉਦਘਾਟਨ ਵੇਲੇ ਪ੍ਰੋਹਿਤ ਸਾਹਿਬ ਨੂੰ ਬੁਲਾ ਲੈਂਦੇ, ਗਵਰਨਰ ਸਾਹਿਬ। ਮੈਂ ਉਹੀ ਤਾਂ ਕਿਹਾ, ਆਓ ਜੀ। ਸੁਪਰੀਮ ਉਹ ਸੁਪਰ ਪਾਵਰ ਉਹ ਆ ਪੰਜਾਬ ਦੀ, ਐਡਮਿਨ ਉਹਨਾਂ ਕੋਲ ਹੈਗਾ, ਭਗਵੰਤ ਮਾਨ ਇਕੁਅਲ ਉਹਨਾਂ ਦੇ। ਹੋਰ ਦੇਖੋ ਪੋਲੀਟੀਕਲ ਮਾਈਲੇਜ, ਵੱਡੇ ਬਾਦਲ ਸਾਹਿਬ ਸਾਡੇ ਬਜ਼ੁਰਗ ਹੋ, ਆਓ ਜੀ ਉਦਘਾਟਨ ਕਰੋ। ਦੇਖੋ ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ, ਉਹਨਾਂ ਦਾ ਸਤਿਕਾਰ ਹੋਇਆ। ਜੇ ਉਹ ਆ ਜਾਂਦੇ ਆ ਨਾ ਤਾਂ ਫਿਰ ਅਕਾਲੀ ਦਲ ਨੇ ਪਤਾ ਨਹੀਂ ਹੋਰ ਵੀ ਫੰਡਿੰਗ ਕਰ ਦੇਣੀ ਸੀ। ਅੰਮ੍ਰਿਤਸਰ ਹੈ ਨਾ, ਜੇ ਐਸਸੀਪੀਸੀ ਨੂੰ ਜਾਂ ਧਾਰਮਿਕ ਸੰਸਥਾਵਾਂ ਇਕੱਠੀਆਂ ਕਰ ਲੈਣ ਤਾਂ ਪੈਸੇ ਦੀ ਇਹਨਾਂ ਨੂੰ ਪਰਵਾਹ ਨਹੀਂ ਰਹਿਣੀ। ਔਰ ਤੁਹਾਨੂੰ ਪਤਾ ਪਾਰਲੀਮੈਂਟ ਦੇ ਤੋਂ ਬਾਅਦ ਦੂਜਾ ਬਜਟ ਕਿਹਨਾਂ ਦਾ ਹੈਗਾ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਐਸਜੀਪੀਸੀ ਦਾ ਬਜਟ ਹੈਗਾ, ਬਹੁਤ ਪੈਸਾ ਉਹਨਾਂ ਕੋਲ। ਉਹਨਾਂ ਨੇ ਇਸ ਕੰਮ ਲਈ ਲਾ ਵੀ ਦੇਣਾ ਸੀ ਜੇ ਉਹਨਾਂ ਨੂੰ ਥੋੜ੍ਹਾ ਬਹੁਤ ਕਹਿੰਦੇ। ਇਹਨਾਂ ਨੂੰ ਵੈਸੇ ਸੈਂਟਰ ਕੋਲ ਨਹੀਂ ਮੰਗਣਾ ਚਾਹੀਦਾ। ਇਹ ਤਾਂ ਸਾਡੇ ਦਰਸ਼ਕਾਂ ਦੇ ਸਾਹਮਣੇ ਇੱਕ ਉਹਨਾਂ ਲਈ ਸਲਾਹ ਵੀ ਹੈਗਾ, ਜਾਂ ਮੀਡੀਆ ਵੱਲੋਂ ਅਸੀਂ ਕਹਿ ਰਹੇ ਹਾਂ। ਜੇ ਧਾਰਮਿਕ ਸੰਸਥਾਵਾਂ ਜਿਹੜੀਆਂ ਬਹੁਤ ਉੱਪਰ ਸਿਖਰਾਂ 'ਤੇ ਪਹੁੰਚੀਆਂ ਨੂੰ ਜੇ ਕਹਿ ਦੇਣ ਕਿ ਪੰਜਾਬ ਦੇ ਲਈ ਵਿੱਦਿਆ ਲਈ ਪੈਸਾ ਇਹਨਾਂ ਦੇ ਦਿਓ, ਸਾਨੂੰ ਸਹੂਲਤਾਂ ਸਿਹਤ ਸਹੂਲਤਾਂ ਲੈ ਦਿਓ, ਪੈਸਾ ਬੇਸ਼ੁਮਾਰ ਮਿਲ ਸਕਦਾ। ਪਰ ਤੁਹਾਡੀ ਗੱਲ ਸਹੀ ਹੈ ਵੀ ਅਸੀਂ ਇਹਨੇ ਵੀ ਆਉਂਦੇ ਕੁੜ ਕਿਤੇ ਤੇ ਆਂਡੇ ਕਿਤੇ, ਇਹ ਗੱਲ ਹੁੰਦੀ। ਇਸ ਹਿਸਾਬ ਨਾਲ ਨਹੀਂ ਕੁਝ ਵੀ ਗੱਲ ਬਣਦੀ। ਬਿਲਕੁਲ ਜੀ, ਹਰ ਚੀਜ਼ ਨੂੰ ਇਵੈਂਟ ਬਣਾਉਣਾ, ਮਾਈਲੇਜ ਕ੍ਰੀਏਟ ਕਰਨੀ, ਕੁਝ ਦਿਆਨਤਦਾਰੀ ਹੋਣੀ ਚਾਹੀਦੀ ਹੈ। ਕੁਝ ਦਿਖਾਓ, ਵੱਡਾ ਦਿਲ ਦਿਖਾਓ, ਕੁਝ ਮਤਲਬ ਇਨਸਾਨੀਅਤ ਦੇ ਨਾਤੇ ਬਜ਼ੁਰਗ ਬੈਠੇ ਨੇ ਸਾਡੇ ਪੰਜਾਬ ਦੇ ਵਿੱਚ, ਉਹਨਾਂ ਦਾ ਸਤਿਕਾਰ ਕਰੋ। ਸੋ ਇਹ ਸਭ ਚੀਜ਼ਾਂ ਸਾਡਾ ਆਪਣਾ ਇਹ ਇੱਕ ਕਲਚਰ ਹੈ, ਸਾਡਾ ਸੱਭਿਆਚਾਰ ਹੈ, ਸਾਡੀ ਸੰਸਕ੍ਰਿਤੀ ਸੰਸਕਾਰ ਨੇ। ਪਾਰਟੀ ਇੱਕ ਪਾਸੇ ਹੈ, ਪੋਲਿਟਿਕਸ ਇੱਕ ਪਾਸੇ ਹੈ, ਬਜ਼ੁਰਗਾਂ ਦਾ ਸਤਿਕਾਰ ਇੱਕ ਪਾਸੇ ਹੈ, ਠੀਕ ਹੈ ਨਾ। ਹੁਣ ਹਰ ਚੀਜ਼ ਦੇ ਉੱਤੇ ਤੁਸੀਂ ਇੱਕ ਇਵੈਂਟ ਕ੍ਰੀਏਟ ਕਰੋ ਔਰ ਮਾਈਲੇਜ, ਫਿਰ ਪੋਸਟਰ ਲੱਗਣਗੇ ਥਾਂ ਥਾਂ ਦੇ ਉੱਤੇ ਕਿ ਇੰਨੇ ਕਲੀਨਿਕ ਖੋਲ ਦਿੱਤੇ ਗਏ, ਉਹ ਐਡਵਰਟੀਜ਼ਮੈਂਟ ਦੇ ਉੱਤੇ ਇੰਨਾ ਪੈਸਾ ਖਰਚ ਹੋਏਗਾ। ਸੋਸ਼ਲ ਮੀਡੀਆ ਦੇ ਉੱਤੇ, ਚਲੋ ਸੋਸ਼ਲ ਮੀਡੀਆ ਤਾਂ ਚਲੋ ਮੁਫਤ ਦੀ ਗੇਮ ਹੈ, ਹੋ ਗਿਆ,
ਬਟ ਉਸ ਤੋਂ ਬਾਅਦ ਤੁਸੀਂ ਹਰ ਚੀਜ਼ ਨੂੰ ਤੁਸੀਂ ਮਤਲਬ ਖਲੇਰਾ ਪਾ ਕੇ ਰੱਖ ਦਿੰਦੇ ਹੋ। ਵਾਈ? ਅੱਗੇ ਹੀ ਸਾਡੇ ਕੋਲ ਖਜ਼ਾਨਾ ਨਹੀਂ ਹੈਗਾ, ਔਰ ਫਿਰ ਖਲੇਰੇ ਕਿੱਥੋਂ ਕਿੱਥੋਂ ਸਾਂਭਾਂਗੇ ਅਸੀਂ? ਤੁਹਾਨੂੰ ਪਤਾ ਵੀ ਜਦੋਂ ਆਉਂਦੇ ਆ ਨਾ, ਕੋਈ ਬੰਦਾ ਪੱਠੇ ਲੈ ਕੇ ਆ ਰਿਹਾ ਸੀਗਾ ਆਪਣੇ ਖੇਤਾਂ ਤੋਂ, ਤਾਂ ਉਹਨੇ ਪੱਲੀ 'ਚ ਪੰਡ ਪਾ ਲਈ ਤੂੜੀ ਦੀ, ਤੇ ਤੂੜੀ ਦੀ ਪੰਡ ਪਾ ਲਈ ਤਾਂ ਉਹ ਖੁੱਲ੍ਹ ਗਈ। ਖੁੱਲ੍ਹਣ ਤੋਂ ਬਾਅਦ ਉਹ ਵਾਹਣ ਹੀਗਾ, ਵਾਹਣ ਹੁੰਦਾ ਜਿਸ 'ਚ ਧੀਮਾ ਅਤੇ ਸਾਰਾ ਕੁਛ ਹੈਗਾ, ਤਾਂ ਉਹਦੇ ਵਿੱਚ ਉਹ ਜਦੋਂ ਗਈ ਤਾਂ ਆਂਦਾ ਹੁਣ ਤਾਂ ਕੀ ਕਰਨਾ ਯਾਰ, ਡੰਗਰ ਕੀ ਖਾਣਗੇ, ਮਿੱਟੀ ਖਾਣਗੇ। ਆਂਦਾ ਕੀ ਗੱਲ? ਆਂਦਾ ਤੂੜੀ ਖਿਲਰ ਗਈ ਤਾਂ ਮਤਲਬ ਖਲਾਰਾ ਪੈ ਗਿਆ, ਨਾ ਡੰਗਰਾਂ ਦੇ ਕੰਮ, ਨਾ ਉਹਦੇ ਕੰਮ, ਨਾ ਮੂਸਲ ਦੇ ਕੰਮ ਜਿੱਥੋਂ ਕੱਢ ਕੇ ਲੈਂਦੀ। ਇਹ ਹੋ ਗਿਆ ਇਹਨਾਂ ਦਾ ਸਾਰਾ ਦਾਰੋ ਮਦਾਰ ਜਿਹਦੀ ਅਸੀਂ ਗੱਲ ਕਰ ਰਹੇ ਹਾਂ। ਤੂੜੀ ਦੀ ਪੰਡ ਖਿਲਰ ਗਈ ਨਾ, ਇਹ ਉਸ ਤੂੜੀ ਵਾਲੇ ਕੋਠੇ ਦੀ ਗੱਲ ਹੈ। ਜੀ। ਚਲੋ ਹੁਣ ਚਲਦੇ ਇੱਕ ਹੋਰ ਗੱਲ ਕਰ ਜਾਈਏ। 26 ਜਨਵਰੀ ਨੂੰ ਮਿਸਰ ਦੇ ਜਿਹੜੇ ਚੀਫ ਨੇ ਉਹ ਆਏ ਸੀ ਸਾਡੇ 26 ਜਨਵਰੀ ਤੇ ਚੀਫ ਗੈਸਟ ਬਣ ਕੇ। ਜੀ। ਉਹਨੂੰ ਮਿਸਰ ਦੇ ਨਾਲ 5 ਸਮਝੌਤੇ ਵੀ ਹੋਏ ਨੇ। ਬੜੀ ਖੂਬਸੂਰਤ ਟੁਕੜੀ ਵੀ ਆਈ ਸੀ ਜਦੋਂ ਪਰੇਡ ਹੋਈ ਹੈ 26 ਜਨਵਰੀ ਤੇ, ਮਿਸਰ ਦੀ ਫੌਜੀਆਂ ਦੀ ਟੁਕੜੀ, ਬਹੁਤ ਪਿਆਰਾ ਲੱਗਾ ਉਹ ਵੀ। ਸੋ 5 ਸਮਝੌਤੇ ਹੋਏ ਨੇ ਦੇਸ਼ ਦੇ ਨਾਲ, ਮਿਸਰ ਦੇ ਨਾਲ ਸਾਡੇ। ਜਦੋਂ ਆਏ ਹੈ ਚੀਫ ਗੈਸਟ ਦੇ ਤੌਰ ਤੇ ਮਿਸਰ ਦੇ, ਪਹਿਲੀ ਵਾਰ ਆਏ ਆ ਇੰਡੀਆ 'ਚ, ਔਰ ਉਹਦੇ ਨਾਲ ਬੜਾ ਅੱਛਾ ਵੈਲਕਮ ਕੀਤਾ ਉਹਨਾਂ ਨੇ। ਔਰ ਉਦੋਂ ਬਾਅਦ ਮੋਦੀ ਸਾਹਿਬ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਦੇ ਵਿੱਚ 4-5 ਮੁੱਦੇ ਲਏ ਆ। ਬਿਜ਼ਨਸ ਦਾ ਲਿਆ ਹੈਗਾ, ਸਿਕਿਉਰਿਟੀ ਦਾ ਲਿਆ, ਦੇ ਨਾਲ ਜਿਹੜੀ ਜਨਰੇਸ਼ਨ ਨਵੀਂ ਆ ਉਹਨੂੰ ਕੁਝ ਐਸਟੈਬਲਿਸ਼ ਕਰ ਲਈ, ਇੰਡਸਟਰੀ ਦਾ ਲਿਆ। ਇਹ 4-5 ਮੁੱਦੇ ਜਿਹੜੇ ਲਏ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ। ਉਹਦੇ ਨਾਲ ਇੱਕ ਸੁਰੱਖਿਆ ਦਾ ਵੀ ਲਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਪਾਕਿਸਤਾਨ, ਤਾਲਿਬਾਨ ਤੇ ਜਿਹੜੇ ਅਫਗਾਨਿਸਤਾਨ ਦੇ ਆ, ਇਹ ਵੀ ਥੋੜ੍ਹਾ ਜਿਹਾ ਤੰਗ ਕਰਦੇ, ਕਿਉਂਕਿ ਉਹ ਵੀ ਮੁਸਲਿਮ ਕੰਟਰੀ ਆ ਜਿਹੜੇ ਮਿਸਰ ਵਾਲੇ। ਉਹਨਾਂ ਨੇ ਕਿਹਾ ਕਿ ਇਹਨੂੰ ਥੋੜ੍ਹਾ ਜਿਹਾ ਇਸ ਆਲਮੀ ਲੈਵਲ 'ਤੇ ਇਹਨੂੰ ਥੋੜ੍ਹਾ ਕੰਟਰੋਲ ਕਰੋ, ਤਾਂ ਕਿ ਜਿਹੜਾ ਇੰਡੀਆ ਜਾਂ ਹਿੰਦੁਸਤਾਨ ਆ, ਇਹਦੀਆਂ ਸਰਹੱਦਾਂ 'ਤੇ ਬੈਠੇ ਜਿਹੜੇ ਸੈਨਿਕ ਨੇ ਜਾਂ ਲੋਕ ਬੈਠੇ ਨੇ ਜਾਂ ਖੇਤੀਬਾੜੀ ਕਰ ਰਹੇ ਆ, ਕੱਲ੍ਹ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਡਰ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਪੰਜਾਬ ਦੇ ਕੁਝ ਇਲਾਕੇ ਨੇ ਜਾਂ ਪੰਜਾਬ ਦੀ ਸਰਹੱਦ ਜਿਹੜੀ ਹੈਗੀ ਆ, ਇਹ ਵਾਹਗਾ ਬਾਰਡਰ ਨਾਲ ਲੱਗਦੀ ਆ, ਉੱਥੇ ਵੀ ਲੋਕਾਂ ਦੀ ਖੇਤੀਬਾੜੀ ਆ, ਗੇਟ ਲੱਗੇ ਆ, ਤਾਰਾਂ ਲੱਗੀਆਂ, ਬੜਾ ਕੁਛ ਹੈਗਾ, ਪਰ ਸਾਡੇ ਸੈਨਿਕ ਉੱਥੇ ਬੈਠੇ ਆ, BSF ਬੈਠੀ ਹੈ, ਸਾਰਾ ਕੁਛ ਹੈਗਾ। ਪਰ ਉਹਦੇ ਵੀ ਇਹਦੇ ਲਈ ਤੁਸੀਂ ਕੋਈ ਨਾ ਕੋਈ ਇੱਦਾਂ ਦਾ ਧਿਆਨ ਲਾਓ। ਬਿਲਕੁਲ ਵਧੀਆ। ਸਗੋਂ ਸਾਡੇ ਵੱਖ-ਵੱਖ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਹੋਣ, ਚੰਗਾ ਸਲੂਕ ਹੋਵੇ ਤਾਂ ਬਹੁਤ ਵਧੀਆ, ਔਰ ਪਾਕਿਸਤਾਨ ਦੇ ਨਾਲ ਵੀ ਚੰਗਾ ਸਲੂਕ ਹੋਵੇ, ਚੰਗਾ ਸੰਬੰਧ ਹੋ ਜਾਵੇ ਤਾਂ ਉਸ ਤੋਂ ਵੀ ਵਧੀਆ, ਕਿਉਂਕਿ ਉੱਥੋਂ ਦੇ ਲੋਕ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ, ਸੜਕਾਂ 'ਤੇ ਉਤਰੇ ਹੋਏ ਨੇ ਕਿ ਸਾਨੂੰ ਭਾਰਤ ਨਾਲ ਮਿਲਾਓ, ਅਸੀਂ ਭਾਰਤ ਨਾਲ ਮਿਲੀਏ ਔਰ ਇਹ ਝਗੜੇ ਖਤਮ ਹੋਣ। ਉਹ ਵੈਸੇ ਵੀ ਫਿਜ਼ੂਲ ਦੇ ਝਗੜੇ ਨੇ, ਔਰ ਕਿਤੋਂ ਉਹੀ ਟੈਰਰਿਸਟ ਨੂੰ ਸਪੋਰਟ ਕਰਦੀ ਹੋਈ ਆਰਮੀ ਹੈ। ਸਹੀ ਗੱਲ। ਸੋ ਇਸ ਕਰਕੇ ਸਾਰੇ ਝਗੜੇ, ਔਰ ਆਮ ਲੋਕ ਜੋ ਕਦੇ ਵੀ ਝਗੜੇ ਨਹੀਂ ਚਾਹੁੰਦੇ, ਆਮ ਲੋਕਾਂ ਦੇ ਮਸਲੇ ਹੀ ਡਿਫਰੈਂਟ ਨੇ। ਰੋਜ਼ੀ ਰੋਟੀ, ਇੱਜ਼ਤ ਦਾ ਰੋਜ਼ਗਾਰ, ਇਹ ਸਭ ਚੀਜ਼ਾਂ ਨੇ, ਇਹ ਕੀ ਲੈਣਾ ਦੇਣਾ ਹੈ ਉਹਨਾਂ ਨੇ ਇਹ ਟੈਰਰਿਸਟ ਐਕਟੀਵਿਟੀਜ਼ ਤੋਂ? ਆਮ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ। ਸੋ ਸਿਆਸਤ ਨੇ ਨਾ ਸਾਰੀ ਗੇਮ ਪੂਰੀ ਦੁਨੀਆ 'ਚ ਹੀ ਵਿਗਾੜੀ ਹੋਈ ਹੈ। ਆਪਾਂ ਵੀਡੀਓ ਦੀ ਗੱਲ ਕਰਦੇ ਹਾਂ, ਇੱਕ ਵੀਡੀਓ ਹੈਗੀ ਹੈ ਜਿੱਥੇ ਪੰਜਾਬ 'ਚੋਂ ਗਏ ਆ, ਉਹ ਭਿੰਡਰ ਫੈਮਿਲੀ ਆ, ਅਤੇ ਉਸ ਪਾਸੇ ਉਹਨਾਂ ਦਾ ਪਹਿਲਾ ਘਰ ਆ ਜਿਹੜਾ ਉਹ ਛੱਡ ਕੇ ਆਏ ਆ, ਔਰ ਉਹਨਾਂ ਦੀ ਗੱਡੀਆਂ ਉੱਧਰ ਨੂੰ ਜਾ ਰਹੀਆਂ ਉਸ ਪਿੰਡ ਵੱਲ ਨੂੰ, ਔਰ ਉਹਦੇ ਪਿੰਡ ਦੇ ਲੋਕ ਕਈ ਪਿੰਡ ਇਕੱਠੇ ਹੋ ਗਏ ਆ ਉਹਨਾਂ ਨੂੰ ਵੈਲਕਮ ਕਰਨ ਲਈ। ਉਹਨਾਂ ਨੂੰ ਪਤਾ ਨਹੀਂ ਧੂੜਾਂ ਉੱਡਦੀਆਂ, ਬੜਾ ਕੁਛ ਹੋ ਰਿਹਾ। ਉਹਨੂੰ ਫਿਰ ਪੱਤਰਕਾਰ ਪੁੱਛਦਾ, ਜਿਹੜਾ ਮੁੰਡਾ ਗਿਆ ਉੱਥੇ, ਤੁਸੀਂ ਦੱਸੋ ਕੀ? ਆਂਦਾ ਅਸੀਂ ਦੂਜੀ ਪੀੜ੍ਹੀ 'ਚੋਂ, ਪਰ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ। ਮੈਂ ਇੰਨਾ ਖੁਸ਼ੀ ਵਿੱਚ ਖੀਵਾ ਹੋ ਗਿਆ ਕਿ ਸਾਨੂੰ ਕਿਉਂ ਇੰਨਾ ਪਿਆਰ ਕਰ ਰਹੇ, ਇੰਨਾ ਕੁਛ ਕਰ ਰਹੇ ਆ। ਕਹਿੰਦਾ ਬਾਕੀ ਜਮਾਤਾਂ ਲੜ ਰਹੀਆਂ, ਪੋਲੀਟਿਕਸ ਮਾਰ ਰਹੀ ਹੈ ਲੋਕਾਂ ਨੂੰ, ਸਾਰਾ ਕੁਛ ਹੋ ਗਿਆ, ਸਰਹੱਦਾਂ ਬਣ ਗਈਆਂ, ਸਾਰਾ ਕੁਛ ਹੈਗਾ। ਕਹਿੰਦਾ ਪਰ ਇੰਨਾ ਪਿਆਰ ਮੁਹੱਬਤ ਦੇ ਰਹੇ ਆ। ਕਹਿੰਦਾ ਕੇਵਲ ਸਾਡੇ ਘਰ ਦੇ ਨਹੀਂ ਗਏ, ਕਈ ਪਿੰਡਾਂ ਦੇ ਲੋਕ ਆ ਗਏ ਆ, ਸਾਨੂੰ ਪਿਆਰ ਦੇ ਰਿਹਾ। ਮਾਵਾਂ ਜਿਹੜੀਆਂ ਉੱਥੋਂ ਦੀਆਂ ਗਈਆਂ, ਉਹ ਪਿਆਰ ਦੇ ਕੇ ਉਹਨਾਂ ਨੂੰ ਚੁੰਮਦੀਆਂ, ਚੱਟਦੀਆਂ। ਔਰ ਕਹਿੰਦਾ ਇੱਦਾਂ ਦੀ ਧਰਤੀ 'ਤੇ ਪਿਆਰ ਮੈਂ ਪਹਿਲੀ ਵਾਰੀ ਵੇਖਿਆ। ਸਾਡਾ ਵੀ ਦੇਸ਼ ਹੈ, ਸਾਰਾ ਕੁਛ ਹੈਗਾ, ਪਰ ਜਦੋਂ ਅਸੀਂ ਦੂਜੀ ਪੀੜ੍ਹੀ 'ਚ ਹੈਗੇ ਹਾਂ, ਪਰ ਸਾਨੂੰ ਸਮਝ ਆ ਗਈ ਕਿ ਸਾਡਾ ਪਰਿਵਾਰ ਇੱਥੇ ਵੱਡਾ ਹੋਇਆ, ਇੱਥੇ ਆ। ਫਿਰ ਉੱਥੇ ਉਹਨਾਂ ਨੇ ਪੁਰਾਣੀਆਂ ਇੱਟਾਂ ਵੇਖੀਆਂ, ਨਾਨਕਸ਼ਾਹੀ, ਫਿਰ ਉੱਥੋਂ ਮਿੱਟੀ ਲੈ ਕੇ ਆਏ ਉੱਥੇ, ਜਿਸ ਤਰ੍ਹਾਂ ਨਵਾਜ਼ ਸ਼ਰੀਫ ਅਤੇ ਸ਼ਾਹਬਾਜ਼ ਸ਼ਰੀਫ ਜਿਹੜਾ ਜੰਤੀਪੁਰ ਪਿੰਡ ਹੈਗਾ ਜੰਡਿਆਲੇ ਦੇ ਨੇੜੇ, ਉੱਥੋਂ ਦੇ ਵਸਨੀਕ। ਔਰ ਉਦੋਂ ਤੋਂ ਉੱਥੋਂ ਇਹ ਆਪਣੀ ਜ਼ਮੀਨ ਜਿਹੜੀ ਇਹਨਾਂ ਦਾ ਘਰ ਸੀ, ਇਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਦੇ ਦਿੱਤਾ ਸੀ। ਉੱਥੇ ਗੁਰਦੁਆਰਾ ਸਾਹਿਬ ਤਾਮੀਰ ਹੋਇਆ, ਅਤੇ ਉਦੋਂ ਬਾਅਦ ਇਹ ਉੱਥੋਂ ਜਦੋਂ ਆਉਂਦੇ ਆ ਮਿੱਟੀ ਲੈ ਕੇ ਜਾਂਦੇ ਆ, ਫਿਰ ਉੱਥੇ ਅਖੰਡ ਪਾਠ ਰਖਾਉਂਦੇ ਆ। ਇਹ ਆਪਣੀ ਧਰਤੀ ਨਾਲ ਮੋਹ ਹੁੰਦਾ ਸਾਰਿਆਂ ਦਾ। ਪਰ ਬਾਕੀ ਕੀ ਕਰਦੇ ਆ, ਜੋ ਪੋਲੀਟਿਕਸ ਹੈ, ਰਾਜਨੀਤੀ ਹੈ, ਇਹ ਲੜਾਉਂਦੀ ਆ, ਮਰਵਾਉਂਦੀ ਆ। ਜੋ ਕੁਛ ਅਸੀਂ ਤਸ਼ੱਦਦ ਜੋ ਬਟਵਾਰੇ 'ਚ ਵੇਖ ਲਿਆ, ਪਰ ਲੋਕ ਉਸੇ ਤਰ੍ਹਾਂ ਪਿਆਰ ਮੁਹੱਬਤ ਨਾਲ ਇੱਕ ਦੂਜੇ ਨਾਲ ਗਲ ਵੱਖੜੀ ਪਾ ਕੇ ਤੁਰੇ ਚਲੇ ਜਾ ਰਹੇ। ਬਿਲਕੁਲ ਜੀ, ਔਰ ਇੱਦਾਂ ਤੁਰਦਾ ਹੀ ਰਹਿਣਾ ਚਾਹੀਦਾ ਹੈ, ਗਲ ਵੱਖੜੀਆਂ ਪਾ ਕੇ, ਪਿਆਰ ਮੁਹੱਬਤ ਦੇ ਨਾਲ। ਔਰ ਤੁਸੀਂ ਵੀ ਸਾਨੂੰ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਬਿਲਕੁਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।